के.एल. गर्ग ਦਾ ਨੋਵਲ ਹੈ ਮਰਸੀ ਕਿਲਿੰਗ। ਅੰਗ 10ਵਾਂ। ਕਲਰਕੀ ਪ੍ਰਤੀ ਮੇਰਾ ਮੋਹ ਭੰਗ ਹੋਣਾ ਸ਼ੁਰੂ ਹੋ ਗਿਆ ਸੀ। ਮੈਨੂੰ ਦਫ਼ਤਰ ਜਾਣ ਲੱਗਿਆਂ ਘਬਰਾਹਟ ਹੋਣ ਲੱਗਦੀ। ਉੱਥੇ ਦੇ ਇਕਸਾਰ ਕੰਮ ਤੋਂ ਅਕੇਵਾਂ ਹੋਣ ਲੱਗਾ ਸੀ। ਮੈਂ ਅੱਧ ਮਨਾ ਜਿਹਾ ਕੰਮ ਕਰਦਾ। ਕਈ ਵਾਰੀ ਤਾਂ ਸੁੰਨਵੱਟਾ ਜਿਹਾ ਬਣਿਆ ਆਪਣੀ ਸੀਟ ਤੇ ਬੈਠਾ ਰਹਿੰਦਾ। ਪਹਿਲਾਂ ਵਾਲੀ ਚੁਸਤੀ ਤੇ ਹੁਸ਼ਿਆਰੀ ਹੁਣ ਨਹੀਂ ਸੀ ਰਹੀ ਲੱਗਦੀ। ਮੇਰਾ ਹੈੱਡ ਕਲਰਕ ਬਾਰ-ਬਾਰ ਪੁੱਛਦਾ, ਕਿਉਂ ਰਾਮ ਜੀ, ਹੁਣ ਕੰਮ 'ਚ ਦਿਲ ਨਹੀਂ ਲੱਗਦਾ? ਕਿਵੇਂ ਓਪਰਿਆਂ ਵਾਂਗ ਬੈਠੇ ਰਹਿੰਦੇ ਹੋ? ਸਰ, ਮੈਂ ਕੁਝ ਹੋਰ ਕਰਨਾ ਚਾਹੁੰਦਾ। ਮੈਂ ਅਧਿਆਪਕ ਬਣਨਾ ਚਾਹੁੰਦਾ। ਕਲਰਕੀ ਮੇਰੀ ਪਸੰਦ ਦੀ ਨੌਕਰੀ ਨਹੀਂ। ਮੈਂ ਅਧਿਆਪਕ ਬਣ ਕੇ ਜੀਣਾ ਚਾਹੁੰਦਾ, ਮੈਂ ਆਖ ਦਿੰਦਾ। ਹੈੱਡ ਕਲਰਕ ਦੀ ਸਲਾਹ ਨਾਲ ਮੈਂ ਸਾਲ ਦੀ ਲੰਮੀ ਛੁੱਟੀ ਲਈ ਅਰਜ਼ੀ ਦੇ ਦਿੱਤੀ। ਥੋੜ੍ਹੀ ਸਰਵਿਸ ਹੋਣ ਕਾਰਨ ਵੱਡਾ ਅਫਸਰ ਮੰਨਿਆ ਨਾ। ਤੁਹਾਡੀ ਸਰਵਿਸ ਤਾਂ ਹਾਲੇ ਹੈ ਹੀ 3 ਵਰ੍ਹਿਆਂ ਦੀ। ਇੰਨੀ ਥੋੜ੍ਹੀ ਨੌਕਰੀ ਵਾਲੇ ਮੁਲਾਜ਼ਮ ਨੂੰ ਐਡੀ ਲੰਮੀ ਛੁੱਟੀ ਨਹੀਂ ਦਿੱਤੀ ਜਾ ਸਕਦੀ। ਉਸ ਮੇਰੀ ਛੁੱਟੀ ਦੀ ਅਰਜ਼ੀ ਰੱਦ ਕਰ ਦਿੱਤੀ ਸੀ। ਮੈਂ 1 ਮਹੀਨੇ ਦਾ ਨੋਟਿਸ ਦੇ ਕੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਸਾਰੇ ਇਹੋ ਆਖਦੇ ਸੀ, ਰਾਮ ਜੀ ਵਧੀਆ ਕਾਮਾ ਸੀ, ਇਮਾਨਦਾਰ ਤੇ ਮਿਹਨਤੀ। ਹਰ ਸੀਟ ਤੇ ਉਹਨੇ ਦਿਆਨਤਦਾਰੀ ਨਾਲ ਕੰਮ ਕੀਤਾ ਸੀ। ਦਫ਼ਤਰਾਂ 'ਚ ਇਹੋ ਜਿਹੇ ਸਿਰੜੀ ਕਾਮੇ ਕਿੱਥੇ ਲੱਭਦੇ ਨੇ। 1-2 ਮਹੀਨੇ ਮੈਂ ਤੰਗੀ ਤੁਰਸ਼ੀ 'ਚ ਗੁਜ਼ਾਰੇ। ਜਿੰਨੇ ਪੈਸੇ ਬਚਾ ਸਕਦਾ ਸੀ ਬਚਾਉਣ ਦਾ ਯਤਨ ਕੀਤਾ। B.Ed ਮੋਗੇ ਹੋ ਸਕਦੀ ਸੀ। ਤਲਵੰਡੀ ਤਾਂ ਮੋਗੇ ਦੇ ਨਾਲ ਹੀ ਸੀ। ਮੈਂ ਰੋਜ਼ ਆ ਜਾ ਸਕਦਾ ਸੀ। ਘਰੋਂ ਰੋਟੀ ਪਾਣੀ ਖਾ ਪੀ ਕੇ ਮੁਫਤ 'ਚ ਹੀ B.Ed ਹੋ ਜਾਣੀ ਸੀ। ਸੋ ਮੈਂ ਅਸਤੀਫੇ ਦਾ ਸਮਾਂ ਪੂਰਾ ਹੋਣ ਤੇ ਮਹੀਨੇ ਦੀ ਤਨਖਾਹ ਜੇਬ 'ਚ ਪਾ ਕੇ ਮੋਗੇ ਦੀ ਬੱਸ ਚੜ੍ਹ ਗਿਆ ਸੀ। B.Ed 'ਚ ਦਾਖਲਾ ਆਸਾਨੀ ਨਾਲ ਹੀ ਮਿਲ ਗਿਆ ਸੀ। ਮੈਂ B.Ed ਦਾ ਵਿਦਿਆਰਥੀ ਬਣ ਗਿਆ। ਮੱਦੀ ਤੇ ਮਹਿੰਦਰ ਉਦੋਂ ਹਾਲੇ ਛੋਟੀਆਂ ਜਮਾਤਾਂ 'ਚ ਹੀ ਪੜ੍ਹਦੇ ਸੀ। ਉਹਨਾਂ ਦੀ ਪੜ੍ਹਾਈ ਦਾ ਸਿਲਸਿਲਾ ਕੁਝ ਖਾਸ ਵਧੀਆ ਨਹੀਂ ਸੀ। ਮੱਦੀ ਪ੍ਰੈਪ 'ਚੋਂ ਫੇਲ ਹੋ ਗਿਆ ਸੀ ਤੇ ਮਹਿੰਦਰ 8ਵੀਂ 'ਚੋਂ। ਮੇਰੇ ਉਹਨਾਂ ਕੋਲ ਪਹੁੰਚਣ ਤੇ ਮੈਂ ਉਹਨਾਂ ਨੂੰ ਹੱਲਾਸ਼ੇਰੀ ਦਿੰਦਿਆਂ ਆਖ ਦਿੱਤਾ ਸੀ, ਫਿਕਰ ਨਾ ਕਰੋ, ਹੁਣ ਮੈਂ ਆ ਗਿਆ। ਤੁਹਾਡੀ ਪੜ੍ਹਾਈ ਦਾ ਹੁਣ ਉੱਡਦੀ ਨਾ ਫਿਰੀ ਤਾਂ ਕਹਿਣਾ। ਮੇਰੀ B.Ed ਹੋ ਜਾਣ ਦਿਓ, ਬਸ ਫੇਰ ਪੜ੍ਹ ਲਿਓ ਜਿੰਨਾ ਪੜ੍ਹਨਾ ਹੈ। ਮੈਂ ਗੱਡੀ ਰਾਹੀਂ ਰੋਜ਼ ਮੋਗੇ ਪੜ੍ਹਨ ਆ ਜਾਂਦਾ ਤੇ ਦੁਪਹਿਰ ਤੋਂ ਬਾਅਦ ਘਰ ਮੁੜ ਜਾਂਦਾ। ਮੱਦੀ ਦੁਬਾਰਾ ਪ੍ਰੈਪ ਦੀ ਪੜ੍ਹਾਈ ਕਰਨ ਲੱਗ ਪਿਆ ਸੀ। ਸਕੂਲ ਵੇਲੇ ਸਾਡੇ ਕਾਮਰੇਡ ਅਧਿਆਪਕ ਨੇ ਸਾਨੂੰ ਰਾਜਨੀਤਿਕ ਜਲਸੇ ਜਲੂਸਾਂ ਵਿੱਚ ਵੀ ਲੈ ਜਾਣਾ ਸ਼ੁਰੂ ਕਰਤਾ ਸੀ। ਉੱਥੇ ਮੈਂ ਅਮਨ ਦੇ ਗੀਤ, ਦੇਸ਼ ਭਗਤੀ ਦੇ ਗੀਤ ਤੇ ਕਈ ਹੋਰ ਤਰ੍ਹਾਂ ਦੇ ਇਨਕਲਾਬੀ ਗੀਤ ਗਾਉਣੇ ਸਿੱਖ ਲਏ ਸਨ। ਆਵਾਜ਼ ਮੇਰੀ 'ਚ ਰਸ ਸੀ। ਕਾਲਜਾਂ ਦੇ ਫੰਕਸ਼ਨਾਂ 'ਚ ਵੀ ਮੈਂ ਵੱਧ ਚੜ੍ਹ ਕੇ ਹਿੱਸਾ ਲੈਣਾ ਸ਼ੁਰੂ ਕਰਤਾ ਸੀ। ਅੰਡਰ ਕਾਲਜ ਮੁਕਾਬਲਿਆਂ 'ਚ ਵੀ ਮੈਂ ਸ਼ੀਲਡਾਂ ਤੇ ਕੱਪ ਜਿੱਤ ਲਿਆਂਦੇ ਸੀ। ਮੋਗੇ ਦੀ ਹੀ ਇੱਕ ਪੰਡਤਾਂ ਦੀ ਕੁੜੀ ਜੋ B.Sc ਪਾਸ ਸੀ ਮੇਰੇ ਵੱਲ ਖਿੱਚੀ ਗਈ ਸੀ। ਉਸ ਹਾਵ ਭਾਵ ਰਾਹੀਂ ਆਪਣੀ ਖਿੱਚ ਦਾ ਪ੍ਰਗਟਾਵਾ ਕਰਨਾ ਵੀ ਸ਼ੁਰੂ ਕਰਤਾ ਸੀ। ਮੈਂ ਤਾਂ ਚਾਹੁੰਦਾ ਹੀ ਅੰਤਰਜਾਤੀ ਵਿਆਹ ਕਰਾਉਣਾ ਸੀ। ਮੈਂ ਘਰਦਿਆਂ ਨੂੰ ਵੀ ਆਪਣੇ ਫੈਸਲੇ ਬਾਰੇ ਦੱਸ ਦਿੱਤਾ ਸੀ। ਉਹਨਾਂ ਨੇ ਵੀ ਕੋਈ ਇਤਰਾਜ਼ ਨਹੀਂ ਸੀ ਕੀਤਾ। ਪਿਤਾ ਨੂੰ ਤਾਂ ਕਿਸੇ ਚੜੀ ਲੱਥੀ ਦੀ ਹੈ ਹੀ ਨਹੀਂ ਸੀ। ਮਾਂ ਨੇ ਵੀ ਆਖਤਾ ਸੀ, ਪੁੱਤ ਤੂੰ ਹੁਣ ਸਿਆਣਾ ਹੈ, ਆਪਣਾ ਭਲਾ ਬੁਰਾ ਖੁਦ ਸੋਚ ਸਕਦਾ ਹੈ। ਤੂੰ ਜੋ ਕਰੇਂਗਾ ਚੰਗਾ ਹੀ ਕਰੇਂਗਾ। ਮੈਨੂੰ ਤਾਂ ਨੂੰਹ ਸੋਹਣੀ ਸੁਨੱਖੀ ਚਾਹੀਦੀ ਹੈ। ਸੋਹਣੀ ਵਾਲੀ ਗੱਲ ਤਾਂ ਮਾਂ ਤੂੰ ਛੱਡ ਦੇ, ਸਾਰੀ ਤਲਵੰਡੀ ਅੱਡੀਆਂ ਚੁੱਕ ਦੇਖੂ ਤੇਰੀ ਨੂੰਹ ਨੂੰ, ਮੈਂ ਛਾਤੀ ਠੋਕ ਕੇ ਕਹਿਤਾ ਸੀ। ਕੁੜੀ ਤ੍ਰਿਸ਼ਨਾ ਨੂੰ ਵੀ ਮੈਂ ਆਪਣੀ ਟੱਬਰ ਦੀ ਰਜ਼ਾਮੰਦੀ ਬਾਰੇ ਦੱਸਤਾ ਸੀ। ਉਸ ਕੁੜੀ ਦੇ ਸਹਿਪਾਠੀ ਵੀ, ਜਿਨ੍ਹਾਂ ਨੇ ਉਹਦੇ ਨਾਲ B.Sc ਤੱਕ ਦੀ ਪੜ੍ਹਾਈ ਕੀਤੀ ਸੀ, ਉਹ ਤੇ ਪੂਰੀ ਤਰ੍ਹਾਂ ਆਸ਼ਿਕ ਸਨ। ਉਹ ਵੀ ਕਈ ਵਰ੍ਹਿਆਂ ਤੋਂ ਉਸ ਨਾਲ ਨੇੜਤਾ ਬਣਾਉਣ ਲਈ ਤਰਲੋ ਮੱਛੀ ਹੁੰਦੇ ਰਹੇ ਸੀ। ਇਸ਼ਕ ਤੇ ਮੁਸ਼ਕ ਲੁਕਾਇਆ ਨਹੀਂ ਲੁਕਦੇ। ਸਾਡੇ ਆਪਸੀ ਪ੍ਰੇਮ ਦੀ ਗੱਲ ਵੀ ਹੌਲੀ-ਹੌਲੀ ਸੁਲਗਣ ਲੱਗ ਪਈ। ਇੱਕ ਮੁੰਡੇ ਨੇ ਮੇਰੇ ਵੱਲੋਂ ਸਾਰੀਆਂ ਗੱਲਾਂ ਲਿਖ ਕੇ ਉਹਨਾਂ ਦੇ ਘਰ ਚਿੱਠੀ ਪਾ ਦਿੱਤੀ। ਉਹਨਾਂ ਦੇ ਘਰ ਤਾਂ ਭਸੂੜੀ ਪੈ ਗਈ। ਅਸੀਂ ਇੱਕ ਦੂਜੇ ਨੂੰ ਪਸੰਦ ਕਰਦੇ ਹਾਂ। ਗੱਲ ਹਾਲੇ ਕਿਤੇ ਬਹੁਤੀ ਅਗਾਂਹ ਨਹੀਂ ਵਧੀ, ਬਸ ਜਾਣ ਪਛਾਣ ਤੱਕ ਹੀ ਹੋਈ ਆ ਗੱਲਬਾਤ। ਕੁੜੀ ਨੇ ਘਰ ਵਾਲਿਆਂ ਨੂੰ ਸੱਚੋ ਸੱਚ ਦੱਸਤਾ ਸੀ। ਗੱਲ ਆਈ ਗਈ ਹੋ ਗਈ। ਉਂਝ ਤ੍ਰਿਸ਼ਨਾ ਨੇ ਮੈਨੂੰ ਉਲਾਂਭਾ ਜ਼ਰੂਰ ਦੇ ਦਿੱਤਾ ਸੀ। ਇਉਂ ਘਰ ਚਿੱਠੀ ਲਿਖਣ ਦੀ ਕੀ ਲੋੜ ਸੀ? ਇਹ ਤਾਂ ਨਿਰੀ ਫੁਕਰੇਬਾਜ਼ੀ ਹੋਈ ਕਿ ਆਪਾਂ ਰੋਜ਼ ਕਾਲਜ 'ਚ ਮਿਲ ਤਾਂ ਲੈਂਦੇ ਸੀ, ਫਿਰ ਚਿੱਠੀ। ਮੈਂ ਸਹੁੰ ਖਾ ਆਖ ਰਿਹਾ ਸੀ, ਤ੍ਰਿਸ਼ਨਾ, ਮੈਂ ਕੋਈ ਚਿੱਠੀ ਚੁੱਠੀ ਨਹੀਂ ਲਿਖੀ। ਮੈਂ ਇੰਨਾ ਬੇਵਕੂਫ ਤਾਂ ਨਹੀਂ। ਜਿਹੜੀ ਗੱਲ ਮੈਂ ਕਹਿਣੀ ਸੀ ਤੈਨੂੰ ਹੀ ਕਹਿ ਸਕਦਾ ਸੀ। ਇਹ ਤਾਂ ਤੇਰੇ ਪੁਰਾਣੇ ਆਸ਼ਕਾਂ ਦਾ ਕਾਰਨਾਮਾ ਲੱਗਦਾ। ਉਹਨਾਂ ਨੇ ਆਪਣੀ ਬੇੜੀ 'ਚ ਵੱਟੇ ਪਾਉਣੇ ਸ਼ੁਰੂ ਕੀਤੇ ਹੋਏ ਨੇ। ਉਦੋਂ ਹੀ ਪਾਕਿਸਤਾਨ ਨਾਲ ਯੁੱਧ ਹੋ ਗਿਆ ਸੀ। ਕਾਲਜ ਕੁਝ ਦੇਰ ਲਈ ਬੰਦ ਹੋ ਗਿਆ ਸੀ। ਪਾਕਿਸਤਾਨ ਦੀ ਲੜਾਈ ਮੁੱਕੀ ਤਾਂ ਸਾਲਾਨਾ ਇਮਤਿਹਾਨ ਆ ਗਏ। ਅਸੀਂ ਪ੍ਰੀਖਿਆ ਦੀ ਤਿਆਰੀ 'ਚ ਜੁਟ ਗਏ। ਇਮਤਿਹਾਨ ਖਤਮ ਹੋਏ ਤਾਂ ਆਖਰੀ ਦਿਨ ਤ੍ਰਿਸ਼ਨਾ ਤੇ ਉਹਦੀ ਇੱਕ ਸਹੇਲੀ ਮੇਰੇ ਕੋਲ ਆਈਆਂ।
ਸ਼ਾਮ ਨੂੰ 5 ਵਜੇ ਲੱਛੀ ਦੇ ਹੋਟਲ 'ਚ ਆ ਜਾਇਓ, ਕੋਈ ਗੱਲ ਕਰਨੀ ਹੈ ਤੁਹਾਡੇ ਨਾਲ, ਤ੍ਰਿਸ਼ਨਾ ਨੇ ਆਖਿਆ ਸੀ। ਮੈਂ ਸਮਝਿਆ ਕਿਤੇ ਅੱਜ ਉਹਨੇ ਮੈਨੂੰ ਵਿਆਹ ਲਈ ਪ੍ਰਪੋਜ਼ ਕਰਨਾ ਹੋਏਗਾ, ਜਿਹੜਾ ਇਉਂ ਹੋਟਲ 'ਚ ਬੁਲਾਇਆ। ਮੈਂ ਤਾਂ ਆਕਾਸ਼ 'ਚ ਉਡਾਰੀਆਂ ਮਾਰਨ ਲੱਗ ਪਿਆ, ਜਿਵੇਂ ਹਵਾ 'ਚ ਉੱਡ ਰਿਹਾ ਹੋਵਾਂ। ਮੈਂ ਉਚੇਚਾ ਤਿਆਰ ਹੋਣ ਲੱਗਾ ਸੀ, ਨਾਈ ਕੋਲੋਂ ਸ਼ੇਵ ਕਰਵਾਈ, ਆਪਣੀ ਜਾਨ ਵਧੀਆ ਤੋਂ ਵਧੀਆ ਕੱਪੜੇ ਪਾਏ, ਠੁਮਕਦਾ ਹੋਇਆ ਲੱਛੀ ਦੇ ਹੋਟਲ ਤੇ ਪਹੁੰਚ ਗਿਆ। ਉਹ ਦੋਵੇਂ ਪਹਿਲਾਂ ਇੱਕ ਕੈਬਿਨ 'ਚ ਬੈਠੀਆਂ ਹੋਈਆਂ ਸੀ। ਉਹਨਾਂ ਚਾਹ ਮੰਗਵਾਈ ਤੇ ਨਾਲ ਇੱਕ ਸਮੋਸਾ ਵੀ। ਚਾਹ ਪੀਂਦਿਆਂ ਤ੍ਰਿਸ਼ਨਾ ਨੇ ਹੌਲੀ-ਹੌਲੀ ਬੋਲ ਕੱਢੇ, ਰਾਮ ਜੀ, ਆਪਣੀ ਗੱਲ ਨਹੀਂ ਬਣ ਸਕਦੀ। ਮੈਂ ਵੀ ਜਾਣਦੀ ਹਾਂ ਕਿ ਤੁਹਾਡੇ ਜਿਹਾ ਸਾਥੀ ਮੈਨੂੰ ਸ਼ਾਇਦ ਹੀ ਮਿਲੇ ਜੀਵਨ 'ਚ, ਪਰ ਮੈਂ ਸੌਰੀ ਹਾਂ। ਮੇਰੀ ਤਾਂ ਸੁਣਦਿਆਂ ਹੀ ਉਹ ਹਾਲਤ ਹੋ ਗਈ, ਜਿਵੇਂ ਕੱਟੋ ਤਾਂ ਖੂਨ ਨਹੀਂ, ਜਿਵੇਂ ਕੋਈ ਉੱਡਦਾ ਪੰਛੀ ਧੈਂ ਦੇਣੇ ਜ਼ਮੀਨ ਤੇ ਆ ਡਿੱਗੇ। ਮੇਰੇ ਵਿੱਚ ਤਾਂ ਇਸ ਸਭ ਦਾ ਕਾਰਨ ਪੁੱਛਣ ਦੀ ਵੀ ਹਿੰਮਤ ਨਹੀਂ ਸੀ ਰਹੀ। ਚਾਹ ਪੀਂਦਿਆਂ ਮੇਰੇ ਨੱਕ ਤੇ ਮੁੜਕਾ ਸਿਮ ਆਇਆ ਸੀ, ਸਾਰਾ ਸਰੀਰ ਝੂਠਾ ਪੈ ਗਿਆ ਸੀ। ਚਲੋ ਠੀਕ ਹੈ, ਸਬੰਧ ਤਾਂ ਆਪਸੀ ਪਛਾਣ ਨਾਲ ਹੁੰਦੇ ਹੈ, ਜੇ ਮਨ ਨਹੀਂ ਮੰਨਦਾ ਤਾਂ ਮੱਲੋ ਜ਼ੋਰੀ ਨਹੀਂ ਜੋੜਿਆ ਜਾ ਸਕਦਾ। ਥੈਂਕ ਯੂ, ਆਖ ਮੈਂ ਹੋਟਲੋਂ ਬਾਹਰ ਆ ਗਿਆ। ਮੈਂ ਪਹਿਲਾਂ ਵੀ ਤਾਂ 2 ਇਸ਼ਕਾਂ 'ਚ ਨਾਕਾਮ ਹੋ ਗਿਆ ਹੋਇਆ ਸੀ, ਚਲੋ ਇਹ ਤੀਜਾ ਸਹੀ, ਮੈਂ ਮਨ 'ਚ ਸੋਚ ਗਿਆ। ਮੈਂ ਆਪਣੇ ਇੱਕ ਕਲਾਸਮੇਟ ਨਾਲ ਗੱਲ ਸਾਂਝੀ ਕੀਤੀ ਤਾਂ ਬੜੇ ਠਰਮੇ ਨਾਲ ਆਖਿਆ ਸੀ, ਰਾਮ ਭਾਈ, ਇਹੋ ਜਿਹੇ ਪ੍ਰੋਫੈਸ਼ਨਲ ਕੋਰਸਾਂ 'ਚ ਆਉਂਦਿਆਂ ਹੀ ਗੱਲ ਹੋਰ ਹੁੰਦੀ ਹੈ। ਜਦੋਂ ਕੋਰਸ ਪੂਰਾ ਹੋਣ ਨੇੜੇ ਆਉਂਦਾ, ਇਹਨਾਂ ਕੁੜੀਆਂ ਦੀਆਂ ਤਰਜੀਹਾਂ ਬਦਲ ਜਾਂਦੀਆਂ, ਫਿਰ ਮਸਲਾ ਵਧੀਆ ਚੁਆਇਸ ਦਾ ਹੋ ਜਾਂਦਾ। ਹੋ ਸਕਦਾ ਤੇਰੇ ਨਾਲੋਂ ਕੋਈ ਹੋਰ ਵਧੀਆ ਮੈਚ ਟੱਕਰ ਗਿਆ ਹੋਵੇ, ਹੋ ਸਕਦਾ ਘਰਦਿਆਂ ਨੇ ਕੋਈ ਢੁੱਚੜ ਡਾਹਤੀ ਹੋਵੇ। ਤੈਨੂੰ ਕੁੜੀਆਂ ਦਾ ਕੀ ਘੱਟ ਹੈ, ਪੜ੍ਹਿਆ ਲਿਖਿਆ, ਸੋਹਣਾ ਸੁਨੱਖਾ ਹੈ। ਬਸ ਹੁਣ ਤੂੰ ਨੌਕਰੀ ਭਾਲ, ਛੇਤੀ ਤੋਂ ਛੇਤੀ, ਭੁੱਲ ਜਾਏ ਸਭ ਨੂੰ। ਸਮਝ ਲਈ ਕੋਈ ਵਧੀਆ ਸੁਪਨਾ ਆਇਆ ਸੀ ਤੇ ਚੱਲ ਮੇਰੇ ਭਾਈ। ਮੈਨੂੰ ਜਲਦੀ ਇਸ ਸਾਕਾ ਭੁਲਾ ਗਿਆ ਸੀ। ਉਦੋਂ ਹੀ ਆਰੀਆ ਸਕੂਲਾਂ 'ਚ ਪੋਸਟਾਂ ਨਿਕਲੀਆਂ, ਮੈਂ ਵੀ ਅਰਜੀ ਦੇਤੀ। ਮੈਂ ਬਹੁ ਪੱਖੀ ਅਧਿਆਪਕ ਸਿੱਧ ਹੁੰਦਾ ਸੀ। FA ਸਾਇੰਸ ਨਾਲ ਕੀਤੀ ਹੋਣ ਕਰਕੇ ਮੈਂ ਹਿਸਾਬ ਸਾਇੰਸ ਵੀ ਮੈਟ੍ਰਿਕ ਤੱਕ ਪੜ੍ਹਾ ਸਕਦਾ ਸੀ। ਅਰਥ ਸ਼ਾਸਤਰ ਤੇ ਅੰਗਰੇਜ਼ੀ ਵੱਡੀਆਂ ਜਮਾਤਾਂ ਤੱਕ ਪੜ੍ਹਾ ਸਕਦਾ ਸੀ। ਹੋਰ ਤਾਂ ਹੋਰ ਪ੍ਰਭਾਕਰ ਕੀਤੀ ਹੋਣ ਕਾਰਨ ਮੈਂ ਹਿੰਦੀ ਦਾ ਵਿਸ਼ਾ ਵੀ ਵੱਡੀਆਂ ਜਮਾਤਾਂ ਨੂੰ ਪੜ੍ਹਾ ਸਕਦਾ ਸੀ। ਮੇਰੀ ਚੋਣ ਹੋਣੀ ਲਾਜ਼ਮੀ ਸੀ। ਇੰਟਰਵਿਊ ਵੇਲੇ ਮੈਨੂੰ ਚੁਣ ਲਿਆ ਗਿਆ ਸੀ। ਹੁਣ ਮੈਂ ਵੱਡੇ ਸਕੂਲ ਦਾ ਅਧਿਆਪਕ ਬਣ ਗਿਆ ਸੀ। ਮੇਰੇ ਹਾਸੇ ਮਜ਼ਾਕ ਦੀ ਆਦਤ ਤੇ ਮਿਹਨਤੀ ਸੁਭਾਅ ਹੋਣ ਕਾਰਨ ਥੋੜੇ ਸਮੇਂ 'ਚ ਹੀ ਜਲਦੀ ਚੰਗੇ ਅਧਿਆਪਕ ਦੇ ਰੂਪ 'ਚ ਮੇਰੀ ਪੈਂਠ ਬਣ ਗਈ। ਮੈਂ ਇੱਕ ਪ੍ਰਸਿੱਧ ਅਧਿਆਪਕ ਬਣ ਗਿਆ ਸਾਂ। ਹਿਸਾਬ ਤੇ ਅੰਗਰੇਜ਼ੀ ਪੜ੍ਹਾਉਣ 'ਚ ਮੇਰੀ ਚੜ੍ਹਤ ਹੋ ਗਈ ਸੀ। ਜਿਹੜਾ ਵਿਦਿਆਰਥੀ ਕਿਸੇ ਅਧਿਆਪਕ ਤੋਂ ਨਹੀਂ ਸੀ ਚੱਲਦਾ, ਉਹ ਸੌਖਿਆਂ ਹੀ ਮੇਰੇ ਕੋਲ ਆ ਕੇ ਵਿਸ਼ੇ ਨੂੰ ਪਾਸ ਕਰ ਜਾਂਦਾ ਸੀ। ਹਿਸਾਬ ਵਰਗੇ ਔਖੇ ਵਿਸ਼ੇ ਨੂੰ ਮੈਂ ਬਹੁਤ ਸੌਖੇ ਢੰਗ ਨਾਲ ਸਮਝਾ ਸਕਦਾ ਸੀ। ਪਿਤਾ ਦੇ ਚੱਜ ਪਹਿਲਾਂ ਵਾਲੀ ਸੀ, ਉਹਨੂੰ ਹੁਣ ਜੂਆ ਖੇਡਣ ਦੀ ਆਦਤ ਵੀ ਪੈ ਗਈ ਸੀ। ਦੁਕਾਨ 'ਚੋਂ ਪੈਸੇ ਅਸਾਮੀਆਂ ਦੇ ਨਾਮ ਪਾ ਆਪ ਹੀ ਵਰਤੀ ਜਾਂਦਾ। 1-2 ਵਾਰੀ ਫੇਰਾ ਫੇਰੀ ਫੜੀ ਗਈ। ਪੁਲਿਸ ਕੇਸ ਤਾਂ ਅਗਲਿਆਂ ਨਾ ਬਣਾਇਆ, ਉਂਝ ਨੌਕਰੀਆਂ ਜਵਾਬ ਦੇ ਦਿੱਤਾ। ਸਾਰਾ ਟੱਬਰ ਹੀ ਮੇਰੇ ਕੋਲ ਇਕੱਠਾ ਹੋਇਆ ਸੀ। 2 ਕਮਰਿਆਂ ਵਾਲਾ ਘਰ ਮੈਂ ਲੈ ਲਿਆ ਸੀ। ਮਾਂ, ਪਿਤਾ, ਤਿੰਨੋਂ ਛੋਟੇ ਭਰਾ ਮੇਰੇ ਕੋਲ ਆ ਗਏ। ਇੱਕ ਜਣੇ ਦੀ ਤਨਖਾਹ ਤੇ 6 ਖਾਣ ਵਾਲੇ। ਮੈਂ ਦਿਨ ਰਾਤ ਮਿਹਨਤ ਕਰਦਾ। ਮੈਂ MA ਹਿੰਦੀ ਦੀ ਪੜ੍ਹਾਈ ਵੀ ਸ਼ੁਰੂ ਕਰਤੀ ਸੀ। ਮੈਂ ਮਸ਼ੀਨ ਹੀ ਤਾਂ ਬਣਿਆ ਹੋਇਆ ਸੀ ਉਨੀ ਦਿਨੀ। ਪਿਤਾ ਨੇ ਫਿਰ ਤੁਰ ਕੇ ਇੱਕ ਦੇਸੀ ਸ਼ਰਾਬ ਦੇ ਠੇਕੇ ਤੇ ਕੰਮ ਲੱਭ ਲਿਆ ਸੀ। ਮੱਦੀ ਕਾਲਜ 'ਚ ਪੜ੍ਹਨ ਲੱਗ ਗਿਆ ਸੀ। ਮਹਿੰਦਰ ਮੇਰੇ ਵਾਲੇ ਸਕੂਲ 'ਚ 9ਵੀਂ 'ਚ ਦਾਖਲ ਹੋ ਗਿਆ ਸੀ। ਸੱਤੀ ਮੋਗੇ ਦੇ ਵਾਜੇ ਵਾਲਿਆਂ ਨਾਲ ਹੀ ਬਹਿਣ ਉੱਠਣ ਲੱਗ ਪਿਆ ਸੀ। ਉਨੀ ਦਿਨੀ ਮੇਰੇ ਰਿਸ਼ਤੇ ਦੀ ਗੱਲ ਚੱਲਣ ਲੱਗ ਪਈ। ਸਾਡੇ ਇੱਕ ਰਿਸ਼ਤੇਦਾਰ ਨੇ ਲੁਧਿਆਣੇ ਦੇ ਇੱਕ ਪਰਿਵਾਰ ਦੀ ਦੱਸ ਪਾਈ। ਉਹ ਕੁੜੀ ਉਹਦੇ ਦੋਸਤ ਦੀ ਭੈਣ ਸੀ ਤੇ ਲੁਧਿਆਣੇ ਦੇ ਇੱਕ ਸਕੂਲ 'ਚ ਹੀ ਪੜ੍ਹਾਉਂਦੀ ਸੀ। ਮੈਂ ਤੇ ਆਤਮਾ ਕੁੜੀ ਵੇਖਣ ਗਏ। ਪਹਿਲੀ ਨਜ਼ਰੇ ਮੈਨੂੰ ਕੁੜੀ ਬਹੁਤ ਜੱਚੀ ਨਹੀਂ ਸੀ, ਪਰ ਆਤਮੇ ਨੇ ਝੱਟ ਹੀ ਕਹਿਤਾ, ਠੀਕ ਹੈ ਜੀ, ਠੀਕ ਹੈ, ਲਿਆਓ ਫੜਾਓ 1 ਰੁਪਈਆ, ਸਾਨੂੰ ਰਿਸ਼ਤਾ ਮਨਜ਼ੂਰ ਹੈ। ਮੈਂ ਕੀ ਆਖਦਾ, ਰਿਸ਼ਤਾ ਹੋ ਗਿਆ। ਅਗਲਿਆਂ ਫਲ, ਮਠਿਆਈ ਤੇ ਹੋਰ ਨਿੱਕ ਸੁੱਕ ਲਿਆ ਇਕੱਠਾ ਕੀਤਾ। ਆ ਕੇ ਮਾਂ ਪਿਤਾ ਨੂੰ ਦੱਸਦਾ ਕਿ ਰਿਸ਼ਤਾ ਹੋ ਗਿਆ ਸੀ। ਸਾਥੋਂ ਬਗੈਰ ਹੀ ਰਿਸ਼ਤਾ ਕਰ ਆਏ ਤੁਸੀਂ, ਮਾਂ ਨੇ ਹਿਰਕ ਕੇ ਕਿਹਾ ਸੀ। ਪਰ ਮੈਂ ਹੁਣ ਪੂਰਾ ਕਮਾਊ ਸਾਂ, ਮਾਂ ਦੀ ਗੱਲ ਕਿਹਨੇ ਸੁਣਨੀ ਸੀ। ਆਤਮੇ ਦੀ ਬਹੂ ਵਾਲੀਆਂ ਟੂਮਾਂ ਮੇਰੀ ਪਤਨੀ ਨੂੰ ਢੋਤੀਆਂ ਗਈਆਂ। ਵਿਆਹ ਹੋ ਗਿਆ, ਮੇਰਾ ਵੀ ਪਰਿਵਾਰਕ ਜੀਵਨ ਸ਼ੁਰੂ ਹੋ ਗਿਆ ਸੀ। ਪਿੰਡ ਸਾਡੇ ਗੁਆਂਢ 'ਚ ਇੱਕ ਤਾਈ ਚਮੇਲੀ ਰਹਿੰਦੀ ਹੁੰਦੀ। ਉਹ ਜਦੋਂ ਵੀ ਸਵੇਰੇ ਮੰਦਰ ਜਾਂਦੀ, ਸਾਡੇ ਆਤਮੇ ਵਾਲੇ ਘਰ ਅੱਗਿਓਂ ਲੰਘ ਕੇ ਜਾਂਦੀ। ਉਸ ਨਾਲ ਸਾਡਾ ਬਹੁਤ ਮੋਹ ਸੀ। ਉਹ ਮੇਰੀ ਭਰਜਾਈ ਨੂੰ ਦੇਖਦੀ ਤਾਂ ਹਰ ਰੋਜ਼ ਇਹੋ ਆਖਦੀ, ਸਾਊ ਪੁੱਤਾਂ ਦੀ ਤਾਂ ਜੋੜੀ ਚਾਹੀਦੀ ਹੈ, ਇਕੱਲੇ ਪੁੱਤ ਦੀ ਮਾਂ ਤਾਂ ਉਈਂ ਅੰਨੀ ਹੁੰਦੀ ਹੈ।
ਜੋੜੀ ਬਣਾਓ ਤੁਸੀਂ, ਆਪਸ 'ਚ ਖੇਡਣ ਨੂੰ ਦੋ ਭਰਾ ਤਾਂ ਚਾਹੀਦੇ ਨੇ। ਭਰਜਾਈ ਭਰਾ ਨੇ ਹਿੰਮਤ ਕੀਤੀ। ਜੋੜੀ ਬਣਾਉਂਦਿਆਂ ਬਣਾਉਂਦਿਆਂ ਦੋ ਧੀਆਂ ਹੋਰ ਆ ਗਈਆਂ। ਆਖਰ 6ਵੇਂ ਨੰਬਰ ਤੇ ਦੂਜਾ ਪੁੱਤ ਜੰਮਿਆ। ਭਰਾ ਤੇ ਹੁਣ 6 ਜਵਾਕ ਹੋ ਗਏ ਸੀ। ਉਹਦਾ ਕੰਮ ਹੀ ਇਹੋ ਜਿਹਾ ਸੀ, ਡਰਾਈਵਰਾਂ ਨਾਲ ਵਾਹ ਪੈਂਦਾ। ਆਤਮਾ ਬਹੁਤ ਸ਼ਰਾਬ ਪੀਣ ਲੱਗ ਪਿਆ ਸੀ। ਗੱਡੀ ਇੰਨੀ ਤੇਜ਼ ਚਲਾਉਂਦਾ ਕਿ ਸਾਰਾ ਪਿੰਡ ਥਰ ਥਰ ਕੰਬਦਾ। ਜਵਾਕਾਂ ਦੀ ਭੀੜ 'ਚ ਭਰਜਾਈ ਅੱਡ ਦਰੜੀ ਰਹਿੰਦੀ। ਅਸੀਂ ਆਪੋ ਆਪਣੇ ਟੱਬਰਾਂ ਦੀ ਗੱਡੀ ਧੂ ਰਹੇ ਸੀ। ਕਿਸੇ ਕੋਲ ਇੱਕ ਦੂਜੇ ਨੂੰ ਦੇਖਣ ਮਿਲਣ ਦੀ ਵੇਲ ਵੀ ਨਹੀਂ ਸੀ ਰਹੀ। ਅੰਗ 11ਵਾਂ। ਸ਼ਹਿਰ ਦੇ ਮਸ਼ਹੂਰ ਤੇ ਵੱਡੇ ਸਕੂਲ ਦਾ ਸਫਲ ਅਧਿਆਪਕ ਹੋਣ ਨਾਤੇ ਮੇਰੀ ਜਾਣ ਪਛਾਣ ਮੋਤਬਰ ਲੋਕਾਂ ਨਾਲ ਹੋ ਗਈ ਸੀ। ਅਮੀਰ ਘਰਾਂ ਦੇ ਮੁੰਡੇ ਮਾਪਿਆਂ ਕੋਲ ਜਾ ਕੇ ਮੇਰੀ ਪ੍ਰਸ਼ੰਸਾ ਕਰਦੇ। ਮੇਰੇ ਵਧੀਆ ਪੜ੍ਹਾਉਣ ਤੇ ਚੰਗਾ ਅਧਿਆਪਕ ਹੋਣ ਦੀ ਗੱਲ ਸਾਰੇ ਸ਼ਹਿਰ 'ਚ ਧੁੰਮ ਗਈ ਸੀ। ਮਾਪੇ ਇੱਕ ਦੂਸਰੇ ਕੋਲ ਮੇਰੇ ਨਾਂ ਦੀ ਸਿਫਾਰਿਸ਼ ਕਰਦੇ। 10ਵੀਂ ਤੱਕ ਦੇ ਹਿਸਾਬ ਅੰਗਰੇਜ਼ੀ 'ਚ ਮਾਸਟਰ ਰਾਮ ਦੀ ਝੰਡੀ ਹੈ ਬਈ। ਕਮਜ਼ੋਰ ਤੋਂ ਕਮਜ਼ੋਰ ਬੱਚੇ ਨੂੰ ਵੀ ਪਾਰ ਲਾ ਦਿੰਦਾ ਹੈ। ਵਿਸ਼ੇ ਨੂੰ ਇਉਂ ਸੁਖਾਲੇ ਤਰੀਕੇ ਨਾਲ ਸਮਝਾਉਂਦਾ ਹੈ ਕਿ ਬੁੱਝ ਤੋਂ ਬੁੱਝ ਬੱਚੇ ਦੇ ਖਾਨੇ 'ਚ ਵੀ ਪਾ ਦਿੰਦਾ ਹੈ। ਇਸ ਪ੍ਰਚਾਰ ਦਾ ਮੈਨੂੰ ਇਹ ਲਾਭ ਹੋਇਆ ਕਿ ਦੂਸਰੇ ਸਕੂਲਾਂ ਦੇ ਮੁੰਡੇ ਕੁੜੀਆਂ ਵੀ ਟਿਊਸ਼ਨ ਪੜ੍ਹਨ ਲਈ ਮੈਨੂੰ ਤਰਜੀਹ ਦੇਣ ਲੱਗ ਪਏ ਸਨ। ਮੈਂ ਦਿਨ ਰਾਤ ਚਰਖੜੀ ਵਾਂਗੂ ਘੁੰਮਦਾ, ਨਾ ਖਾਣ ਦੀ ਸੁੱਧ ਨਾ ਪੀਣ ਦੀ ਸੁਰਤ। MA ਦੀ ਪੜ੍ਹਾਈ ਵੀ ਨਾਲੋਂ ਨਾਲ ਚੱਲਦੀ। ਸਵੇਰੇ 4 ਵਜੇ ਉੱਠ ਕੇ ਮੈਂ ਰਾਤੀ 11 ਵਜੇ ਤੱਕ ਕੋਹਲੂ ਦੇ ਬਲਦ ਵਾਂਗ ਕੰਮ 'ਚ ਜੁਟਿਆ ਰਹਿੰਦਾ। ਸਾਲ ਕੁ ਬਾਅਦ ਹੀ ਮੇਰੇ ਘਰ ਪਹਿਲੀ ਕੰਨਿਆ ਆ ਗਈ ਸੀ। ਮੈਂ ਉਹਦਾ ਨਾਮ ਆਪ ਹੀ ਤ੍ਰਿਸ਼ਨਾ ਰੱਖਿਆ। ਅਗਲੇ ਸਾਲ ਹੀ ਦੂਜੀ ਧੀ ਵੀ ਆ ਗਈ, ਅੰਚਲਾ। ਮਾਂ ਦੁਖੀ ਜ਼ਰੂਰ ਹੁੰਦੀ ਪਰ ਮੇਰੇ ਮੂਹਰੇ ਕੁਸਕਦੀ ਨਾ। ਜੇ ਮੈਂ ਕੋਲ ਹੁੰਦਾ ਤਾਂ ਬਸ ਇੰਨਾ ਹੀ ਆਖਦੀ, ਚੱਲ ਧੀਆਂ ਦਾ ਕੀ ਹੈ, ਭਾਗਾਂ ਵਾਲੀਆਂ ਹੋਣ। ਹੁਣ ਧੀਆਂ ਪੁੱਤਾਂ 'ਚ ਕਾਹਦਾ ਫਰਕ ਹੈ, ਜ਼ਮਾਨਾ ਬਦਲ ਗਿਆ। ਦੂਸਰੀ ਧੀ ਦੇ ਆਉਣ ਤੇ ਮੈਂ MA ਪਾਸ ਕਰ ਗਿਆ ਸੀ। ਮਨ 'ਚ ਇੱਛਾ ਸੀ ਕਿ ਕਿਸੇ ਕਾਲਜ 'ਚ ਪੜ੍ਹਾਉਣ ਲੱਗ ਪਵਾਂ ਤੇ ਟੱਬਰ ਦੀ ਪ੍ਰਤਿਸ਼ਠਾ ਵੱਧ ਜਾਏ। ਇੱਕ ਅੱਥਾਂ ਅਰਜ਼ੀ ਭੇਜੀ ਵੀ, ਪਰ ਫਿਰ ਪੜ੍ਹ ਰਹੇ ਛੋਟੇ ਭਰਾਵਾਂ ਤੇ ਮਾਪਿਆਂ ਦੀ ਮਜਬੂਰੀ ਕਾਰਨ ਦੜ ਵੱਟ ਗਿਆ ਸਾਂ। MA ਹਿੰਦੀ 'ਚੋਂ ਮੇਰੇ ਚੰਗੇ ਅੰਕ ਆਏ ਸਨ। ਚਾਹੁੰਦਾ ਤਾਂ ਆਪਣੀ ਲੀਹ ਬਦਲ ਕੇ ਮਾਸਟਰ ਤੋਂ ਪ੍ਰੋਫੈਸਰ ਬਣ ਜਾਂਦਾ, ਪਰ ਛੋਟਿਆਂ ਦੀ ਪੜ੍ਹਾਈ ਕਰਕੇ ਚੁੱਪ ਰਿਹਾ। ਸ਼ਹਿਰ 'ਚ ਚੰਗਾ ਅਧਿਆਪਕ ਹੋਣ ਨਾਤੇ ਮੈਨੂੰ ਚੰਗੇ ਚੰਗੇ ਘਰਾਂ ਤੋਂ ਵਿਆਹ ਸ਼ਾਦੀਆਂ ਵੇਲੇ ਸੱਦਾ ਪੱਤਰ ਆਉਣ ਲੱਗ ਪਏ ਸਨ। ਮੈਂ ਵਿਆਹ 'ਚ ਸ਼ਾਮਲ ਹੋਣ ਲਈ ਜਾਂਦਾ ਤਾਂ ਅਗਾਂਹ ਸੱਤੀ ਬੈਂਡ ਬਾਜੇ ਵਾਲਿਆਂ ਦੀ ਵਰਦੀ ਪਹਿਨੀ ਉੱਥੇ ਡਟ ਕੇ ਖਲੋਤਾ ਹੁੰਦਾ। ਮੈਨੂੰ ਬਹੁਤ ਸ਼ਰਮ ਆਉਂਦੀ, ਪਰ ਮੈਂ ਉਸ ਨੂੰ ਦੇਖ ਕੇ ਵੀ ਅਣਦੇਖਿਆ ਕਰ ਜਾਂਦਾ। ਮਨੋ ਮਨੀ ਬਹੁਤ ਦੁਖੀ ਹੁੰਦਾ। ਲੈ, ਦੇਖਣ ਵਾਲੇ ਕੀ ਸੋਚਦੇ ਹੋਣਗੇ, ਐਡੇ ਚੰਗੇ ਘਰ ਦਾ ਧੀ ਪੁੱਤ ਬਾਜੇ ਵਾਲਿਆਂ ਨਾਲ ਧੱਕੇ ਖਾਂਦਾ ਫਿਰਦਾ। ਇਹਨੇ ਵੀ ਸਾਲੇ ਨੇ ਉਸੇ ਵਿਆਹ 'ਚ ਪਹੁੰਚਣਾ ਹੁੰਦਾ ਜਿੱਥੇ ਮੈਂ ਜਾਣਾ ਹੁੰਦਾ, ਨਹੀਂ ਤਾਂ ਬੰਦਾ ਦੇਖ ਕੇ ਅੱਗੇ ਪਿੱਛੇ ਹੀ ਹੋ ਜਾਏ। ਮੈਂ ਕ੍ਰਿਜ ਕ੍ਰਿਜ ਕੇ ਸੋਚਦਾ। ਘਰ ਆ ਕੇ ਮੈਂ ਉਸ ਨਾਲ ਲੜਦਾ, ਤੂੰ ਉੱਥੇ ਹੀ ਜਾਣਾ ਹੁੰਦਾ ਜਿੱਥੇ ਮੈਂ ਜਾਣਾ ਹੁੰਦਾ। ਇਹ ਸਾਲੀ ਚੰਮ ਜੂੰ ਪਤਾ ਨਹੀਂ ਕਦੋਂ ਮਗਰੋਂ ਲੱਥੂ। ਸੱਤੀ ਮੇਰੀਆਂ ਗਾਲਾਂ ਮੁੱਕੇ ਖਾ ਕੇ ਵੀ ਚੁੱਪ ਕਰ ਰਹਿੰਦਾ, ਢਿੱਠਾਂ ਵਾਂਗ ਖੜਾ ਸੁਣਦਾ ਰਹਿੰਦਾ। ਜਿਵੇਂ ਬਹੁਤਾ ਹੀ ਤੱਤਾ ਹੁੰਦਾ ਤਾਂ ਕੰਨਾਂ ਨੂੰ ਹੱਥ ਲਾਉਣ ਲੱਗ ਪੈਂਦਾ। ਹੁਣ ਨਹੀਂ ਜਾਂਦਾ, ਆਹ ਲਾਏ ਕੰਨਾਂ ਨੂੰ ਹੱਥ, ਉਹ ਆਖਦਾ, ਪਰ ਅਗਲੇ ਕਿਸੇ ਵਿਆਹ ਤੇ ਫਿਰ ਉਹ ਗੱਲ ਦੁਹਰਾਈ ਜਾਂਦੀ। ਅਸਲ 'ਚ ਉਹਨੂੰ ਵਿਆਹ ਸ਼ਾਦੀ 'ਚ ਲੱਪ ਗੜੱਪੀ ਖਾਣ ਦੀ ਆਦਤ ਪੈ ਗਈ ਹੋਈ ਸੀ। ਉੱਥੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਖਾਣ, ਦਾਰੂ ਪੀਣ ਤੇ ਕੁਝ ਪੈਸੇ ਮਿਲ ਜਾਣ ਕਾਰਨ ਉਹ ਬਹੁਤ ਲਾਲਚੀ ਹੋ ਗਿਆ ਸੀ। ਉੱਥੇ ਰੱਜ ਕੇ ਖਾਂਦਾ ਪੀਂਦਾ, ਪੈਸੇ ਪਜਾਮੇ ਦੇ ਨਿਫੇ 'ਚ ਘਸੋੜ ਲੈਂਦਾ, ਕਦੀ ਕਦੀ ਮਾਂ ਨੂੰ ਵੀ ਫੜਾ ਦਿੰਦਾ। ਉਹਨਾਂ ਪੈਸਿਆਂ ਨਾਲ ਹੀ ਉਹਦੇ ਲਈ ਕੱਪੜਾ ਲੀੜਾ ਬਣਵਾ ਦਿੰਦੀ। ਪਿਤਾ ਨਾਲ ਦੇ ਪਿੰਡ 'ਚ ਦੇਸੀ ਸ਼ਰਾਬ ਦੇ ਠੇਕੇ ਤੇ ਕੰਮ ਕਰਨ ਲੱਗ ਪਿਆ ਸੀ। ਉੱਥੇ ਸ਼ਰਾਬ 'ਚ ਪਾਣੀ ਮਿਲਾਉਣ ਦਾ ਕੰਮ ਕਰਨ ਲੱਗ ਪਿਆ। ਇਸ ਤਰ੍ਹਾਂ ਉਹਨੂੰ ਹੋਰ ਪੈਸੇ ਬਚਣ ਲੱਗ ਪਏ ਸਨ। ਟੁੱਟੇ ਹੋਏ ਸ਼ਰਾਬੀ ਉਹਨੂੰ ਠੇਕੇਦਾਰ ਆਖ ਬੁਲਾਉਂਦੇ। ਉਹ ਠੇਕੇਦਾਰ ਸ਼ਬਦ ਸੁਣ ਕੇ ਤਿੜਿਆ ਰਹਿੰਦਾ। ਪਾਣੀ ਮਿਲੀ ਰਾਬ ਕਾਰਨ ਸ਼ਰਾਬੀਆਂ ਨੂੰ ਪੂਰਾ ਨਸ਼ਾ ਨਾ ਚੜ੍ਹਦਾ ਤਾਂ ਉਹ ਲਾਂਭਾ ਦਿੰਦੇ, ਠੇਕੇਦਾਰਾ ਸ਼ਰਾਬ ਦੀ ਥਾਂ ਪਾਣੀ ਪਿਲਾਉਂਦਾ ਰਹਿਣਾ। ਪਾਣੀ ਤਾਂ ਯਾਰ ਅਸੀਂ ਪੰਪ ਤੋਂ ਹੀ ਪੀ ਲਿਆ ਕਰਾਂਗੇ, ਤੂੰ ਕਾਹਨੂੰ ਤਕਲੀਫ ਕਰਦਾ। ਪਿਤਾ ਉਹਨਾਂ ਦੀ ਗੱਲ ਸੁਣ ਕੇ ਸਹੁੰ ਖਾਣ ਲੱਗ ਪੈਂਦਾ। ਆਖਦਾ, ਆਪਾਂ ਨੂੰ ਤਾਂ ਆਪਣੇ 5 ਜਵਾਕਾਂ ਦੀ ਸਹੁੰ ਹੈ, ਜਿੱਤੇ ਪਾਣੀ ਦੀ ਵੀ ਪਾਈ ਹੋਵੇ ਕਦੇ। ਪਿੱਛੇ ਹੀ ਇਹੋ ਜਿਹੀ ਆਉਂਦੀ ਆ ਅੱਜ ਕੱਲ੍ਹ ਸ਼ਰਾਬ, ਸਾਡੇ ਕੁਛ ਹੱਥ ਵੱਸ ਨਹੀਂ। ਇੱਕ ਦਿਨ 4 ਸ਼ਰਾਬੀ ਮੁੰਡੇ ਪਿਤਾ ਨਾਲ ਖੈਬੜ ਪਏ। ਝਗੜਾ ਹੋ ਗਿਆ। ਉਹਨਾਂ ਪਿਤਾ ਨੂੰ ਕੁੱਟ ਕੱਢਿਆ, ਉਹਦਾ ਸਮਾਨ ਭੰਨਤਾ, 2-4 ਬੋਤਲਾਂ ਵੀ ਤੋੜਤੀਆਂ। ਠੇਕੇਦਾਰ ਆਇਆ, ਉਹਨੇ ਪਿਤਾ ਨੂੰ ਕੰਮੋਂ ਜਵਾਬ ਦੇ ਦਿੱਤਾ। ਪਿਤਾ ਘਰ ਮੁੜ ਆਇਆ। ਉਹਦੇ ਮੂੰਹ ਤੇ ਥਾਂ ਥਾਂ ਘਰੂਟਾਂ ਦੇ ਨਿਸ਼ਾਨ ਸੀ। ਇੱਕ ਅੱਖ ਸੁੱਜੀ ਹੋਈ ਸੀ ਤੇ ਉਸ ਤੇ ਬਹੁਤ ਵੱਡਾ ਨੀਲ ਪਿਆ ਹੋਇਆ ਸੀ।
ਇਹ ਸਾਰੀਆਂ ਗੱਲਾਂ ਪਿਤਾ ਨੂੰ ਘਰ ਛੱਡਣ ਆਏ ਠੇਕੇਦਾਰ ਨੇ ਮੈਨੂੰ ਦੱਸੀਆਂ। ਮੈਨੂੰ ਬਹੁਤ ਕੋਫਤ ਮਹਿਸੂਸ ਹੋਣ ਲੱਗੀ। ਗਲਾਜ਼ਤ ਜਿਹੀ ਵੀ ਮਨ 'ਚ ਪੈਦਾ ਹੋਈ। ਮੈਂ ਕ੍ਰੋਧ ਨਾਲ ਭਰੇ ਹੋਏ ਕੇਵਲ ਇੰਨਾ ਹੀ ਕਿਹਾ, ਤੁਸੀਂ ਕਿਉਂ ਸਾਰੇ ਰਲ ਕੇ ਮੇਰਾ ਖੂਨ ਚੂਸਣ ਤੇ ਲੱਗੇ ਹੋਏ ਆ? ਮੈਨੂੰ ਕਿਉਂ ਆਰਾਮ ਨਾਲ ਜਿਉਣ ਨਹੀਂ ਦਿੰਦੇ? ਕਿਸੇ ਦੀ ਔਲਾਦ ਬਦਲੇ ਲੈਂਦੀ ਹੁੰਦੀ ਆ ਤੇ ਇੱਥੇ ਮਾਪੇ ਲਹੂ ਪੀਣੇ ਬਣੇ ਹੋਏ ਆ। ਉਸ ਤੋਂ ਬਾਅਦ ਪਿਤਾ ਨੂੰ ਕੰਮ ਲੱਭਣ ਦਾ ਉਤਸ਼ਾਹ ਹੀ ਨਾ ਰਿਹਾ। ਠੇਕੇ ਵਾਲੀ ਘਟਨਾ ਨੂੰ ਹਾਲੇ ਕੁਝ ਦਿਨ ਹੀ ਹੋਏ ਸੀ ਕਿ ਇੱਕ ਅਧਖੜ ਉਮਰ ਦਾ ਜੱਟ ਮੇਰਾ ਘਰ ਪੁੱਛਦਾ ਪੁਛਾਉਂਦਾ ਆ ਗਿਆ। ਆ ਕੇ ਕਹਿਣ ਲੱਗਾ, ਭਾਈ ਠੇਕੇਦਾਰ ਨੇ ਮੈਥੋਂ ਉੱਥੇ ਬਹਿਣ ਲਈ ਕੁਰਸੀ ਲਈ ਸੀ, ਆਉਂਦਾ ਹੋਇਆ ਮੁੜ ਕੇ ਨਹੀਂ ਆਇਆ। ਮੈਂ ਤਾਂ ਉਹ ਕੁਰਸੀ ਬਾਰੇ ਪੁੱਛਣ ਆਇਆ ਸੀ। ਸਬੱਬੀ ਛੁੱਟੀ ਦਾ ਦਿਨ ਸੀ ਤੇ ਮੈਂ ਘਰ ਹੀ ਸੀ। ਉਹਦੀ ਗੱਲ ਸੁਣਦਿਆਂ ਅਸੀਂ ਸੋਚਾਂ 'ਚ ਪੈ ਗਏ, ਪਰ ਝੱਟ ਹੀ ਕਹਿਤਾ, ਕੋਈ ਨਹੀਂ ਸਰਦਾਰ ਜੀ, ਕੋਈ ਗੱਲ ਨਹੀਂ, ਤੁਸੀਂ ਆ ਸਾਡੇ ਵਾਲੀ ਕੁਰਸੀ ਲੈ ਜਾਓ। ਮੈਂ ਘਰ ਪਈ ਇੱਕ ਕੁਰਸੀ ਉਹਨੂੰ ਚੁਕਾਤੀ। ਉਹ ਕੁਰਸੀ ਸਿਰ ਤੇ ਲੱਦ ਤੁਰਦਾ ਬਣਿਆ ਸੀ। ਪਿਤਾ ਨੂੰ ਪੁੱਛਿਆ ਤਾਂ ਉਹ ਕਹਿਣ ਲੱਗਾ, ਐਵੇਂ ਸਾਲੇ ਮੂੰਹ ਚੁੱਕ ਕੇ ਤੁਰੀ ਆਉਂਦੇ ਐ। ਮੈਂ ਕੁਰਸੀ ਸਿਰ ਤੇ ਤਾਂ ਨਹੀਂ ਚੁੱਕ ਲਿਆ, ਉੱਥੇ ਪਈ ਹੋਣੀ ਆ ਕਿਤੇ। ਪਰ ਤੁਸੀਂ ਆਪਣੇ ਹੱਥ ਨਾਲ ਮੋੜ ਕੇ ਕਿਉਂ ਨਹੀਂ ਆਏ ਭਲਾ? ਅਗਲੇ ਦੀ ਚੀਜ਼ ਲਈ ਸੀ ਤਾਂ ਆਉਂਦੇ ਹੋਏ ਮੋੜ ਕੇ ਆਉਂਦੇ। ਮੈਂ ਗੁੱਸੇ ਨਾਲ ਕੰਬਦੇ ਨੇ ਕਿਹਾ, ਕੁਰਸੀ ਦੀ ਉਦੋਂ ਕਿਹਨੂੰ ਸੁੱਝਦੀ ਸੀ? ਮੈਂ ਤਾਂ ਮਸਾਂ ਜਾਨ ਬਚਾ ਕੇ ਆਇਆ। ਮੁੰਡਿਆਂ ਨੇ ਤਾਂ ਮੈਨੂੰ ਮਾਰ ਹੀ ਦੇਣਾ ਸੀ। ਨਸ਼ੀਆਂ ਦਾ ਕਿਹੜਾ ਕੋਈ ਧਰਮ ਹੁੰਦਾ? ਪਿਤਾ ਬੋਲਿਆ ਸੀ। ਪਾਣੀ ਪਾਉਣ ਵਾਲਿਆਂ ਦਾ ਹੀ ਧਰਮ ਹੁੰਦਾ, ਬੇਈਮਾਨੀ ਕਰਨ ਵਾਲਿਆਂ ਦਾ ਹੀ ਧਰਮ ਹੁੰਦਾ। ਮੇਰੇ ਕੋਲੋਂ ਗੁੱਸੇ 'ਚ ਕਹਿ ਹੋ ਗਿਆ ਸੀ ਤੇ ਮੈਨੂੰ ਤਾਂਗੜ ਬੋਲਦਿਆਂ ਸੁਣ ਪਿਤਾ ਆਖਰ ਚੁੱਪ ਵੱਟ ਗਿਆ ਸੀ। ਮੈਂ ਸੱਤੀ ਦਾ ਖਹਿੜਾ ਬਾਜੇ ਵਾਲਿਆਂ ਕੋਲੋਂ ਛੁਡਾਉਣਾ ਚਾਹੁੰਦਾ ਸੀ। ਇਸ ਤਰ੍ਹਾਂ ਤਾਂ ਰੋਜ਼ ਵਿਆਹ ਸ਼ਾਦੀਆਂ ਵੇਲੇ ਬਹੁਤ ਸ਼ਰਮਸਾਰੀ ਝੱਲਣੀ ਪੈਂਦੀ ਸੀ। ਇੱਕ ਵਾਰੀ ਮਾਸੀ ਦੀ ਧੀ ਦਾ ਵਿਆਹ ਸੀ। ਸਾਰੇ ਰਿਸ਼ਤੇਦਾਰ ਆਏ ਹੋਏ ਸੀ। ਸਾਡਾ ਪਰਿਵਾਰ ਵੀ ਸ਼ਾਦੀ 'ਚ ਸ਼ਾਮਲ ਹੋਇਆ ਸੀ। ਗਾਂ ਬਾਜੇ ਵਾਲਿਆਂ ਨਾਲ ਸੱਤੀ ਆਇਆ ਖਲੋਤਾ ਸੀ। ਹਰ ਕੋਈ ਉਹਨੂੰ ਦੇਖ ਕੇ ਆਖਦਾ, ਆਹ ਤਾਂ ਤੁਹਾਡਾ ਸੱਤੀ ਲੱਗਦਾ, ਇਹ ਵਾਜਾ ਵਜਾਉਂਦਾ। ਆਪਣੇ ਦੀ ਥਾਂ ਤੁਹਾਡਾ ਸੱਤੀ ਸੁਣ ਕੇ ਮੇਰਾ ਦਿਲ ਪੱਛਿਆ ਗਿਆ ਸੀ। ਮੇਰਾ ਤਾਂ ਉੱਥੇ ਖੜੇ ਖਲੋਤੇ ਦਾ ਮਰਨ ਹੀ ਹੋ ਗਿਆ ਸੀ। ਮੈਂ ਉਹਦੇ ਕੋਲ ਜਾ ਕੇ ਉਹਦੇ ਢਿੱਡ 'ਚ ਇੱਕ ਮੁੱਕੀ ਜੜੀ, ਪਰ ਉਹ ਵਾਜਾ ਚੁੱਕੀ ਉੱਥੇ ਦਾ ਉੱਥੇ ਹੀ ਡਟਿਆ ਰਿਹਾ। ਉਸ ਰਾਤ ਬਹੁਤ ਜੱਗ ਹਸਾਈ ਹੋਈ। ਬਾਕੀਆਂ ਦਾ ਤਾਂ ਪਤਾ ਨਹੀਂ, ਪਰ ਮੈਂ ਤਾਂ ਸ਼ਰਮ ਨਾਲ ਮੁੜਕੀ ਹੋ ਗਿਆ ਸੀ। ਪਤਨੀ ਨੇ ਬਸ ਇੰਨਾ ਹੀ ਕਿਹਾ ਸੀ, ਸਾਰੇ ਟੱਬਰ ਨੇ ਕੀ ਰੱਥ ਫੜੇ ਹੋਏ ਆ, ਕਿਸੇ ਨੂੰ ਭੋਰਾ ਸ਼ਰਮ ਹੈ ਹੀ ਨਹੀਂ। ਆਪਣੀ ਇੱਜ਼ਤ ਤਾਂ ਇਹਨਾਂ ਨੇ ਕੀ ਰੱਖਣੀ ਆ, ਕਿਸੇ ਦੂਜੇ ਦੀ ਵੀ ਢਕੀ ਨਹੀਂ ਰਹਿਣ ਦਿੰਦੇ। ਪਤਨੀ ਦੇ ਬੋਲ ਮੇਰੇ ਅੰਦਰ ਬਲੇਡ ਵਾਂਗ ਚੀਰਾ ਦੇ ਗਏ ਸੀ। ਮੈਂ ਸਾਰੀ ਰਾਤ ਗ੍ਰਿਜਦਾ ਰਿਹਾ। ਸਵੇਰੇ ਉੱਠਦੇ ਹੀ ਮੈਂ ਆਪਣਾ ਫੈਸਲਾ ਸੁਣਾ ਦਿੱਤਾ, ਜੇ ਤੁਸੀਂ ਇਸ ਕੰਜਰ ਨੂੰ ਬਾਜੇ ਵਾਲਿਆਂ ਨਾਲ ਜਾਣੋਂ ਨਹੀਂ ਰੋਕਣਾ ਤਾਂ ਮੇਰਾ ਖਹਿੜਾ ਛੱਡੋ। ਮੈਂ ਤੁਹਾਨੂੰ ਕਿਸੇ ਨੂੰ ਆਪਣੇ ਨਾਲ ਨਹੀਂ ਰੱਖ ਸਕਦਾ। ਖਹਿੜਾ ਛੱਡੋ ਮੇਰਾ। ਮੇਰੇ ਇਸ ਫੈਸਲੇ ਨਾਲ ਪਹਿਲੀ ਵਾਰੀ ਘਰ ਵਾਲਿਆਂ ਨੂੰ ਘਬਰਾਹਟ ਮਹਿਸੂਸ ਹੋਈ ਸੀ। ਛੋਟੇ ਹਾਲੇ ਕਿਸੇ ਕਿਨਾਰੇ ਨਹੀਂ ਸੀ ਲੱਗੇ। ਪਿਤਾ ਕੋਈ ਕੰਮ ਕਰਨ ਜੋਗਾ ਨਹੀਂ ਸੀ ਰਿਹਾ। ਅੱਡ ਹੋ ਕੇ ਕਿਵੇਂ ਉਹ ਕਬੀਲਦਾਰੀ ਦੀ ਗੱਡੀ ਚਲਾ ਸਕਦੇ ਸੀ? ਫੈਸਲਾ ਹੋਇਆ ਕਿ ਸੱਤੀ ਬਾਜੇ ਵਾਲਿਆਂ ਨਾਲ ਨਹੀਂ ਜਾਇਆ ਕਰੇਗਾ। ਉਹਨੂੰ ਕੋਈ ਹੋਰ ਕੰਮ ਲੱਭ ਕੇ ਦਿੱਤਾ ਜਾਏ। ਮਸਲਨ ਉਹਨੂੰ ਕਿਸੇ ਹੱਟੀ ਜਾਂ ਸਟੋਰ ਤੇ ਲਵਾਤਾ ਜਾਏ, ਕਿਸੇ ਕੰਮ 'ਚ ਚੌਕੀਦਾਰੀ ਕਰਨ ਲਗਾਤਾ ਜਾਏ। ਮੈਨੂੰ ਬਿਜਲੀ ਮਹਿਕਮੇ 'ਚ ਕੰਮ ਕਰਨ ਕਰਕੇ ਇੱਥੇ ਵੀ ਕੁਝ ਬੰਦੇ ਜਾਣਦੇ ਸੀ। 1-2 ਓਵਰਸੀਅਰ ਸੰਗਰੂਰੋਂ ਬਦਲ ਕੇ ਇੱਥੇ ਮੋਗੇ ਆਏ ਸੀ। ਮੈਂ ਉਹਨਾਂ ਨੂੰ ਮਿਲਿਆ। ਉਹਨਾਂ ਨੇ ਸੱਤੀ ਨੂੰ ਵਰਕ ਚਾਰਜ ਲੇਬਰ 'ਚ ਲਗਾ ਲਿਆ। ਸੱਤੀ ਡੱਬੇ 'ਚ 2 ਰੋਟੀਆਂ ਪਾ ਕੇ ਸਵੇਰੇ ਘਰੋਂ ਨਿਕਲ ਜਾਂਦਾ ਤੇ ਸ਼ਾਮੀ ਘਰ ਆ ਜਾਂਦਾ। ਸਾਰਿਆਂ ਨੂੰ ਤਸੱਲੀ ਹੋ ਗਈ ਸੀ ਕਿ ਚਲੋ ਕਿਸੇ ਆਰੇ ਲੱਗ ਗਿਆ ਸੀ। ਪਰ ਇਹ ਤਸੱਲੀ ਬਹੁਤੀ ਦੇਰ ਨਹੀਂ ਚੱਲੀ। ਸੱਤੀ ਨੂੰ ਵਿਆਹ ਸ਼ਾਦੀ 'ਚ ਲੱਪ-ਗੜੱਪੀ ਖਾਣ ਦੀ ਆਦਤ ਪਈ ਹੋਈ ਸੀ। ਉਹਦੀ 2 ਸੁੱਕੀਆਂ ਰੋਟੀਆਂ ਨਾਲ ਨੀਅਤ ਕਿਵੇਂ ਭਰਦੀ? ਉਹਨੂੰ ਖਾਣ ਪੀਣ ਦੀ ਤੱਕ ਵੀ ਨਹੀਂ ਸੀ ਰਹੀ। ਪਹਿਲਾਂ ਵੀ ਉਹ ਘਰੋਂ ਡਟ ਕੇ ਨਾਸ਼ਤਾ ਕਰਕੇ ਜਾਂਦਾ ਤੇ ਜਾਂਦਾ ਹੀ ਹਲਵਾਈ ਦੀ ਦੁਕਾਨ ਤੋਂ ਪੂਰੀਆਂ ਚੱਕਣ ਲੱਗ ਜਾਂਦਾ। ਉਹ ਦੁਕਾਨ ਮੇਰੇ ਸਕੂਲ ਦੇ ਨੇੜੇ ਹੀ ਸੀ। ਕਦੀ-ਕਦਾਈ ਮੈਂ ਉਹਨੂੰ ਉੱਥੇ ਬਹਿ ਕੇ ਪੂਰੀਆਂ ਖਾਂਦੇ ਵੇਖਦਾ। ਘਰੋਂ ਪੂਰਾ ਨਾਸ਼ਤਾ ਕਰਕੇ ਵੀ ਉਹ 8-8 ਪੂਰੀਆਂ ਹੋਰ ਖਾ ਜਾਂਦਾ। ਪਤਨੀ ਕਦੀ-ਕਦੀ ਆਖਦੀ, ਇਹਦਾ ਤਾਂ ਜੀ ਬੰਨ ਹੀ ਟੁੱਟ ਗਿਆ ਲੱਗਦਾ। ਖਾਣ ਦਾ ਸਬਰ ਤਾਂ ਇਹਨੂੰ ਰਿਹਾ ਹੀ ਨਹੀਂ, ਬੇਸਬਰਾ ਹੋ ਗਿਆ। ਇਹਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿੰਨਾ ਖਾਣਾ ਕਿੰਨਾ ਨਹੀਂ ਖਾਣਾ, ਮਸਾਂ ਕਹਿ ਕੇ ਉਠਾਉਣਾ ਪੈਂਦਾ ਇਹਨੂੰ। ਦਫ਼ਤਰੋਂ ਓਵਰਸੀਅਰ ਦਾ ਇੱਕ ਦਿਨ ਸੁਨੇਹਾ ਆਇਆ, ਸੱਤੀ ਤਾਂ ਦਫ਼ਤਰ ਆਉਂਦਾ ਹੀ ਨਹੀਂ, ਡੱਬਾ ਵੀ ਇੱਥੇ ਹੀ ਛੱਡ ਗਿਆ। ਸੱਤੀ ਫੇਰ ਘਰੋਂ ਭੱਜ ਗਿਆ ਸੀ। ਕਿੱਥੇ ਗਿਆ ਕਿਸੇ ਨੂੰ ਪਤਾ ਨਹੀਂ ਸੀ। ਘਰੋਂ ਦਫ਼ਤਰ ਗਿਆ, ਉੱਥੇ ਡੱਬਾ ਰੱਖ ਕਿਧਰੇ ਟਿੱਬ ਗਿਆ। 10-20 ਦਿਨ ਉਹ ਘਰ ਹੀ ਨਾ ਆਇਆ। ਉਂਝ ਹੁਣ ਸਾਨੂੰ ਉਹਦਾ ਬਹੁਤਾ ਫਿਕਰ ਨਹੀਂ ਸੀ ਹੁੰਦਾ। 15-16 ਸਾਲ ਦਾ ਹੋ ਗਿਆ ਸੀ। ਘਰ ਆ ਜਾਏ ਤਾਂ ਵੀ ਠੀਕ, ਨਾ ਆਏ ਤਾਂ ਵੀ ਠੀਕ। ਅਸੀਂ ਹੁਣ ਉਹਦੇ ਆਉਣ ਦੀ ਉਡੀਕ ਕਰਨੀ ਛੱਡ ਦਿੱਤੀ ਸੀ। 2 ਧੀਆਂ ਤੋਂ ਬਾਅਦ ਮੇਰੇ ਘਰ ਪੁੱਤਰ ਨੇ ਜਨਮ ਲਿਆ ਸੀ। ਸਾਰਾ ਪਰਿਵਾਰ ਸਣੇ ਮੇਰੀ ਪਤਨੀ ਖੁਸ਼ ਸੀ। ਮਾਂ ਤਾਂ ਬਾਰ-ਬਾਰ ਇਹੋ ਆਖਦੀ ਸੀ, ਚਲੋ ਮੇਰੇ ਪੁੱਤ ਦੀਆਂ ਧੀਆਂ ਟਕੀਆਂ ਗਈਆਂ। ਪੁੱਤ ਦਾ ਨਾਂ ਆਕਾਸ਼ਦੀਪ ਰੱਖਿਆ ਗਿਆ।
ਉਸ ਸ਼ਾਮ ਮੈਂ ਆਪਣੇ ਕੁਝ ਦੋਸਤਾਂ ਨਾਲ ਰੱਜ ਕੇ ਦਾਰੂ ਪੀਤੀ। ਆਉਣ ਵਾਲੇ ਪੁੱਤ ਦਾ ਜਸ਼ਨ ਮਨਾਇਆ ਗਿਆ। ਧੰਨਵਾਦ। ਅੰਗ 12ਵਾਂ। ਜਮਾਤ 'ਚ ਪੜ੍ਹਾ ਰਿਹਾ ਸੀ ਕਿ ਸਕੂਲ ਦਾ ਚਪੜਾਸੀ ਸੁਖਨ ਸੁਨੇਹਾ ਲੈ ਕੇ ਆਇਆ। ਮਾਸਟਰ ਜੀ, ਤੁਹਾਨੂੰ ਕੋਈ ਬੰਦਾ ਮਿਲਣ ਆਇਆ, ਗੇਟ ਤੇ ਖੜਾ ਹੈ, ਤੁਹਾਡਾ ਨਾਂ ਲੈ ਕੇ ਪੁੱਛਦਾ ਸੀ। ਮੈਨੂੰ ਮਿਲਣ ਵਾਲੇ ਲੋਕ ਆਉਂਦੇ ਹੀ ਰਹਿੰਦੇ ਸੀ। ਮੈਂ ਮੋਨੀਟਰ ਖੜਾ ਕਰਕੇ ਗੇਟ ਵੱਲ ਨੂੰ ਆ ਗਿਆ। ਗੇਟ ਕੋਲ ਤਲਵੰਡੀਓਂ ਵਿਸ਼ੇਸ਼ਰ ਨਾਈ ਖੜਾ ਮੈਨੂੰ ਉਡੀਕ ਰਿਹਾ ਸੀ। ਮੈਂ ਉਹਨੂੰ ਆਪਣੀ ਤਲਵੰਡੀ ਰਿਹਾਇਸ਼ ਵੇਲੇ ਤੋਂ ਜਾਣਦਾ ਸੀ। ਹਾਂ ਬਈ ਵਿਸ਼ੇਸ਼ਰ, ਕਿਵੇਂ ਆਉਣਾ ਹੋਇਆ? ਮੈਂ ਪੁੱਛਿਆ। ਮਾਸਟਰ ਜੀ, ਆਉਣਾ ਤਾਂ ਮੈਂ ਨਹੀਂ ਸੀ, ਪਰ ਰਿਹਾ ਵੀ ਨਹੀਂ ਗਿਆ। ਤੁਹਾਡੇ ਪਿਤਾ ਤੋਂ ਮੈਂ 100 ਰੁਪਏ ਲੈਣੇ ਸੀ, ਪੁਰਾਣਾ ਹਿਸਾਬ ਕਿਤਾਬ ਸੀ ਸਾਡਾ। ਮੈਂ ਕਈ ਸੁਨੇਹੇ ਭੇਜੇ ਉਹਨੂੰ, ਪਰ ਉਹਨੇ ਤਾਂ ਕਾਈ ਨਹੀਂ ਵਾਚਿਆ, ਹਾਰ ਕੇ ਆਉਣਾ ਪਿਆ। ਸਾਨੂੰ ਤਾਂ ਉੱਥੋਂ ਆਇਆਂ ਨੂੰ ਵੀ 4-5 ਵਰ੍ਹੇ ਹੋ ਗਏ। ਉਦੋਂ ਦੇ ਪੈਸੇ ਤੂੰ ਹੁਣ ਮੰਗਣ ਆਇਆ? ਮੈਂ ਆਖ ਦਿੱਤਾ ਸੀ। ਮੈਂ ਮਾਸਟਰ ਜੀ ਸੁਨੇਹੇ ਤੋਂ ਸੁਨੇਹਾ ਘੱਲਦਾ ਰਿਹਾ। ਤੁਹਾਡਾ ਬਾਊ ਤਾਂ ਗੱਲ ਕਿਸੇ ਸਿਰੇ ਲਾਉਂਦਾ ਹੀ ਨਹੀਂ ਸੀ। ਬਸ ਇਦਾਂ ਹੀ ਟਾਈਮ ਲੰਘ ਗਿਆ। ਅੱਜ ਥੱਕ ਕੇ ਤੁਹਾਡੇ ਕੋਲ ਆਇਆ, ਵਿਸ਼ੇਸ਼ਰ ਨੇ ਸਫਾਈ ਦਿੰਦਿਆਂ ਕਹਿ ਦਿੱਤਾ ਸੀ। ਗੇਟ ਤੇ ਬੈਠੇ 2 ਹੋਰ ਚਪੜਾਸੀ ਸਾਡੀ ਗੱਲ ਸੁਣ ਰਹੇ ਸੀ। ਮੈਨੂੰ ਬਹੁਤ ਸ਼ਰਮ ਮਹਿਸੂਸ ਹੋ ਰਹੀ ਸੀ। ਪਲ ਦੀ ਪਲ ਵਿਸ਼ੇਸ਼ਰ ਦਾ ਚਿਹਰਾ ਮੈਨੂੰ ਪ੍ਰੋਫੈਸਰ ਲਛਮਣ ਦਾਸ ਨਾਲ ਮਿਲਦਾ ਦਿਸਿਆ, ਜਿਵੇਂ ਵਿਸ਼ੇਸ਼ਰ ਪ੍ਰੋਫੈਸਰ ਲਛਮਣ ਦਾਸ ਬਣ ਗਿਆ ਹੋਵੇ, ਜੋ ਕਾਲਜ ਵੇਲੇ ਮੇਰੇ ਮੱਥੇ ਲੱਗਣ ਤੇ 100 ਰੁਪਈਆ ਮੰਗਣ ਲੱਗ ਪੈਂਦਾ ਸੀ। ਉਹੀ ਲਛਮਣ ਦਾਸ ਜਿਸ ਕਾਰਨ ਮੇਰੀ ਪੜ੍ਹਾਈ ਅੱਧ ਵਿਚਾਲੇ ਛੁੱਟ ਗਈ ਸੀ। ਉਦੋਂ ਪੈਸੇ ਦੀ ਮਜਬੂਰੀ ਸੀ, ਪਰ ਹੁਣ ਤਾਂ ਮੇਰਾ ਹੱਥ ਖੁੱਲ੍ਹਾ ਸੀ। ਪੈਸਾ ਮੀਂਹ ਵਾਂਗ ਵਰਸ ਰਿਹਾ ਸੀ। ਮੈਂ ਝਾਟੀ ਪਰ ਔਖ ਜੀ ਮਹਿਸੂਸ ਕਰਦਿਆਂ ਵਿਸ਼ੇਸ਼ਰ ਨੂੰ 100 ਰੁਪਈਆ ਜੇਬ ਚੋਂ ਕੱਢ ਕੇ ਦੇ ਦਿੱਤਾ। ਉਸ ਤੋਂ ਰਸੀਦ ਲਿਖਵਾ ਲਈ ਸੀ। ਉਹਨੇ ਉਰਦੂ 'ਚ ਰਸੀਦ ਲਿਖਤੀ। ਉਸ ਤੋਂ ਬਾਅਦ ਤਾਂ ਮੇਰੇ ਕੋਲੋਂ ਸਕੂਲ 'ਚ ਬੈਠਣਾ ਵੀ ਔਖਾ ਹੋ ਗਿਆ। ਮੈਂ ਇਸ ਟੱਬਰ ਦੇ ਕਿਹੜੇ ਕਰਜ਼ ਲਾਉਂਦਾ ਫਿਰ। ਇਹਨਾਂ ਨੂੰ ਤਾਂ ਭੋਰਾ ਸ਼ਰਮ ਨਹੀਂ ਆਉਂਦੀ। ਥਾਂ ਪੁਰ ਥਾਂ ਮੇਰੀ ਪੋਜੀਸ਼ਨ ਖਰਾਬ ਕਰਦੇ ਫਿਰਦੇ ਆ। ਮੈਂ ਬਹੁਤ ਹੀ ਗੁੱਸੇ 'ਚ ਸੋਚ ਰਿਹਾ ਸੀ। ਉਡੀਕ ਮਸਾਂ ਛੁੱਟੀ ਹੋਈ। ਮੈਂ ਸਾਈਕਲ ਭਜਾ ਕੇ ਘਰ ਪਹੁੰਚਿਆ। ਪਤਨੀ ਨੇ ਪਾਣੀ ਦਾ ਗਲਾਸ ਲਿਆ ਕੇ ਦਿੱਤਾ। ਮੈਂ ਪਰਾਂ ਕੋਲੇ ਤੇ ਰੱਖਤਾ। ਕੀ ਗੱਲ ਹੋ ਗਈ ਅੱਜ? ਪਤਨੀ ਨੇ ਪੁੱਛਿਆ ਸੀ। ਪਿਤਾ ਕਿੱਥੇ ਹੈ? ਮੈਂ ਗੁੱਸੇ ਨਾਲ ਭਰਿਆ ਪੀਤਾ ਬੋਲਿਆ ਸੀ। ਮੇਰੀ ਆਵਾਜ਼ ਸੁਣ ਕੇ ਪਿਤਾ ਬਾਹਰ ਆ ਗਿਆ। ਕਮਰੇ 'ਚ ਲੇਟਿਆ ਹੋਣਾ। ਮੈਂ ਅੱਖਾਂ ਜੀਆਂ ਕੱਢਦਿਆਂ ਰਸੀਦ ਪਿਤਾ ਹੱਥ ਫੜਾਤੀ। ਕੀ ਹੈ? ਪਿਤਾ ਨੇ ਪੁੱਛਿਆ ਸੀ। ਦੇਖ ਲਓ, ਅੱਖਾਂ ਤਾਂ ਹੈਗੀਆਂ ਤੁਹਾਡੀਆਂ ਨਾਲ, ਮੈਂ ਹਰਕ ਕੇ ਕਿਹਾ ਸੀ। ਰਸੀਦ ਪੜ੍ਹਦਿਆਂ ਹੀ ਪਿਤਾ ਬੋਲਿਆ ਸੀ। ਐਵੇਂ ਸਾਲਾ ਹਰਾਮੀ, ਮੈਂ ਕਾਹਦੇ ਦੇਣੇ ਸੀ ਉਹਦੇ ਪੈਸੇ? 20 ਮਾਰਨੇ ਸੀ ਛਿੱਤਰ ਉਹਦੀ ਜ਼ਰੂਰਤ ਕਿਵੇਂ ਪਈ ਤੈਥੋਂ ਆ ਕੇ ਪੈਸੇ ਮੰਗਣ ਦੀ? ਮੈਨੂੰ ਬੁਲਾ ਲੈਣਾ ਸੀ ਉਦੋਂ, ਮੈਂ ਲਾਉਂਦਾ ਉਹਦੀ ਛਿੱਛ ਪੱਤ। ਛਿੱਤਰ ਉਹਦੇ ਮਾਰਨੇ ਸੀ ਜਾਂ? ਅਗਲੇ ਸ਼ਬਦ ਮੈਂ ਅੰਦਰ ਪੀ ਗਿਆ। ਮੈਨੂੰ ਤਾਂ ਯਾਦ ਵੀ ਨਹੀਂ ਪੈ ਆਂਦਾ, ਪਿਤਾ ਬੋਲਿਆ ਸੀ। ਹੱਥ ਨਾਲ ਕਿਸੇ ਦੇ ਮੋੜਨੇ ਹੋਣ ਤਾਂ ਤੁਹਾਡੇ ਯਾਦ ਰਹੇ, ਜਦੋਂ ਲੈ ਕੇ ਕਿਸੇ ਦਾ ਪੈਸਾ ਮੋੜਨਾ ਹੀ ਨਹੀਂ ਹੁੰਦਾ ਤਦ ਯਾਦ ਕੀ ਰਹੇ? ਸੁਆਹ ਦੇਖੇ ਨਾਲ ਗੱਲ ਸ਼ਾਇਦ ਹੋਰ ਵੱਧ ਜਾਂਦੀ। ਘਰ 'ਚ ਕਲੇਸ਼ ਪੈਂਦਾ ਜਾਣ ਕੇ ਪਿਤਾ ਚੁੱਪ ਵੱਟ ਗਿਆ। ਮੈਂ ਵਿੱਚ ਵਿਸ ਘੋਲਦਾ ਰਿਹਾ ਸੀ। ਚਲੋ ਛੱਡੋ ਵੀ ਹੁਣ, ਕਾਹਨੂੰ ਆਪਣਾ ਖੂਨ ਫੂਕੀ ਜਾਂਦੇ ਆ? ਇਸ ਟੱਬਰ ਦਾ ਤਾਂ ਆਪਾਂ ਕੋਈ ਕਰਜ਼ ਦੇਣਾ ਅਗਲੇ ਪਿਛਲੇ ਜਨਮ ਦਾ। ਚੁੱਪਚਾਪ ਕਿਸ਼ਤਾਂ ਤਾਰੀ ਜਾਓ। ਬਹੁਤ ਸੋਚ ਕੋਈ ਬਿਮਾਰੀ ਨਾ ਸਹੇੜ ਲਈਓ। ਪਤਨੀ ਨੇ ਦੇ ਇਹਨਾਂ ਸ਼ਬਦਾਂ ਨੇ ਵੀ ਬਲਦੀ ਤੇ ਤੇਲ ਦਾ ਕੰਮ ਕੀਤਾ। ਉਸ ਦਿਨ ਸਾਰਾ ਟੱਬਰ ਮੇਰੇ ਕੋਲੋਂ ਅੱਖਾਂ ਬਚਾ ਇੱਧਰ ਉੱਧਰ ਹੁੰਦਾ ਰਿਹਾ ਸੀ। ਮੇਰੇ ਕੋਲੋਂ ਇਹ ਕਿੰਨਾ ਡਰਦੇ ਆ, ਸੋਚ ਮੈਂ ਹੌਲਾ ਫੁੱਲ ਹੋ ਗਿਆ ਸੀ। ਸਤੀ ਨੇ ਹੁਣ ਹੋਰ ਹੀ ਰੱਤ ਫੜ ਲਈ ਸੀ। ਉਹਦੇ ਗੰਦੇ ਕੱਪੜਿਆਂ ਤੇ ਬਦਹਾਲੀ ਤੋਂ ਕੁਝ ਲੋਕ ਉਹਨੂੰ ਦਰਵੇਸ਼ ਸਮਝਣ ਲੱਗ ਪਏ ਸੀ। ਉਹਨਾਂ ਦਾ ਖਿਆਲ ਸੀ ਕਿ ਜੇ ਉਹ ਅਲਮਸਤ ਹਾਲਤ ਵਿੱਚ ਕੋਈ ਵਾਕ ਬੋਲਦਾ ਏ ਤਾਂ ਉਹ ਸੱਚ ਹੋ ਸਕਦਾ ਸੀ। ਦੜੇ ਸੱਟੇ ਵਾਲੇ ਲੋਕ ਉਹਨੂੰ ਘੇਰਨ ਲੱਗ ਪਏ। ਜੇ ਉਹ 2 ਉਂਗਲੀਆਂ ਖੜੀਆਂ ਕਰ ਦਿੰਦਾ ਤਾਂ 2 ਨੰਬਰ ਤੇ ਦੜਾ ਲਾ ਦਿੰਦੇ। ਜੇ ਉਹ ਕੋਈ ਗਾਲ ਗੁੱਸੇ 'ਚ ਆ ਕੇ ਕੱਢ ਦਿੰਦਾ, ਯਾਨੀ ਮੈਂ 200 ਮਾਰੂ ਛਿੱਤਰ, ਜੇ ਮੈਨੂੰ ਤੰਗ ਕੀਤਾ ਤਾਂ ਉਹ 100 ਨੰਬਰ ਤੇ ਦੜਾ ਲਾਉਂਦੇ। ਅਚਨਚੇਤ ਹੀ ਕਦੀ ਕਦਾਈ 1-2 ਦਾ ਨੰਬਰ ਨਿਕਲ ਵੀ ਆਉਂਦਾ। ਉਹ ਸੱਤੀ ਦੀ ਰੱਜ ਕੇ ਸੇਵਾ ਕਰਦਾ। ਉਹਦੇ ਨੰਗੇ ਪੈਰਾਂ 'ਚ ਜੁੱਤੇ ਪਵਾ ਦਿੰਦਾ। ਉਹਨੂੰ ਰੱਜ ਲੱਡੂ ਜਲੇਬੀਆਂ ਖਿਲਾਉਂਦਾ। ਕੋਈ ਤਾਂ ਉਹਨੂੰ ਝੱਗਾ ਪਜਾਮਾ ਵੀ ਲੈ ਦਿੰਦਾ। ਉਹ 2-4 ਦਿਨ ਨਾ ਮਿਲਦਾ ਤਾਂ ਸਾਡੇ ਘਰ ਵੀ ਉਹਦੇ ਬਾਰੇ ਪੁੱਛਣ ਆਉਂਦੇ। ਅਸੀਂ ਗੁੱਸਾ ਕਰਦੇ ਤਾਂ ਹੱਥ ਜੋੜ ਕੇ ਕਹਿ ਦਿੰਦੇ, ਓਏ ਭਾਈ, ਤੁਹਾਨੂੰ ਤਾਂ ਪਤਾ ਹੀ ਨਹੀਂ ਵੀ ਤੁਹਾਡੇ ਘਰ ਦਰਵੇਸ਼ ਪੈਦਾ ਹੋਇਆ। ਤੁਹਾਡੇ ਦਾ ਘਰ 'ਚ ਗੰਗਾ ਵਹਿੰਦੀ ਹੈ। ਇਹਨੂੰ ਫਟਕਾਰਨ ਦੀ ਥਾਂ ਇਹਦੀ ਸੇਵਾ ਕਰਿਆ ਕਰੋ। ਤੁਸੀਂ ਲੈ ਜਾਓ, ਕਰ ਲਿਆ ਕਰੋ ਸੇਵਾ ਇਹਦੀ ਵੱਡੇ ਦਰਵੇਸ਼ ਦੀ। ਅਸੀਂ ਖਿਝ ਕੇ ਆਖਦੇ, ਲੈ ਅਸੀਂ ਲੈ ਜਾਂਦੇ ਹਾਂ। ਇਹੋ ਜਿਹੇ ਦਰਵੇਸ਼ ਤਾਂ ਕੀ ਆ, 2 ਰੋਟੀਆਂ 'ਚ ਤਾਂ ਨਹੀਂ ਮਹਿੰਗਾ। ਅਗਲੇ ਆਖਤਾ ਦਿੰਦੇ, ਪਰ ਸਤੀ ਨੂੰ ਘਰ ਰੱਖਣ ਦੇ ਮਾਮਲੇ 'ਚ ਪਾਸਾ ਵੱਟ ਜਾਂਦੇ। ਇੱਕ ਵਾਰ ਇੱਕ ਸਰਦਾਰ ਜੀ ਤੇ ਉਹਨਾਂ ਦੀ ਪਤਨੀ ਪੁੱਛਾਉਂਦੇ ਆਏ ਸੀ, ਜੀ ਉਹ ਦਰਵੇਸ਼ ਜੀ ਕਿੱਥੇ ਨੇ? ਉਹਨਾਂ ਨੇ ਆ ਕੇ ਪੁੱਛਿਆ ਸੀ।
ਉਹ ਆਪਣੇ ਨਾਲ ਲੱਡੂਆਂ ਦੇ 2 ਡੱਬੇ ਲਿਆਏ ਸੀ। ਇੱਕ ਨਵਾਂ ਨਕੋਰ ਝੱਗਾ ਪਜਾਮਾ ਡੱਬਿਆਂ ਉੱਪਰ ਰੱਖਿਆ ਹੋਇਆ ਸੀ। ਨੇਮਨੇਤ ਸੱਤੀ ਉਦਣ ਘਰ ਹੀ ਸੀ। ਮੈਨੂੰ ਵੀ ਸਕੂਲੋਂ ਛੁੱਟੀ ਸੀ। ਸੱਤੀ ਉਹਨਾਂ ਕੋਲ ਆ ਗਿਆ। ਉਹਨਾਂ ਮਠਿਆਈ ਤੇ ਕੱਪੜੇ ਉਹਦੇ ਪੈਰਾਂ 'ਚ ਧਰ ਮੱਥਾ ਟੇਕਤਾ ਸੀ। ਸਤੀ ਨੇ ਫਕੀਰਾਂ ਵਾਂਗ ਦੁਆ 'ਚ ਸੱਜਾ ਹੱਥ ਉੱਪਰ ਚੁੱਕਿਆ, ਜਿਵੇਂ ਉਹਨਾਂ ਨੂੰ ਅਸੀਸ ਦੇ ਰਿਹਾ ਹੋਵੇ। ਕੱਪੜੇ ਚੁੱਕ ਉਸ ਪਾਸੇ ਰੱਖ ਦਿੱਤੇ ਤੇ ਡੱਬਾ ਖੋਲ ਕੇ ਉਸ 'ਚੋਂ ਇੱਕ ਲੱਡੂ ਕੱਢ ਮੂੰਹ 'ਚ ਪਾ ਲਿਆ। ਬਾਕੀ ਲੱਡੂ ਵੰਡ ਦਿਓ, ਉਸ ਪਹੁੰਚੇ ਹੋਏ ਫਕੀਰ ਵਾਂਗ ਅੱਖਾਂ ਮੀਟ ਕੇ ਆਖਿਆ। ਉਹਨਾਂ ਲੱਡੂਆਂ ਵਾਲੇ ਡੱਬੇ ਖੋਲ ਇੱਧਰ ਉੱਧਰ ਵੰਡਣੇ ਸ਼ੁਰੂ ਕਰਤੇ। ਲੱਡੂ ਵੰਡਦੇ ਸਰਦਾਰ ਜੀ ਨੇ ਦੱਸਿਆ ਸੀ, ਸਾਡਾ ਜੀ ਜਾਇਦਾਦ ਦਾ ਇੱਕ ਮੁਕੱਦਮਾ ਬਹੁਤ ਦੇਰ ਤੋਂ ਚੱਲਦਾ ਸੀ। ਦਰਵੇਸ਼ ਜੀ ਨੇ ਆਖਿਆ ਸੀ, ਜਾਓ ਐਤਕੀ ਤੁਹਾਡਾ ਕੰਮ ਫਤਿਹ ਹੋ ਜਾਊਗਾ। ਲਓ ਜੀ, ਵਰ੍ਹਿਆਂ ਤੋਂ ਚੱਲਦਾ ਮੁਕੱਦਮਾ ਅਗਲੀ ਪੇਸ਼ੀ ਤੇ ਮੁੱਕ ਗਿਆ ਸੀ। ਫੈਸਲਾ ਸਾਡੇ ਹੱਕ 'ਚ ਹੋ ਗਿਆ ਸੀ। ਸਾਨੂੰ ਇਹਨਾਂ ਦੀ ਦੱਸ ਇੱਥੇ ਪਈ ਸੀ। ਲੱਭਦੇ ਲੱਭਦੇ ਤੁਹਾਡੇ ਕੋਲ ਆ ਗਏ। ਇਹਨਾਂ ਦਾ ਸ਼ੁਕਰੀਆ ਕਰਨ ਲਈ ਪੇਸ਼ ਹੋਏ ਆ। ਇਹ ਤਾਂ ਕੋਈ ਪਹੁੰਚੇ ਹੋਏ ਫਕੀਰ ਨੇ। ਮੇਰਾ ਜੀ ਤਾਂ ਕਰਦਾ ਸੀ ਵੀ 2 ਮਾਰਾਂ ਕੰਨ ਤੇ ਸਾਲੇ ਢੋਂਗੀ ਦਰਵੇਸ਼ ਦੇ, ਖਾਣ ਦੇ ਕੁੱਤੇ ਦੇ, ਪਰ ਮੌਕਾ ਹੀ ਅਜਿਹਾ ਸੀ। ਮੈਂ ਸਰਦਾਰ ਹੋਰਾਂ ਦੀ ਭਾਵਨਾ ਨੂੰ ਠੇਸ ਨਹੀਂ ਸੀ ਪਹੁੰਚਾਉਣਾ ਚਾਹੁੰਦਾ। ਜਾਣ ਲੱਗਿਆ ਉਹਨੂੰ 100 ਰੁਪਏ ਵੀ ਦੇਣ ਲੱਗੇ ਸੀ, ਚੜਾਵਾ ਦਰਵੇਸ਼ ਦਾ। ਉਹਨਾਂ ਸੱਤੀ ਮੂਹਰੇ 10-10 ਦੇ 10 ਨਵੇਂ ਨੋਟ ਰੱਖੇ। ਉਹਨੇ ਇੱਕ ਨੋਟ ਚੁੱਕ ਲਿਆ। ਬਾਕੀ ਪੈਸੇ ਕਿਸੇ ਮੰਦਰ 'ਚ ਚੜਾ ਦੇਣੇ। ਸਾਲੇ ਦੇ ਚਲਿੱਤਰ ਤਾਂ ਦੇਖੋ, ਕਿਵੇਂ ਸੱਚਮੁੱਚ ਦਾ ਦਰਵੇਸ਼ ਫਕੀਰ ਬਣਿਆ ਬੈਠਾ। ਮੈਂ ਕਰਿਜਦਾ ਸੋਚ ਰਿਹਾ ਸੀ। ਉਸ ਦਿਨ ਮੈਨੂੰ ਸਮਝ ਆ ਗਈ ਸੀ ਕਿ ਸੱਤੀ ਇੱਧਰ ਉੱਧਰ ਫਿਰਨ ਤੁਰਨ ਕਰਕੇ ਬਹੁਤ ਚਤਰ ਤੇ ਮੌਕਾ ਤਾੜ ਹੋ ਗਿਆ ਹੋਇਆ ਸੀ। ਇਹੋ ਜਿਹਾ ਬੰਦਾ ਤਾਂ ਕੋਈ ਡੇਰਾ ਚਲਾ ਲਵੇ ਤਾਂ ਮੌਜਾਂ ਕਰੇ। ਦੂਸਰੇ ਡੇਰਿਆਂ ਵਾਲੇ ਵੀ ਤਾਂ ਇਦਾਂ ਹੀ ਕਰਦੇ ਹੋਣੇ ਨੇ। ਇਸੇ ਤਰ੍ਹਾਂ ਪੁੱਠ ਨੂੰ ਸਿੱਧ 'ਚ ਬਦਲੀ ਜਾਂਦੇ ਹੋਣੇ ਨੇ, ਮੈਂ ਸੋਚ ਗਿਆ ਸੀ। ਸਰਦਾਰ ਤੇ ਉਹਨਾਂ ਦੀ ਪਤਨੀ ਦੇ ਜਾਣ ਤੋਂ ਬਾਅਦ ਸੱਤੀ ਮੇਰੇ ਵੱਲ ਵੇਖ ਕੇ ਗੁੱਜਾ ਮੁਸਕਰਾਇਆ ਸੀ। ਮੈਂ ਹਰਕ ਕੇ ਆਖਿਆ ਸੀ, 2 ਮਾਰੂ ਸਾਲੇ ਦੇ, ਵੱਡਾ ਦਰਵੇਸ਼ ਬਣਿਆ ਫਿਰਦਾ, ਸਾਲਾ ਚੋਰ ਨਾ ਹੋਵੇ ਜ਼ਮਾਨੇ ਦਾ। ਮੇਰੀਆਂ ਗਾਲਾਂ ਸੁਣ ਕੇ ਵੀ ਉਹ ਮਿੰਨਾ ਮੁਸਕਰਾਉਂਦਾ ਰਿਹਾ, ਜਿਵੇਂ ਕਹਿ ਰਿਹਾ ਹੋਵੇ, ਵੀਰ ਹੁਣ ਤਾਂ ਮੰਨ ਜਾ, ਸਾਡੀਆਂ ਕਾਰਸਤਾਨੀਆਂ ਨੂੰ ਹੱਥ ਕੰਗਣ ਨੂੰ ਆਰਸੀ ਕੀ ਤੇ ਪੜ੍ਹੇ ਲਿਖੇ ਨੂੰ ਫਾਰਸੀ ਕੀ। ਮੇਰੇ ਮੂੰਹ ਉਹਦੀ ਪ੍ਰਸ਼ੰਸਾ ਦੀ ਥਾਂ ਹਾਲੇ ਵੀ ਗਾਲਾਂ ਹੀ ਨਿਕਲ ਰਹੀਆਂ ਸੀ। ਮਾਂ ਨੇ ਵੀ ਆਖਤਾ ਸੀ, ਪੁੱਤ ਬੰਦੇ ਦੇ ਦਿਨ ਫਿਰਦਿਆਂ ਪਤਾ ਨਹੀਂ ਲੱਗਦਾ ਹੁੰਦਾ, ਪਤਾ ਨਹੀਂ ਇਹਦੇ ਕਰਮਾਂ 'ਚ ਕੀ ਹੈ, ਨਾ ਜਾਣੇ ਕਦੇ ਇਹਦੀ ਵੀ ਲੈਟਰੀ ਨਿਕਲ ਹੀ ਆਵੇ, ਟਾਈਮ ਦਾ ਕੀ ਪਤਾ ਹੁੰਦਾ। ਇੱਕ ਦਿਨ ਆਤਮਾ ਸਾਨੂੰ ਮਿਲਣ ਆਇਆ ਤਾਂ ਉਹ ਵੀ ਸੱਤੀ ਬਾਰੇ ਦੱਸ ਰਿਹਾ ਸੀ। ਇੱਕ ਦਿਨ ਉਹ ਉੱਥੇ ਵੀ ਆਇਆ ਸੀ। ਮੈਨੂੰ ਕਿਸੇ ਜਾਣੂ ਨੇ ਦੱਸਿਆ ਵੀ ਭਾਈ ਤੁਹਾਡਾ ਛੋਟਾ ਸੱਤੀ ਉੱਥੇ ਚੌਂਕ 'ਚ ਡਿੱਗਿਆ ਪਿਆ। ਮੈਂ ਉੱਥੇ ਗਿਆ ਤਾਂ ਇਹ ਸ਼ਰਾਬ ਪੀਤੀ ਬੇਸੁੱਧ ਪਿਆ ਸੀ। ਤਮਾਸ਼ਬੀਨ ਦੇ ਆਲੇ ਦੁਆਲੇ ਇਕੱਠੇ ਹੋਏ ਸੀ। ਮੈਂ ਇਹਦੀ ਉਹ ਵਿਕ ਲਾਈ ਮੁੜ ਹੁਣ ਉਧਰ ਦਾ ਮੂੰਹ ਨਹੀਂ ਕਰਿਆ ਕਦੇ ਇਹਨੇ ਹੁਣ ਕੀ ਸੁਧਰਨਾ। ਜਦੋਂ ਸੁਧਰਨ ਦੇ ਦਿਨ ਸੀ ਉਦੋਂ ਆਪਣੇ 'ਚ ਭੁੱਜਤ ਨਹੀਂ ਸੀ। ਹੁਣ ਤਾਂ ਇਹਨੇ ਇਉਂ ਹੀ ਡਿੱਗਦੇ ਢਹਿੰਦੇ ਜ਼ਿੰਦਗੀ ਗੁਜ਼ਾਰ ਲੈਣੀ ਹੈ। ਮੈਂ ਆਤਮੇ ਨੂੰ ਕੀ ਕਹਿੰਦਾ ਵੀ ਤੂੰ ਕਿਹੜੀ ਜ਼ਿੰਮੇਵਾਰੀ ਨਿਭਾਈ ਹੈ ਟੱਬਰ ਦੀ। ਤੂੰ ਵੱਡਾ ਸੀ, ਕੁਛ ਤਾਂ ਕਰਦਾ। ਕਹਿਣਾ ਤਾਂ ਮੈਂ ਬਹੁਤ ਕੁਛ ਚਾਹੁੰਦਾ ਸੀ, ਪਰ ਚੁੱਪ ਕਰ ਰਿਹਾ। ਨੁਮਾਇਆ ਤੂੰ ਤਾਂ ਕਦੇ ਆ ਜਾਇਆ ਕਰ, ਤੇਰੀ ਭਰਜਾਈ ਤੈਨੂੰ ਬਹੁਤ ਯਾਦ ਕਰਦੀ ਰਹਿੰਦੀ ਹੈ। ਆਤਮੇ ਨੇ ਤੁਰਨ ਵੇਲੇ ਆਖਿਆ ਸੀ, ਕਬੀਲਦਾਰੀ ਖਹਿੜਾ ਨਹੀਂ ਛੱਡਦੀ। ਕੰਬਲ ਨੂੰ ਤਾਂ ਛੱਡਦੇ ਆ, ਪਰ ਕੰਬਲ ਨਹੀਂ ਛੱਡਦਾ। ਮੈਂ ਆਖਤਾ ਸੀ, ਤੈਨੂੰ ਕੁਛ ਕਰਨਾ ਪੈਂਦਾ ਹੈ ਇਹੋ ਜਿਹੇ ਕਚੱਜੇ ਟੱਬਰ ਦਾ ਤਾਂ ਤੈਨੂੰ ਪਤਾ ਲੱਗ ਜਾਂਦਾ। ਮੈਂ ਕਹਿਣਾ ਚਾਹੁੰਦਾ ਸੀ ਪਰ ਚੁੱਪ ਰਿਹਾ। ਮੱਦੀ BA ਕਰ ਗਿਆ ਸੀ, ਹੁਣ ਤੂੰ B.Ed ਕਰ ਲੈ, ਕਿਤੇ ਰੋਟੀ ਜੋਕਰਾ ਹੋ ਜਾਏਗਾ। ਮੈਂ ਉਹਨੂੰ ਸਲਾਹ ਦਿੱਤੀ ਸੀ। ਮੇਰੀ ਸਲਾਹ ਮੰਨ ਉਹਨੇ B.Ed ਕਰ ਲਈ ਸੀ। ਮੁਫਤ ਵਾਂਗ ਹੀ ਹੋ ਗਈ ਸੀ ਉਹਦੀ B.Ed। ਘਰੋਂ ਰੋਟੀ ਖਾ ਕੇ ਕਾਲਜ ਹੋ ਆਉਂਦਾ ਸੀ। B.Ed ਕਰਦਿਆਂ ਹੀ ਉਹਨੂੰ ਫਿਰੋਜ਼ਪੁਰ ਦੇ ਇੱਕ ਸਕੂਲ 'ਚ ਨੌਕਰੀ ਮਿਲ ਗਈ। ਅਜੇ ਉੱਥੇ 2-4 ਮਹੀਨੇ ਕੱਟੇ ਸੀ ਕਿ ਉਹਨੂੰ ਸਰਕਾਰੀ ਨੌਕਰੀ ਮਿਲ ਗਈ। ਸਰਕਾਰੀ ਨੌਕਰੀ ਕਰਦਿਆਂ ਹੀ ਉਹ MA ਅਰਥ ਸ਼ਾਸਤਰ ਵੀ ਕਰ ਗਿਆ। ਬਾਅਦ 'ਚੋਂ ਲੈਕਚਰਰ ਪ੍ਰਮੋਟ ਹੋ ਗਿਆ ਸੀ। ਮਹਿੰਦਰ ਵੀ ਕਾਲਜ 'ਚ ਚਲਾ ਗਿਆ ਸੀ, ਪਰ ਉਹਦੇ ਚੱਜ ਕੋਈ ਬਹੁਤੇ ਚੰਗੇ ਨਹੀਂ ਸੀ। ਤਲਵੰਡੀ ਪਿਤਾ ਨੂੰ ਜੂਆ ਖੇਡਦਿਆਂ ਦੇਖ ਉਹਨੂੰ ਵੀ ਜੂਏ ਦੀ ਲੱਤ ਲੱਗ ਗਈ ਸੀ। ਮੇਰੇ ਕੋਲੋਂ ਚੋਰੀਆਂ ਸਿਗਰਟਾਂ ਵੀ ਪੀਣ ਲੱਗ ਪਿਆ ਸੀ। ਇੱਕ ਅੱਧ ਵਾਰ ਮੈਂ ਉਹਨੂੰ ਸਿਗਰਟ ਪੀਂਦਿਆਂ ਫੜ ਵੀ ਲਿਆ ਸੀ। ਝਿੜਕ ਝਪਟ ਤੋਂ ਬਾਅਦ ਗੱਲ ਆਈ ਗਈ ਹੋ ਗਈ ਸੀ। ਇੱਕ ਵਾਰ ਮੈਂ ਘਰ ਬਣਾਉਣ ਲਈ ਪਲਾਟ ਖਰੀਦਣਾ ਸੀ। ਮੈਂ ਮਹਿੰਦਰ ਨੂੰ ਚੈੱਕ ਦੇ ਕੇ ਸਕੂਲ ਚਲਾ ਗਿਆ। ਉਹਨੇ ਬੈਂਕ 'ਚੋਂ ਪੈਸੇ ਕਢਾ ਕੇ ਲਿਆਉਣੇ ਸੀ। ਉਹ ਪੈਸੇ ਅਸੀਂ ਸ਼ਾਮ ਨੂੰ ਦਲਾਲ ਨੂੰ ਦੇਣੇ ਸੀ। ਮੈਂ ਸ਼ਾਮੀ ਸਕੂਲੋਂ ਮੁੜਿਆ ਤਾਂ ਮਹਿੰਦਰ ਤੋਂ ਪੈਸੇ ਮੰਗੇ। ਉਹਨੇ ਲਿਫਾਫਾ ਲਿਆ ਕੇ ਮੈਨੂੰ ਫੜਾਤਾ। ਅਸੀਂ ਪੈਸੇ ਦਲਾਲ ਨੂੰ ਦੇ ਦਿੱਤੇ। ਜ਼ਮੀਨ ਦੀ ਰਜਿਸਟਰੀ ਕਰਵਾ ਲਈ। ਕੁਝ ਦਿਨਾਂ ਬਾਅਦ ਹੀ ਸਾਡਾ ਇੱਕ ਰਿਸ਼ਤੇਦਾਰ ਮੈਨੂੰ ਮਿਲਣ ਆਇਆ। ਇੱਧਰ ਉੱਧਰ ਦੀਆਂ ਗੱਲਾਂ ਮਾਰਨ ਤੋਂ ਬਾਅਦ ਉਸ ਆਖਿਆ, ਮੈਂ ਤਾਂ ਯਾਰ ਉਹ ਪੈਸੇ ਲੈਣ ਆਇਆ ਸੀ ਜੋ ਤੂੰ ਮਹਿੰਦਰ ਹੱਥ ਮੰਗਵਾਏ ਸੀ। ਮੈਨੂੰ ਪੈਸਿਆਂ ਦੀ ਸਖਤ ਲੋੜ ਹੈ, ਨਹੀਂ ਤਾਂ ਮੈਂ ਸ਼ਾਇਦ ਨਾ ਹੀ ਆਉਂਦਾ।
ਘਰ ਵਾਲੀ ਗੱਲ ਹੈ ਆਪਣੀ ਤਾਂ, ਮੌਕੇ ਸਿਰ ਵੇਲਾ ਸਰ ਜਾਏ, ਇਹਦੇ ਵਰਗੀ ਰੀਸ ਨਹੀਂ ਹੁੰਦੀ। ਸੁਣ ਕੇ ਮੇਰੇ ਤਾਂ ਜਿਵੇਂ ਸਿਰ ਤੇ 100 ਘੜਾ ਪਾਣੀ ਪੈ ਗਿਆ ਹੋਵੇ। ਕਿਹੜੇ ਪੈਸੇ? ਮੈਂ ਤਾਂ ਕੋਈ ਪੈਸੇ ਨਹੀਂ ਮੰਗਵਾਏ। ਮੈਂ ਝੱਟ ਕਹਿਤਾ ਸੀ। ਮਹਿੰਦਰ ਲੈ ਆਇਆ ਸੀ ਮੰਗ ਕੇ ਕਿ ਭਰਾ ਜੀ ਨੇ ਪਲਾਟ ਲੈਣਾ, ਕੁਛ ਪੈਸੇ ਥੁੜਦੇ ਆ, ਰਿਸ਼ਤੇਦਾਰ ਨੇ ਕਹਿਤਾ ਸੀ। ਮਹਿੰਦਰ ਨੂੰ ਤਾਂ ਸਭ ਪਤਾ ਸੀ, ਉਹ ਤਾਂ ਰਿਸ਼ਤੇਦਾਰ ਨੂੰ ਆਇਆ ਵੇਖ ਘਰੋਂ ਉਦੋਂ ਹੀ ਤਿੱਤਰ ਹੋ ਗਿਆ ਸੀ। ਕੋਈ ਨਹੀਂ, ਮਹਿੰਦਰ ਨੂੰ ਆ ਲੈਣ ਦੇ, ਮੈਂ ਪੁੱਛ ਕੇ ਪੈਸੇ ਅੱਪੜਦੇ ਕਰ ਦੂੰ, ਕਹਿ ਕੇ ਮੈਂ ਰਿਸ਼ਤੇਦਾਰ ਨੂੰ ਤੋਰਤਾ ਸੀ। ਰਾਤ ਤੱਕ ਮਹਿੰਦਰ ਘਰ ਹੀ ਨਾ ਮੁੜਿਆ। ਮਾਂ ਬਾਰ-ਬਾਰ ਆਖੀ ਜਾਵੇ, ਪੁੱਤ ਰਾਮ ਲੱਭੋ ਭਾਈ ਉਹਨੂੰ, ਜਵਾਨ ਜਹਾਨ ਪੁੱਤ ਧੀ ਹੈ, ਹੋਰ ਨਾ ਕੋਈ ਹੀਣ ਕੀਫੀ ਕਰ ਲੇ, ਪੈਸੇ ਤਾਂ ਫੇਰ ਵੀ ਆ ਜਾਣਗੇ। ਘਰੋਂ ਗਿਆ ਧੀ ਪੁੱਤ ਨਹੀਂ ਮੁੜ ਮਿਲਦਾ ਹੁੰਦਾ। ਮੱਦੀ ਇੱਧਰ ਉੱਧਰ ਭੱਜਿਆ ਫਿਰਿਆ, ਕਾਫੀ ਰਾਤ ਗਏ, ਉਹਨੂੰ ਇੱਕ ਪਾਰਕ ਚੋਂ ਲੱਭ ਕੇ ਲਿਆਇਆ। ਉਹਦੇ ਆਉਣ ਤੇ ਟੱਬਰ ਨੇ ਸੁੱਖ ਦਾ ਸਾਹ ਲਿਆ ਸੀ, ਪਰ ਮੈਨੂੰ ਤਾਂ ਜਿਵੇਂ ਗੁੱਸੇ ਨਾਲ ਦੌਰਾ ਪੈਣ ਵਾਲਾ ਹੋਇਆ ਪਿਆ ਸੀ। ਮਹਿੰਦਰ ਨੇ ਰੋਂਦੇ ਰੋਂਦੇ ਦੱਸਿਆ ਸੀ ਵੀ ਉਹ ਪੈਸੇ ਬੈਂਕ ਚੋਂ ਕਢਾ ਲਿਆਇਆ ਸੀ, ਐਵੇਂ ਹੋਸਟਲ 'ਚ ਚਲਾ ਗਿਆ ਯਾਰਾਂ ਦੋਸਤਾਂ ਨਾਲ, ਉੱਥੇ ਕੁਛ ਮੁੰਡੇ ਜੂਆ ਖੇਡਦੇ ਸੀ, ਇਹ ਵੀ ਧੱਕੇ ਧਕਾਏ ਬਹਿ ਗਿਆ, ਸਾਰੇ ਪੈਸੇ ਹਾਰ ਗਿਆ। ਹਾਰ ਜਾਣ ਤੇ ਹੋਸ਼ ਆਈ, ਉਦੋਂ ਹੱਥ ਵਾਸ ਕੁਛ ਨਹੀਂ ਸੀ ਰਿਹਾ, ਅਗਲਿਆਂ ਭੇਡ ਮੁੰਨ ਕੇ ਘਰ ਤੋਰਤੀ ਸੀ। ਬਸ ਉਹ ਝੂਠ ਬੋਲ ਕੇ ਰਿਸ਼ਤੇਦਾਰ ਤੋਂ ਪੈਸੇ ਫੜ ਲਿਆਇਆ ਸੀ। ਤੇਰੀ ਕਸਰ ਰਹਿੰਦੀ ਸੀ ਦੁੱਖ ਦੇਣ ਵਾਲੀ, ਬਾਕੀਆਂ ਨੇ ਤਾਂ ਮੇਰਾ ਮਾਸ ਚੂੰਢ ਹੀ ਲਿਆ, ਹੁਣ ਤੂੰ ਵੀ ਕਾਹਨੂੰ ਪਿੱਛੇ ਰਹਿਣਾ, ਮੈਂ ਇੰਨਾ ਹੀ ਆਖ ਸਕਿਆ ਸੀ। ਰਿਸ਼ਤੇਦਾਰ ਨੂੰ ਸਬਰ ਕਰਨ ਲਈ ਆਖਿਆ। ਮੈਂ ਤੇ ਮੱਦੀ ਨੇ ਹੌਲੀ ਹੌਲੀ ਉਹਦੇ ਪੈਸੇ ਲਾਏ। ਉਂਝ ਇਸ ਘਟਨਾ ਦਾ ਇੱਕ ਲਾਭ ਵੀ ਹੋਇਆ, ਮਹਿੰਦਰ ਦੀ ਜ਼ਿੰਦਗੀ 'ਚ ਸੁਧਾਰ ਹੋ ਗਿਆ ਸੀ। ਉਹ ਸਿਗਰਟ ਪੀਣੀ ਛੱਡਤੀ, ਭੈੜੇ ਮੁੰਡਿਆਂ ਦੀ ਸੰਗਤ ਤੋਂ ਵੀ ਪੱਲਾ ਖਿੱਚ ਲਿਆ, ਪੂਰੀ ਸੁਰਤੀ ਪੜ੍ਹਾਈ 'ਚ ਲਾਤੀ ਤੇ ਉਹ ਵੀ BA ਫਸਟ ਡਿਵੀਜ਼ਨ 'ਚ ਕਰ ਗਿਆ। ਉਦੋਂ ਹੀ ਉਹਨੂੰ ਇੱਕ ਨਵੇਂ ਖੁੱਲੇ ਬੈਂਕ 'ਚ ਨੌਕਰੀ ਵੀ ਮਿਲ ਗਈ। MA ਇਕਨੋਮਿਕਸ ਕਰ ਲੈ ਤੂੰ, ਜਾਂ ਤੂੰ ਵੀ B.Ed ਕਰ ਲੈ, ਸੋਹਣੀ ਨੌਕਰੀ ਮਿਲ ਜੂ ਤੈਨੂੰ, ਮੈਂ ਉਹਨੂੰ ਸਲਾਹ ਦਿੱਤੀ ਸੀ। ਵੀਰ ਜੀ ਬਥੇਰਾ ਤੁਹਾਡਾ ਲਹੂ ਪੀ ਲਿਆ, ਹੁਣ ਕੁਛ ਤਾਂ ਤੁਹਾਡਾ ਭਾਰ ਹੌਲਾ ਕਰੀਏ। ਮੈਂ B.Ed ਨਹੀਂ ਕਰਨੀ, ਮਾਸਟਰ ਨਹੀਂ ਬਣਨਾ, ਮੈਨੂੰ ਬੈਂਕ ਦੀ ਨੌਕਰੀ ਠੀਕ ਹੈ, ਉਹ ਸਾਖ ਦਿੱਤਾ ਸੀ। ਮੱਦੀ ਦੇ ਇੱਕ ਸਾਥੀ ਦੀ ਭੈਣ ਦਾ ਰਿਸ਼ਤਾ ਆਇਆ ਸੀ, ਕੁੜੀ ਸਰਕਾਰੀ ਨੌਕਰੀ 'ਚ ਹੀ ਸੀ। ਭਾਵੇਂ ਕੁੜੀ ਦੇਖਣ ਪਾਖਣ ਨੂੰ ਮੈਨੂੰ ਪਸੰਦ ਨਹੀਂ ਸੀ, ਪਰ ਮੱਦੀ ਦਾ ਕਹਿਣਾ ਸੀ ਭਰਾ ਜੀ ਪੱਕੀ ਸਰਕਾਰੀ ਨੌਕਰੀ ਹੈ, ਸੋਹਣੀ ਸਾਣੀ ਤੋਂ ਆਪਾਂ ਕੀ ਲੈਣਾ, 2 ਤਨਖਾਹਾਂ ਨਾਲ ਘਰ ਭਰ ਜਾਂਦਾ ਕੇਰਾ, ਮੱਦੀ ਨੇ ਕਹਿ ਦਿੱਤਾ ਸੀ। ਮੈਨੂੰ ਕੀ ਇਤਰਾਜ਼ ਹੋ ਸਕਦਾ ਸੀ? ਜੇ ਕੁੜੀ ਉਹਨੂੰ ਪਸੰਦ ਸੀ ਤਾਂ ਮੈਂ ਕਿਉਂ ਰਾਹ 'ਚ ਰੋੜਾ ਬਣਾ? ਉਹਦੀ ਜ਼ਿੰਦਗੀ ਸੀ, ਉਹਨੇ ਆਪਣੇ ਢੰਗ ਨਾਲ ਗੁਜ਼ਾਰਨੀ ਸੀ। ਮੱਦੀ ਦਾ ਵਿਆਹ ਉਸੇ ਕੁੜੀ ਨਾਲ ਹੋ ਗਿਆ। ਵਿਆਹ ਤੋਂ ਬਾਅਦ ਉਹਦੀ ਇੱਛਾ ਸੀ ਕਿ ਅਸੀਂ ਇਕੱਠੇ ਹੀ ਰਹੀਏ, ਪਰ ਮੈਂ ਨਾ ਕਰਦੀ ਸੀ। ਹੁਣ ਤੁਹਾਡੀ ਆਪਣੀ ਜ਼ਿੰਦਗੀ ਹੈ, ਆਪਣੇ ਢੰਗ ਤੇ ਆਜ਼ਾਦੀ ਨਾਲ ਜੀਓ, ਮੈਥੋਂ ਜੋ ਹੋਇਆ ਕਰਤਾ, ਮੈਂ ਆਖਤਾ ਸੀ। ਤੁਹਾਡਾ ਦੇਣ ਤਾਂ ਮੈਂ ਭਰਾ ਜੀ ਸਾਰੀ ਉਮਰ ਨਹੀਂ ਦੇ ਸਕਦਾ, ਤੁਸੀਂ ਤਾਂ ਸਾਨੂੰ ਆਪਣੇ ਨਾਲੋਂ ਵੀ ਉੱਪਰ ਕਰਤਾ। ਰਾਮਚੰਦਰ ਨੂੰ ਤਾਂ ਮੈਂ ਨਹੀਂ ਦੇਖਿਆ, ਪਰ ਸਾਡਾ ਰਾਮ ਵੀ ਕਿਸੇ ਰਾਮਚੰਦਰ ਤੋਂ ਘੱਟ ਨਹੀਂ। ਉਸ ਅੱਖਾਂ ਭਰ ਕੇ ਆਖਿਆ। ਮੇਰਾ ਹਿਰਦਾ ਵੀ ਉਹਦੇ ਬੋਲ ਸੁਣ ਕੇ ਪਸੀਜ ਗਿਆ ਸੀ। ਉਹਨਾਂ ਆਪਣਾ ਘਰ ਵੱਖਰਾ ਲੈ ਲਿਆ ਸੀ। ਪਹਿਲਾਂ ਉਹਦੇ 2 ਮੁੰਡੇ ਹੋਏ, ਫਿਰ ਇੱਕ ਕੁੜੀ। ਉਹ ਵੀ ਆਪਣੀ ਜ਼ਿੰਦਗੀ ਦੇ ਰਾਹ ਤੇ ਅੱਗੇ ਵਧਣ ਲੱਗ ਪਿਆ ਸੀ। ਦੋਵੇਂ ਨੌਕਰੀ ਤੇ ਜਾਂਦੇ ਹੋਣ ਕਰਕੇ ਪਿੱਛੋਂ ਘਰ ਦੀ ਨਿਗਰਾਨੀ ਰੱਖਣ ਲਈ ਪਿਤਾ ਉਹਨਾਂ ਨਾਲ ਰਹਿਣ ਲੱਗ ਪਿਆ ਸੀ। 1-2 ਵਰ੍ਹੇ ਬਾਅਦ ਹੀ ਮਹਿੰਦਰ ਨੂੰ ਵੀ ਇੱਕ ਬੈਂਕ 'ਚ ਲੱਗੀ ਕੁੜੀ ਦਾ ਰਿਸ਼ਤਾ ਹੋ ਗਿਆ ਸੀ। ਉਹਦਾ ਸਹੁਰਾ ਦਿੱਲੀ ਦਾ ਰਹਿਣ ਵਾਲਾ ਸੀ, ਉੱਥੇ ਉਹਦੀ ਨੌਕਰੀ ਸੀ। ਕੁਛ ਦੇਰ ਲਈ ਉਹ ਇੱਥੇ ਮੋਗੇ ਬਦਲ ਕੇ ਆਇਆ ਸੀ, ਉਦੋਂ ਉਹਦਾ ਸੰਪਰਕ ਮਹਿੰਦਰ ਨਾਲ ਹੋ ਗਿਆ ਸੀ। ਉਹ ਕੁੜੀ ਵੀ ਦੇਖਣੋਂ ਪਾਖਣੋਂ ਮੈਨੂੰ ਪਸੰਦ ਨਹੀਂ ਸੀ ਆਈ, ਪਰ ਉਹਨਾਂ ਪਿਓ ਧੀ ਨੇ ਮਹਿੰਦਰ ਨੂੰ ਪਹਿਲਾਂ ਹੀ ਆਪਣੇ ਹੱਥੇ ਚਾੜ ਲਿਆ ਸੀ। ਕੁੜੀ ਦਿਖਾਈ ਗਈ ਤਾਂ ਮੈਂ ਮਹਿੰਦਰ ਨੂੰ ਆਖਿਆ ਸੀ, ਤੂੰ ਸੋਹਣਾ ਸੁਨੱਖਾ ਮੁੰਡਾ ਹੈ, ਤੈਨੂੰ ਇਸ ਨਾਲੋਂ ਵਧੀਆ ਕੁੜੀ ਮਿਲ ਸਕਦੀ ਹੈ। ਉਹ ਵੀਰ ਜੀ ਇਹੋ ਠੀਕ ਹੈ, ਨੌਕਰੀ ਲੱਗੀ ਹੋਈ ਹੈ, ਹੋਰ ਆਪਾਂ ਕੀ ਲੈਣਾ ਰੱਬ ਤੋਂ, ਨਾਲ ਰਹਿਣ ਤੇ ਆਪੇ ਸੋਹਣੀ ਲੱਗਣ ਲੱਗ ਪੈਂਦੀ ਹੈ, ਮਹਿੰਦਰ ਨੇ ਕਹਿ ਦਿੱਤਾ ਸੀ। ਮੈਂ ਕੀ ਕਹਿ ਸਕਦਾ ਸੀ? ਮਹਿੰਦਰ ਦਾ ਵੀ ਮਹਿੰਗਾ ਸਸਤਾ ਵਿਆਹ ਹੋ ਗਿਆ ਸੀ। ਸਕੀਮ ਅਨੁਸਾਰ ਉਹਦੇ ਸਹੁਰੇ ਨੇ ਉਹਨਾਂ ਦੋਵਾਂ ਦੀ ਬਦਲੀ ਦਿੱਲੀ ਕਰਵਾ ਲਈ ਸੀ। ਮਾਂ ਸੱਤੀ ਮੇਰੇ ਕੋਲ ਰਹਿ ਗਈ ਸੀ। ਹੁਣ ਮੇਰੇ ਆਪਣੇ ਬੱਚਿਆਂ ਦੀ ਪਾਲਣ ਦੀ ਮੇਰੀ ਜ਼ਿੰਮੇਵਾਰੀ ਸੀ। ਚੰਗੀ ਗੱਲ ਇਹ ਹੋਈ ਕਿ ਮੇਰੀ ਪਤਨੀ ਨੂੰ ਵੀ ਇੱਥੋਂ ਦੇ ਕੁੜੀਆਂ ਦੇ ਸਕੂਲ 'ਚ ਨੌਕਰੀ ਮਿਲ ਗਈ ਸੀ। ਕੁੜੀਆਂ ਉਹਦੇ ਨਾਲ ਪੜ੍ਹਨ ਚਲੀਆਂ ਜਾਂਦੀਆਂ, ਪੁੱਤ ਮੇਰੇ ਨਾਲ ਸਕੂਲ ਆ ਜਾਂਦਾ। ਉਦੋਂ ਹੀ ਮੈਂ MA ਅੰਗਰੇਜ਼ੀ ਵੀ ਕਰ ਲਈ ਸੀ। ਪ੍ਰੋਫੈਸਰ ਲੱਗਣ ਦੀ ਰੀਝ ਮਨ ਹੀ ਮਨ ਮਰ ਗਈ ਸੀ। ਪਹਿਲਾਂ ਪਿਓ ਦੇ ਟੱਬਰ ਨੇ ਕੁਝ ਨਹੀਂ ਸੀ ਕਰਨ ਦਿੱਤਾ, ਹੁਣ ਮੇਰਾ ਆਪਣਾ ਟੱਬਰ ਆ ਗਿਆ ਸੀ। ਇਦਾਂ ਹੀ ਕਿੰਨਾ ਹੀ ਪਾਣੀ ਜ਼ਿੰਦਗੀ ਦੇ ਪੁਲਾਂ ਹੇਠ ਦੇ ਲੰਘ ਗਿਆ ਸੀ। ਧੰਨਵਾਦ। ਅੰਗ 13ਵਾਂ। ਸਾਡੇ 4 ਭਰਾਵਾਂ ਦੇ ਮਹਿੰਗੇ ਸਸਤੇ ਵਿਆਹ ਹੋ ਗਏ ਸਨ। ਮਾਂ ਹਰ ਵਿਆਹ 'ਚ ਟੂਮਾਂ ਢੋਂਦੀ। ਆਖਿਰ ਮਹਿੰਦਰ ਦੇ ਵਿਆਹ ਤੋਂ ਪਿੱਛੋਂ ਟੂਮਾਂ ਮਾਂ ਕੋਲ ਨਾ ਆਈਆਂ।
ਮਾਂ ਨੇ ਮਹਿੰਦਰ ਨੂੰ ਕਈ ਵਾਰ ਆਖਿਆ, ਪਰ ਉਹਦਾ ਹੁਸ਼ਿਆਰ ਸਹੁਰਾ ਵਿੱਚ ਆ ਜਾਂਦਾ। ਉਹ ਆਖਦਾ, ਜੋ ਦੇ ਦਿੱਤੀਆਂ ਦੇ ਦਿੱਤੀਆਂ, ਗਹਿਣਾ ਪਾ ਕੇ ਵੀ ਕਦੇ ਕੋਈ ਵਾਪਸ ਲੈਂਦਾ? ਇਹ ਤਾਂ ਅਜੀਬ ਗੱਲ ਸੁਣੀ ਹੈ। ਇਹ ਤਾਂ ਥੁੱਕੇ ਚੱਟਣ ਵਾਲੀ ਗੱਲ ਹੋ ਗਈ। ਟੂਮਾਂ ਬਾਰੇ ਮਾਂ ਮਰਦੇ ਦਮ ਤੀਕ ਹੌਕੇ ਭਰਦੀ ਰਹੀ। ਨਾ ਮੁੜ ਮਹਿੰਦਰ ਦੀ ਸ਼ਕਲ ਦਿਸੀ, ਨਾ ਮਾਂ ਦੀਆਂ ਟੂਮਾਂ ਦੀ। ਉਂਝ ਕਦੀ ਉਹ ਬਾਸਰ ਕੇ ਮਹਿੰਦਰ ਜਾਂ ਉਹਦੀ ਵਹੁਟੀ ਦੇ ਖਿਲਾਫ ਕੁਝ ਕਹਿੰਦੀ ਵੀ ਨਹੀਂ ਸੀ। ਚਾਰੇ ਭਰਾਵਾਂ ਦੀ ਸ਼ਾਦੀ ਦੀ ਗੱਲ ਚੱਲਦਿਆਂ ਇੰਨਾ ਜ਼ਰੂਰ ਆਖ ਦਿੰਦੀ, ਮੇਰੇ ਗਰੀਬਣੀ ਕੋਲ ਹੈ ਹੀ ਕੀ ਸੀ ਬਹੂਆਂ ਨੂੰ ਦੇਣ ਲਈ? ਸਿਉਨੇ ਵਰਗੇ ਪੁੱਤ ਜ਼ਰੂਰ ਸੀਗੇ ਮੇਰੇ ਕੋਲ, ਉਹ ਦੇ ਦਿੱਤੇ ਨਾ ਬਹੂਆਂ ਨੂੰ। ਚਲੋ ਰਾਜੀ ਰਹਿਣ, ਆਪੇ ਆਪਣੇ ਘਰ ਸੁੱਖ ਭੋਗਣ। ਸਾਡਾ ਤਾਂ ਹੁਣ ਨਦੀ ਕਿਨਾਰੇ ਰੁਖੜਾ ਹੈ। ਸੱਤੀ ਬਾਰੇ ਉਹ ਜ਼ਰੂਰ ਰਿੱਝਦੀ। ਇਹਦਾ ਗਰੀਬ ਦਾ ਨਾ ਕੁਛ ਬਣਿਆ, ਇਹਦੇ ਪੱਲੇ ਤਾਂ ਫਕੀਰੀ ਹੈ। ਭੋਗ ਕੇ ਜਿਹਾ ਜਿਹਾ ਦੁਨੀਆ ਤੋਂ ਆਇਆ ਹੈ, ਉਹੋ ਜਿਹਾ ਤੁਰਜੂ। ਇਹਦਾ ਨਾਂ ਲੈਣ ਵਾਲਾ ਕੋਈ ਨਹੀਂ ਹੋਣਾ। ਵਿਆਹ ਜਾਂਦਾ ਤਾਂ ਇਹਦੀ ਵੀ ਜੜ ਲੱਗ ਜਾਂਦੀ। ਹੁਣ ਕੀ ਹੋਣਾ ਇਹਦਾ? ਵਿਆਹ ਵਾਲੀ ਉਮਰ ਤਾਂ ਲੰਘ ਗਈ ਇਹਦੀ। ਹੁਣ ਕਿਹੜਾ ਲਈ ਬੈਠਾ ਇਹਦੇ ਲਈ ਨੱਥ ਵਾਲੀ? ਲਿਆ ਦਈਏ ਇਹਦੇ ਲਈ ਕੋਈ ਨੱਥ ਵਾਲੀ? ਸਾਂਭ ਲਏਂਗੀ ਤੂੰ ਬਹੂ ਨੂੰ? ਉਹਨੇ 100 ਚੀਜ਼ਾਂ ਮੰਗਿਆ ਕਰਨੀਆਂ, ਦੇਖ ਲੈ। ਇੱਕ ਦਿਨ ਮੈਂ ਹੱਸ ਕੇ ਮਾਂ ਨੂੰ ਪੁੱਛਿਆ। ਸੁਣ ਕੇ ਮਾਂ ਮੇਰੇ ਵੱਲ ਨੀਝ ਲਾ ਕੇ ਦੇਖਣ ਲੱਗ ਪਈ ਸੀ, ਜਿਵੇਂ ਮੇਰੀ ਆਖੀ ਗੱਲ ਦੇ ਸੱਚ ਝੂਠ ਦੀ ਪੁੰਨ ਛਾਣ ਕਰ ਰਹੀ ਹੋਵੇ। ਫਿਰ ਝਾਟੀ ਕਹਿਣ ਲੱਗੀ, ਪੁੱਤ ਮਾਂ ਨੂੰ ਝੇਡਾਂ ਨਹੀਂ ਕਰੀਦੀਆਂ। ਮੈਂ ਜਾਣਦੀ ਹਾਂ ਤੁਹਾਨੂੰ ਸੱਤੀ ਲਈ ਬਹੂ ਲਿਆਉਣ ਵਾਲਿਆਂ ਨੂੰ। ਜੇ ਤੁਸੀਂ ਕੁਛ ਕਰਨਾ ਹੁੰਦਾ ਕਰ ਨਾ ਲੈਂਦੇ? ਇਸ ਗਰੀਬ ਦਾ ਘਰ ਵੀ ਵਸ ਜਾਂਦਾ। ਊਂ ਜੇ ਕਰਦੇ ਹੋ ਪੁੰਨ ਵਾਲਾ ਕੰਮ ਹੈ। ਮੈਂ ਤਾਂ 10 ਬਹੂਆਂ ਸਾਂਭ ਲੂੰਗੀ, ਤੁਸੀਂ ਇੱਕ ਦੀ ਗੱਲ ਕਰਦੇ ਆ। ਛੁੱਟੀ ਦਾ ਦਿਨ ਸੀ, ਮੈਂ ਘਰ ਹੀ ਸੀ। ਸਾਡੀ ਗਲੀ 'ਚ ਹੀ 2 ਮੁੰਡੇ ਇੱਕ ਕੁੜੀ ਨਾਲ 2-3 ਵਾਰ ਲੰਘੇ। ਉਹਨਾਂ ਦਾ ਇਉਂ ਬਾਰ-ਬਾਰ ਗੇੜੇ ਕੱਢਣਾ ਸ਼ੱਕੀ ਜਿਹਾ ਹੀ ਸੀ। ਇੰਨੇ ਨੂੰ ਸੱਤੀ ਹਰਫਲਿਆ ਜਿਹਾ ਘਰ ਆਇਆ ਤੇ ਮਾਂ ਦਾ ਹੱਥ ਫੜ ਕੇ ਕਹਿਣ ਲੱਗਾ, ਮਾਂ ਉਹ ਤਾਂ ਲੈ ਗਏ ਕੁੜੀ ਨੂੰ। ਮੈਂ ਹੁਣ ਕੀ ਕਰਾਂ ਮੈਂ? ਮਾਂ ਉਹਦੀ ਗੱਲ ਸਮਝ ਕੇ ਖਿੱਚ ਕੇ ਬੋਲੀ ਸੀ, ਖੂਹ 'ਚ ਡਿੱਗ ਜਾ ਕੇ ਖਾਤੇ 'ਚ ਪੈ ਜਾ। ਮੈਂ ਕੀ ਦੱਸਾਂ ਤੈਨੂੰ? ਤੂੰ ਕੀ ਕਰੇ? ਬਾਹਲੀ ਅੱਗ ਲੱਗੀ ਐ ਇਹਨੂੰ। ਕੁਛ ਕਮਾਉਂਦਾ ਕਰਦਾ ਤਾਂ ਤੇਰੇ ਨਾ ਕੰਨ ਵਿੰਨੇ ਜਾਂਦੇ। ਹੁਣ ਫਿਰਦਾ ਕੰਧਾਂ ਕੌਲਿਆਂ 'ਚ ਵੱਜਦਾ। ਧੱਕੇ ਖਾ ਜਾ ਕੇ ਮਰ ਜਾਏ ਤਾਂ ਸਬਰ ਤਾਂ ਕਰ ਲਾਂ। ਤੂੰ ਤਾਂ ਜੰਮ ਕੇ ਹੀ ਗਵਾਇਆ। ਤੀਵੀਂ ਦੀ ਲੋੜ ਤਾਂ ਕਮਲੇ ਤੋਂ ਕਮਲੇ ਤੇ ਸਿੱਧਰੇ ਤੋਂ ਸਿੱਧਰੇ ਬੰਦੇ ਨੂੰ ਵੀ ਰਹਿੰਦੀ ਹੈ। ਮੈਂ ਪਲ ਦੀ ਪਲ ਸੋਚ ਗਿਆ ਸੀ। ਉਸ ਦਿਨ ਸੱਚਮੁੱਚ ਸੱਤੀ ਤੇ ਮੈਨੂੰ ਬਹੁਤ ਤਰਸ ਆਇਆ ਸੀ। ਉਸ ਘਟਨਾ ਤੋਂ ਬਾਅਦ ਸੱਤੀ ਘਰੋਂ ਚਲਾ ਗਿਆ ਸੀ। 5-6 ਮਹੀਨੇ ਮੁੜਿਆ ਹੀ ਨਹੀਂ ਸੀ। ਹੌਲੀ-ਹੌਲੀ ਪਤਾ ਲੱਗਿਆ ਕਿ ਉਹ ਸੰਗਰੂਰ ਕਿਸੇ ਵੱਡੀ ਉਮਰ ਦੀ ਜਨਾਨੀ ਨਾਲ ਰਹਿਣ ਲੱਗ ਪਿਆ ਸੀ। ਦੱਸਣ ਵਾਲੇ ਨੇ ਇਹ ਵੀ ਦੱਸਿਆ ਸੀ ਕਿ ਔਰਤ ਉਹਨੂੰ ਭੁਲੇਖੇ ਨਾਲ ਚੰਗੇ ਖਾਨਦਾਨੀ ਘਰ ਦਾ ਸਮਝਦੀ ਸੀ, ਜਿਸ ਨਾਲ ਜੁੜ ਕੇ ਚੰਗੀ ਜਾਇਦਾਦ ਉਹਦੇ ਹੱਥ ਲੱਗ ਸਕਦੀ ਸੀ। ਉੱਥੇ ਕਦੀ ਉਹ ਵਾਜਿਆਂ ਵਾਲਿਆਂ ਨਾਲ ਰਲ ਕੇ ਪੈਸੇ ਲਿਆਉਂਦਾ, ਕਦੀ ਬੱਸਾਂ ਤੇ ਕੁਲੀ ਦਾ ਕੰਮ ਕਰਦਾ, ਕਦੀ ਮੰਗਣ ਵੀ ਲੱਗ ਜਾਂਦਾ। ਪਰ ਜਦ ਉਹਨੂੰ ਅਸਲੀਅਤ ਦਾ ਪਤਾ ਲੱਗਿਆ ਹੋਣਾ, ਉਹ ਧੱਕੇ ਮਾਰ ਕੇ ਸੱਤੀ ਨੂੰ ਚੱਲਦਾ ਕਰਤਾ ਹੋਣਾ। 6 ਮਹੀਨੇ ਬਾਅਦ ਉਹ ਘਰ ਮੁੜਿਆ ਤਾਂ ਮੈਂ ਉਹਨੂੰ ਹੱਸ ਕੇ ਪੁੱਛਿਆ ਸੀ, ਓਏ ਲਿਆਇਆ ਨਾ ਫਿਰ ਘੁੰਡ ਵਾਲੀ? ਕਿੱਥੇ ਛੱਡ ਆਇਆ ਉਹਨੂੰ? ਉਹਨੂੰ ਛੱਡ, ਇੱਕ ਦੋ ਜਵਾਕ ਹੀ ਲਿਆਉਂਦਾ, ਤੇਰੀ ਸੇਵਾ ਸੂਵਾ ਕਰਦੇ। ਸੁਣ ਕੇ ਮਾਂ ਖਿੱਚ ਗਈ ਸੀ। ਕਿਉਂ ਟਿਚਰਾਂ ਕਰਦਾ ਵਿਚਾਰੀ ਕਿਸਮਤ ਦੇ ਮਾਰੇ ਨੂੰ? ਇਹਦੀ ਮਾੜੀ ਕਿਸਮਤ ਹੈ ਤਾਂ ਹੀ ਤੁਹਾਡੇ ਵਰਗੇ ਇਹਦੀ ਪੱਤ ਲਾਉਂਦੇ ਫਿਰਦੇ ਐ। ਬਰਾਬਰ ਦਾ ਹੁੰਦਾ ਨਾ, ਤੁਹਾਨੂੰ ਵੀ ਪਤਾ ਲੱਗ ਜਾਂਦਾ ਚੱਬ ਗੱਲਾਂ ਕਰਨ ਦਾ। ਫਿਰ ਹੋ ਜਾਂਦਾ ਬਰਾਬਰ ਦਾ। ਇਹਨੂੰ ਕਿਹੜਾ ਆਪਾਂ ਰੋਕਿਆ ਸੀ? ਤੂੰ ਕਰ ਦਿੰਦੀ ਬਰਾਬਰ ਦਾ। ਮੈਂ ਹਿਰਕੇ ਕਹਿਤਾ ਸੀ। ਮੈਂ ਤਾਂ ਜਨਮ ਦੇਣ ਵਾਲੀ ਸੀ, ਮੱਥੇ ਦੀਆਂ ਲਕੀਰਾਂ ਤਾਂ ਵਿਆਹ ਮਾਤਾ ਨੇ ਵਾਹੁਣੀਆਂ ਸੀ। ਮੇਰੇ ਕੁਛ ਹੱਥ ਵੱਸ ਹੁੰਦਾ ਤਾਂ ਮੈਂ ਇਹਨੂੰ ਸੋਨੇ 'ਚ ਕਿਹੜਾ ਨਾ ਮੜਾ ਦਿੰਦੀ। ਜੇ ਕਾਸੇ ਜੋਗਾ ਨਹੀਂ ਹੋਇਆ ਤਾਂ ਹੀ ਤਾਂ ਤੇਰੇ ਵਰਗੇ ਟਿਚਰਾਂ ਕਰਦੇ ਇਸ ਗਰੀਬ ਨੂੰ। ਮਾਂ ਨਾਲ ਬਹਿਸ ਕਰਨ ਦਾ ਕੋਈ ਲਾਭ ਨਹੀਂ ਸੀ। ਧੰਨਵਾਦ। ਅੰਗ 14ਵਾਂ। ਕਿੰਨੇ ਹੀ ਵਰੇ ਤੇ ਕਿੰਨਾ ਹੀ ਪਾਣੀ ਜ਼ਿੰਦਗੀ ਦੇ ਪੁਲਾਂ ਥਾਣੀ ਵਗ ਗਿਆ ਸੀ। ਆਤਮੀ ਨੇ ਆਪਣੇ ਸਾਰੇ ਨਿਆਣਿਆਂ ਦੇ ਵਿਆਹ ਸ਼ਾਦੀਆਂ ਕਰ ਲਏ ਸਨ। ਕਿਸੇ ਨੇ ਬਹੁਤੀ ਪੜ੍ਹਾਈ ਵਗੈਰਾ ਤਾਂ ਨਹੀਂ ਸੀ ਕੀਤੀ ਤੇ ਦਰਮਿਆਨੇ ਘਰਾਂ 'ਚ ਹੀ ਕੁੜੀਆਂ ਮੁੰਡੇ ਵਿਆਹੇ ਗਏ ਸੀ। ਮੇਰੀਆਂ ਧੀਆਂ ਤੇ ਪੁੱਤ ਪੜ੍ਹ ਗਏ ਸੀ। ਵੱਡੀ MSc B.Ed ਕਰ ਗਈ, ਛੋਟੀ MA ਕਰ ਗਈ। ਪੁੱਤਰ ਨੇ ਇੰਜੀਨੀਅਰਿੰਗ ਕਰ ਲਈ ਸੀ। ਵੱਡੀ ਤ੍ਰਿਸ਼ਨਾ ਦਾ ਵਿਆਹ ਕੈਨੇਡਾ ਹੋ ਗਿਆ ਸੀ ਤੇ ਪੁੱਤਰ ਵੀ ਵਿਆਹ ਕਰਵਾ ਕੇ ਅਮਰੀਕਾ ਚਲਾ ਗਿਆ ਸੀ। ਛੋਟੀ ਅੰਚਲਾ ਮੁਕਤਸਰ ਵਿਆਹੀ ਗਈ ਸੀ। ਦਾਜ ਮੈਂ ਨਾ ਦਿੱਤਾ ਸੀ ਨਾ ਲਿਆ। ਸਾਰੇ ਯਾਰ ਦੋਸਤ ਮੈਨੂੰ ਕਹਿੰਦੇ ਸੀ, ਯਾਰ ਰਾਮ ਤੇਰੇ ਤਾਂ ਬੱਚਿਆਂ ਦੇ ਵਿਆਹ ਮੁਫਤੀ ਹੋ ਗਏ। ਅੱਜ ਕੱਲ੍ਹ ਦੇ ਜ਼ਮਾਨੇ 'ਚ ਕਿੰਨਾ ਔਖਾ ਕੰਮ ਹੈ ਇਹ। ਮੈਂ ਸੁਣ ਕੇ ਹੱਸ ਛੱਡਦਾ ਸੀ। ਮੱਦੀ ਦੇ ਦੋਵੇਂ ਮੁੰਡੇ ਤੇ ਕੁੜੀ ਵੀ ਚੰਗੀ ਪੜ੍ਹਾਈ ਕਰ ਗਏ ਸਨ। ਵੱਡਾ ਮੁੰਡਾ ਫਾਰਮਾਸਿਸਟ ਬਣ ਗਿਆ ਸੀ। ਛੋਟੇ ਨੇ ਕੰਪਿਊਟਰ ਦਾ 3 ਸਾਲ ਦਾ ਡਿਪਲੋਮਾ ਕਰ ਲਿਆ ਸੀ। ਕੁੜੀ ਨੇ BSc B.Ed ਕਰ ਲਈ ਸੀ। ਮਹਿੰਦਰ ਨੇ ਵੀ ਦਿੱਲੀ 'ਚ ਆਪਣਾ ਘਰ ਬਣਾ ਲਿਆ ਸੀ। ਉਹਦੇ ਇੱਕ ਮੁੰਡਾ ਤੇ ਕੁੜੀ ਸੀ।
ਮੁੰਡਾ ਬੀਟੈਕ ਕਰਕੇ ਅਮਰੀਕਾ ਚਲਾ ਗਿਆ। ਧੀ ਉਹਨੇ ਦਿੱਲੀ ਦੇ ਇੱਕ ਵਪਾਰੀ ਘਰ 'ਚ ਵਿਆਹਤੀ ਸੀ। ਮਾਂ ਦੇ ਕਹਿਣ ਮੁਜਬ ਸਾਰੇ ਆਪੋ ਆਪਣੀ ਥਾਂ ਐਸ਼ ਕਰਦੇ ਸੀ। ਪਿਤਾ ਹਾਲੇ ਵੀ ਮੱਦੀ ਕੋਲ ਰਹਿ ਰਿਹਾ ਸੀ ਤੇ ਮਾਂ ਮੇਰੇ ਕੋਲ। ਸੱਤੀ ਦਾ ਕੋਈ ਢੰਗ ਹੀ ਨਹੀਂ ਸੀ ਰਿਹਾ ਜਿਉਣ ਦਾ। ਕਦੇ ਘਰੇ ਹੁੰਦਾ, ਕਦੇ 2-4 ਮਹੀਨੇ ਧੱਕੇ ਖਾਣ ਲਈ ਨਿਕਲ ਜਾਂਦਾ। ਗੰਦਗੀ 'ਚ ਡੁੱਬਿਆ ਸੜਿਆਣ ਮਾਰਦਾ ਮੁੜ ਆਉਂਦਾ। ਪਿਤਾ ਕੋਲ ਕਰਨ ਲਈ ਕੁਝ ਹੈ ਨਹੀਂ ਸੀ। 2-4 ਸਾਲ ਪਹਿਲਾਂ ਅਸੀਂ ਇੱਕ ਵਿਉਂਤ ਬਣਾਈ ਸੀ। ਸਾਡੇ ਵਾਲੇ ਮੁਹੱਲੇ 'ਚ ਇੱਕ ਦੁਕਾਨ ਕਿਰਾਏ ਤੇ ਮਿਲਦੀ ਸੀ। ਮੇਰਾ ਤੇ ਮੱਦੀ ਦਾ ਵਿਚਾਰ ਸੀ ਪਿਤਾ ਨੂੰ ਉਹ ਦੁਕਾਨ ਲੈ ਦੇਈਏ। ਉਹ ਮੁੜ ਕਰਿਆਨੇ ਦਾ ਕੰਮ ਕਰ ਲਵੇ। ਉਸ ਨਾਲ ਸੱਤੀ ਵੀ ਐਡਜਸਟ ਹੋ ਜਾਏਗਾ। ਸਾਡੀ ਵੀ ਮਦਦ ਉਹਨਾਂ ਨੂੰ ਮਿਲਦੀ ਰਹੇਗੀ। ਹੱਟੀ 'ਚ ਪਾਉਣ ਜੋਗੇ ਪੈਸੇ ਦਾ ਜੁਗਾੜ ਅਸੀਂ ਰਲ ਮਿਲ ਕੇ ਕਰ ਦਿਆਂਗੇ। ਪਿਤਾ ਦੀ ਪੁਰਾਣੀ ਟੌਰ ਸ਼ਾਇਦ ਵਾਪਸ ਮਿਲ ਜਾਏ। ਸੁਣਦਿਆਂ ਹੀ ਪਿਤਾ ਨੇ ਢੋਲ ਜਿੱਡਾ ਸਿਰ ਮਾਰ ਦਿੱਤਾ ਸੀ। ਪੁੱਤ ਮੈਥੋਂ ਨਹੀਂ ਹੁਣ ਇਹ ਕੰਜਰ ਕਲੇਸ਼ ਹੋਣਾ। ਐਵੇਂ ਫੇਰ ਨੁਕਸਾਨ ਹੋ ਗਿਆ ਤਾਂ ਤੁਸੀਂ ਮੈਨੂੰ ਚੰਗਾ ਮੰਦਾ ਬੋਲੋਗੇ। ਮੈਥੋਂ ਤੁਹਾਡਾ ਨੁਕਸਾਨ ਹੁੰਦਾ ਜਰਿਆ ਨਹੀਂ ਜਾਣਾ। ਹੁਣ ਮਸਾਂ ਤੁਸੀਂ ਆਪਣੇ ਪੈਰਾਂ ਸਿਰ ਹੋਏ ਹੋ। ਪਿਤਾ ਤੁਸੀਂ ਅਸਫਲਤਾ ਤੋਂ ਇੰਨਾ ਡਰਦੇ ਕਿਉਂ? ਹਿੰਮਤ ਤਾਂ ਕਰਕੇ ਦੇਖੋ। ਹਿੰਮਤ ਨਾਲ ਕੀ ਕੁਛ ਨਹੀਂ ਕੀਤਾ ਜਾ ਸਕਦਾ, ਮੈਂ ਆਖਿਆ ਸੀ। ਸੱਚੀ ਗੱਲ ਤਾਂ ਇਹ ਹੈ ਪੁੱਤ ਵੀ ਮੈਨੂੰ ਹੁਣ ਆਪਣੇ ਆਪ ਤੇ ਹੀ ਭਰੋਸਾ ਨਹੀਂ ਰਿਹਾ। ਲਗਾਤਾਰ ਫੇਲ ਹੋਣ ਨਾਲ ਮੇਰੇ ਵਿੱਚ ਕੋਈ ਕੰਮ ਕਰਨ ਦੀ ਹਿੰਮਤ ਹੀ ਨਹੀਂ ਰਹੀ। ਮੈਂ ਤੇਰੇ ਸਾਹਮਣੇ ਬਥੇਰੀ ਕੋਸ਼ਿਸ਼ ਕਰਦਾ ਰਿਹਾ, ਕੋਈ ਗੱਲ ਬਣੀ? ਹਮੇਸ਼ਾ ਨਮੋਸ਼ੀ ਪੱਲੇ ਪੈਂਦੀ ਰਹੀ, ਪਿਤਾ ਦਾ ਜਵਾਬ ਸੀ। ਆ ਤੁਹਾਡੇ ਨਾਲ ਇਹ ਕੰਜਰ ਵੀ ਸੈੱਟ ਹੋ ਜੂ, ਟਿਕ ਕੇ ਕੰਮ ਕਰਨ ਲੱਗ ਜੂ, ਮੱਦੀ ਨੇ ਆਖਿਆ ਸੀ। ਪੁੱਤ ਜਿਹਦੇ ਪੈਰ ਇੱਕ ਵਾਰ ਘਰੋਂ ਨਿਕਲ ਜਾਣ, ਜਿਹਨੂੰ ਮੰਗਣ ਖਾਣ ਦੀ ਦਾ ਭੁੱਸ ਪੈ ਜੇ, ਉਹਨੇ ਹੁਣ ਇਸ ਉਮਰ 'ਚ ਕੀ ਸੈੱਟ ਹੋਣਾ? 40-45 ਦਾ ਤਾਂ ਇਹ ਹੋਇਆ ਪਿਆ, ਹੁਣ ਇਹ ਕਿੱਥੋਂ ਟਿਕ ਜੂ? ਪਿਤਾ ਦਾ ਤਰਕ ਸੀ। ਪਰ ਤਜਰਬਾ ਕਰਕੇ ਦੇਖਣ ਦਾ ਹਰਜੀ ਕੀ ਹੈ? ਇੱਕ ਵਾਰ ਜੇਰਾ ਤਾਂ ਕਰੋ, ਮੈਂ ਕਿਹਾ ਸੀ। ਪੁੱਤ ਮੈਂ ਤਾਂ ਹੁਣ ਬਸ 2 ਰੋਟੀਆਂ ਦਾ ਹੀ ਭਾਈਵਾਲ, ਤੁਸੀਂ ਦੇਈ ਜਾਂਦੇ ਹੋ। ਹੋਰ ਹੁਣ ਕੁਝ ਵੀ ਮੇਰੇ ਵੱਸ ਦਾ ਰੋਗ ਨਹੀਂ, ਪਿਤਾ ਦਾ ਜਵਾਬ ਸੀ। ਰੋਟੀਆਂ ਤਾਂ ਕੁੱਤੇ ਵੀ ਖਾਈ ਜਾਂਦੇ ਐ, ਬੰਦੇ ਨੂੰ ਕੁਝ ਕਰਨਾ ਚਾਹੀਦਾ। ਪਤਾ ਨਹੀਂ ਮੇਰੇ ਕੋਲੋਂ ਕਿਵੇਂ ਕਹਿ ਹੋ ਗਿਆ। ਅਸਫਲ ਆਦਮੀ ਦੀ ਜੂਨ ਕੁੱਤੇ ਤੋਂ ਵੀ ਭੈੜੀ ਹੁੰਦੀ ਹੈ ਪੁੱਤ। ਫਰਕ ਸਿਰਫ ਇੰਨਾ ਹੁੰਦਾ ਕਿ ਕੁੱਤੇ ਨੂੰ ਕਾਸੇ ਦੀ ਸਮਝ ਨਹੀਂ ਹੁੰਦੀ ਤੇ ਆਦਮੀ ਨੂੰ ਆਪਣੇ ਆਲੇ ਦੁਆਲੇ ਦੀ ਪੂਰੀ ਸੋਝੀ ਹੁੰਦੀ ਹੈ। ਅਸਫਲ ਬੰਦਾ ਦੂਸਰਿਆਂ ਦੀ ਛੱਡੋ, ਆਪਣਿਆਂ ਦੀ ਨਜ਼ਰ 'ਚ ਵੀ ਡਿੱਗਿਆ ਹੁੰਦਾ ਹੈ। ਸੱਤੀ ਵੀ ਹੱਟੀ ਤੇ ਬੈਠਣ ਲਈ ਸਹਿਮਤ ਨਹੀਂ ਸੀ ਹੋਇਆ। ਸਾਲਿਆ ਤੈਨੂੰ ਹਰਾਮ ਦੀਆਂ ਖਾਣ ਦੀ ਆਦਤ ਪਈ ਹੋਈ ਆ, ਤੈਨੂੰ ਕੰਮ ਕਰਨ ਦੀ ਕੀ ਲੋੜ? ਸਾਰਾ ਦਿਨ ਕੁੱਤੇ ਆਂਗ ਫਿਰ ਤੁਰ ਲਿਆ, ਧੜੀ ਅੰਨ ਖਾ ਕੇ ਸੂਕ ਲਿਆ, ਤੂੰ ਕੰਮ ਕਿਉਂ ਕਰੇਂਗਾ? ਮੈਂ ਹਰਕ ਕੇ ਆਖਿਆ ਸੀ। ਇੱਕ ਵਾਰ ਚੱਲਦੀਆਂ ਗੱਲਾਂ 'ਚ ਮੈਂ ਪਿਤਾ ਨੂੰ ਆਖਿਆ ਸੀ, ਪਿਤਾ ਜੀ ਤੁਸੀਂ ਕਦੀ ਸਾਡੇ ਬਾਰੇ ਤਾਂ ਸੋਚਿਆ ਹੀ ਨਹੀਂ। ਤੁਹਾਨੂੰ ਤਾਂ ਆਪਣੇ ਆਪ ਤੋਂ ਹੀ ਵੇਲ ਨਹੀਂ ਮਿਲੀ ਸਾਰੀ ਜ਼ਿੰਦਗੀ। ਪਰ ਮੈਂ ਭਾਈ ਵੇਲਾ ਵੀ ਤਾਂ ਨਹੀਂ ਬੈਠਿਆ, ਕੋਸ਼ਿਸ਼ ਤਾਂ ਕਰਦਾ ਹੀ ਰਿਹਾ। ਮੈਂ ਕੋਈ ਕੰਮ ਕਰਨ 'ਚ ਹੇਠੀ ਨਹੀਂ ਸਮਝੀ। ਹੁਣ ਕੋਸ਼ਿਸ਼ ਨੂੰ ਫਲ ਤਾਂ ਉੱਪਰ ਵਾਲੇ ਨੇ ਲਾਉਣੇ ਸੀ। ਜੇ ਉਹਦੀ ਨਿਗਾਹ ਸੋਲੀ ਨਹੀਂ ਹੋਈ ਤਾਂ ਮੈਂ ਕੀ ਕਰ ਸਕਦਾ ਸੀ? ਮੇਰਾ ਕੰਮ ਸੀ ਮਿਹਨਤ ਕਰਨੀ, ਸੋ ਮੈਂ ਕੀਤੀ, ਪਿਤਾ ਦਾ ਤਰਕ ਸੀ। ਸਾਫ਼ ਨੀਅਤ ਨਾਲ ਕੀਤੀ ਹੁੰਦੀ ਤਾਂ ਗੱਲ ਸੂਤ ਆਉਂਦੀ। ਹਰ ਕੰਮ 'ਚ ਪਹਿਲਾਂ ਹੀ ਨੀਅਤ ਖਰਾਬ ਹੋਵੇ ਤਾਂ ਸਫਲਤਾ ਕਿੱਥੋਂ ਮਿਲਦੀ? ਮੈਂ ਕਹਿ ਦਿੱਤਾ ਸੀ। ਲੋਕ ਲੱਖਾਂ ਕਰੋੜਾਂ ਦੀਆਂ ਬੇਈਮਾਨੀਆਂ ਕਰਕੇ ਮਾਲ ਪਚਾਈ ਜਾਂਦੇ ਆ। ਮੇਰਾ ਕਸੂਰ ਇਹ ਹੈ ਕਿ ਮੈਂ ਛੋਟੀਆਂ-ਛੋਟੀਆਂ ਬੇਈਮਾਨੀਆਂ ਕੀਤੀਆਂ ਤੇ ਹਮੇਸ਼ਾ ਫੜਿਆ ਜਾਂਦਾ ਰਿਹਾ। ਵੱਡਾ ਹੱਥ ਮਾਰਦਾ ਤਾਂ ਹਰੇਕ ਨੇ ਵਾਹ-ਵਾਹ ਕਰਦੇ ਹੋਣਾ ਸੀ, ਪਿਤਾ ਨੇ ਉਦਾਸ ਸੁਰ 'ਚ ਆਖਿਆ ਸੀ। ਨਾਲੇ ਪੁੱਤ ਚਲਤੀ ਕਾ ਨਾਮ ਗਾੜੀ ਹੈ, ਹਾਥ ਨਾ ਪੜੇ ਤੋ ਅਨਾੜੀ ਹੈ ਵਾਲੀ ਗੱਲ ਮੇਰੇ ਨਾਲ ਹੋਈ ਹੈ, ਪਿਤਾ ਨੇ ਰੁੱਖਾ ਜਿਹਾ ਹਾਸਾ ਹੱਸਦਿਆਂ ਫਿਰ ਕਹਿਤਾ ਸੀ। ਇਸ ਤੋਂ ਬਾਅਦ ਤਾਂ ਪਿਤਾ ਨੂੰ ਕੁਝ ਵੀ ਕਹਿਣ ਦੀ ਗੁੰਜਾਇਸ਼ ਹੀ ਨਹੀਂ ਸੀ ਰਹੀ। ਪਿਤਾ ਮੱਦੀ ਦੇ ਘਰੋਂ ਨਾਸ਼ਤਾ ਲੈ ਕੇ ਬਾਹਰ ਨਿਕਲ ਜਾਂਦਾ। ਰਾਹ 'ਚ ਮੇਰਾ ਘਰ ਸੀ, ਸਾਡੇ ਕੋਲ 10-5 ਮਿੰਟ ਬਹਿੰਦਾ, ਵੱਡੇ ਪਾਰਕ 'ਚ ਚਲਾ ਜਾਂਦਾ। ਉੱਥੇ ਵੇਲੜਾਂ ਦੀਆਂ ਢਾਣੀਆਂ ਸਾਰਾ ਦਿਨ ਤਾਸ਼ ਕੁੱਟਦੀਆਂ ਰਹਿੰਦੀਆਂ। ਪਿਤਾ ਵੀ ਕਿਸੇ ਨਾ ਕਿਸੇ ਢਾਣੀ 'ਚ ਰਲ ਜਾਂਦਾ। ਦੁਪਹਿਰੇ ਵੀ ਘਰ ਨਾ ਆਉਂਦਾ, ਭੁੱਖਾ ਪਿਆਸਾ ਤਾਸ਼ ਖੇਡਦਾ ਰਹਿੰਦਾ। ਦਿਨ ਢਲੇ ਹੌਲੀ-ਹੌਲੀ ਘਰ ਪਰਤ ਜਾਂਦਾ। ਕਦੀ-ਕਦੀ ਮੇਰੇ ਕੋਲ ਰੁਕ ਕੇ ਆਖਦਾ, ਪੁੱਤ ਲਿਆ ਕੁਛ ਖਰਚਾ ਵਰਚਾ ਦੇ, ਜੇਬ ਖਾਲੀ ਹੋਈ ਪਈ ਹੈ। ਮੈਂ ਉਹਨੂੰ 10-20 ਰੁਪਏ ਦੇ ਦਿੰਦਾ। ਮੇਰੇ ਭਤੀਜਿਆਂ ਨੇ ਮੈਨੂੰ ਦੱਸਿਆ ਸੀ ਕਿ ਪਿਤਾ ਉਹਨਾਂ ਪੈਸਿਆਂ ਨਾਲ ਲਾਟਰੀ ਦੀਆਂ ਟਿਕਟਾਂ ਖਰੀਦ ਲੈਂਦਾ ਸੀ। ਲਾਟਰੀ ਪਾਉਣੀ ਵੀ ਉਹਦੀ ਇੱਕ ਪੱਕੀ ਆਦਤ ਬਣ ਗਈ ਹੋਈ ਸੀ। ਹਾਲੇ ਵੀ ਰਾਤੋਂ ਰਾਤ ਅਮੀਰ ਬਣਨ ਦੀ ਤੁਹਾਡੀ ਲਾਲਸਾ ਮੁੱਕੀ ਨਹੀਂ। ਕੀ ਮਿਲਦਾ ਲਾਟਰੀਆਂ 'ਚੋਂ? ਕੁਛ ਮਿਲਣਾ ਹੁੰਦਾ ਤਾਂ ਐਡੇ ਕਾਰੋਬਾਰ ਦਾ ਬੇੜਾ ਗਰਕ ਕਿਉਂ ਹੁੰਦਾ? ਛੱਡੋ ਹੁਣ ਇਹ ਗੱਲਾਂ। ਪੁੱਤ ਕੱਲ ਕਿਹਨੇ ਦੇਖਿਆ? ਕੀ ਪਤਾ ਪ੍ਰਾਲਬੱਧ ਕਿੱਥੇ ਲੁਕੀ ਹੁੰਦੀ ਹੈ। ਕਦੀ ਤਾਂ ਤੁਹਾਡੇ ਪਿਓ ਦਾ ਬੂਹਾ ਖੜਕਾਊ, ਪਿਤਾ ਦਾ ਜਵਾਬ ਸੀ। ਤੁਸੀਂ ਹੁਣ ਕਰਨਾ ਕੀ ਚਾਹੁੰਦੇ ਹੋ? ਕੀ ਕਰੋਗੇ ਆਏ ਪੈਸਿਆਂ ਨਾਲ? ਮੈਂ ਇੱਕ ਦਿਨ ਹੱਸ ਕੇ ਪੁੱਛਿਆ ਸੀ।
ਮਨ ਕਰਦਾ ਹੈ ਕਿ ਆਪਣੀ ਲਾਦ ਨੂੰ ਇੱਕ ਵਾਰ ਤਾਂ ਸਿਉਨੇ 'ਚ ਮੜਾ ਦਿਆਂ, ਸੱਤੀ ਦਾ ਗੱਜ ਵੱਜ ਕੇ ਵਿਆਹ ਕਰਾਂ, ਦੁਨੀਆ ਨੂੰ ਦਿਖਾ ਦਿਆਂ ਕਿ ਜੇ ਪੈਸਾ ਹੋਵੇ ਤਾਂ ਇਉਂ ਵੀ ਹੋ ਸਕਦਾ। ਤੇਰੀ ਮਾਂ ਦੇ ਸਾਰੇ ਰੋਣੇ ਧੋਣੇ ਧੋ ਦਿਆਂ। ਪਿਤਾ ਹੁੱਬ ਗੱਲਾਂ ਕਰਨ ਲੱਗ ਪਿਆ ਸੀ। ਮੈਂ ਪਿਤਾ ਦੀਆਂ ਅਣਪੱਚ ਆਕਾਂਖਿਆਵਾਂ ਸਮਝਦਾ ਸੀ। ਇਹ ਸਭ ਇੱਕ ਅਸਫਲ ਆਦਮੀ ਦੇ ਝੂਠੇ ਸੁਪਨੇ ਸਨ। ਮੈਂ ਪੜ੍ਹ ਲਿਖ ਕੇ ਇੰਨਾ ਕੁ ਤਾਂ ਸਮਝ ਹੀ ਗਿਆ ਸੀ ਕਿ ਇਹੋ ਜਿਹੇ ਆਦਮੀ ਨੂੰ ਉਹਦੇ ਝੂਠੇ ਸੁਪਨਿਆਂ ਨਾਲ ਹੀ ਵਰਚਿਆ ਰਹਿਣ ਦੇਣਾ ਚਾਹੀਦਾ, ਨਹੀਂ ਤਾਂ ਆਤਮ ਹੱਤਿਆ ਵੱਲ ਬੂਹੇ ਖੁੱਲਣ ਲੱਗ ਜਾਂਦੇ ਆ। ਇਹ ਅਸਫਲ ਬੰਦੇ ਦੀ ਸਭ ਤੋਂ ਭੈੜੀ ਹੋਣੀ ਹੁੰਦੀ ਹੈ। ਕਦੀ ਕਦੀ ਪਿਤਾ ਉੱਥੇ ਪਾਰਕ 'ਚ ਹਨੇਰਾ ਹੋ ਜਾਣ ਤੇ ਸਸਤੀ ਦੇਸੀ ਦਾਰੂ ਪੀ ਲੈਂਦਾ। ਦਾਰੂ ਹੁਣ ਉਹਦਾ ਵਿੱਤ ਝੱਲਦਾ ਨਹੀਂ ਸੀ। ਜਲਦੀ ਆਊਟ ਹੋ ਕੇ ਅਵਾ ਤਵਾ ਬੋਲਣ ਲੱਗਦਾ। ਓਏ ਮੇਰਾ ਮੁਕਾਬਲਾ ਕਿਹੜਾ ਰਾਠ ਕਰ ਲੂ, ਮੇਰੇ ਸਿਉਨੇ ਅਰਗੇ 4 ਲਾਇਕ ਪੁੱਤ। ਮੈਨੂੰ ਤਾਂ ਹੁਣ ਸਾਰਾ ਸ਼ਹਿਰ ਹੀ ਜਾਣਦਾ ਸੀ। ਕੋਈ ਜਣਾ ਪਾਰਕ 'ਚ ਡਿੱਗੇ ਪਏ ਪਿਤਾ ਬਾਰੇ ਆ ਕੇ ਮੈਨੂੰ ਦੱਸ ਜਾਂਦਾ, ਮੈਂ ਉਹਨੂੰ ਚੁੱਕ ਤਾਂ ਲਿਆਉਂਦਾ ਪਰ ਨਮੋਸ਼ੀ ਬਹੁਤ ਮੰਨਦਾ। ਮੈਂ ਪਿਤਾ ਨੂੰ 100 ਗੱਲਾਂ ਬੋਲਦੀ, ਰੋਂਦੀ, ਕਲਪਦੀ, ਖਪਦੀ ਰਿੱਝਦੀ। ਇਹਨੂੰ ਹੁਣ ਵੀ ਸ਼ਰਮ ਨਹੀਂ ਆਉਂਦੀ। ਸਾਰੀ ਉਮਰ ਤਪਾ ਰੱਖੇ ਐ ਇਹਨੇ। ਆਪਣਾ ਨਾਂ ਸੀ, ਨਿਆਣਿਆਂ ਦੀ ਇੱਜ਼ਤ ਦਾ ਤਾਂ ਧਿਆਨ ਕਰਨਾ ਚਾਹੀਦਾ। ਹੁਣ ਇਹਦੇ ਵਣ ਵਧਣ ਲੱਗੇ ਐ। ਕਰਦਾ ਕੀ ਫਿਰਦਾ ਇਹ, ਬਾਦੜੀਆਂ ਸਜਾਦੜੀਆਂ ਜਾਨ ਸਿਰਾਂ ਦੇ ਨਾਲ। ਆਖ ਮਾਂ ਤਪਦੀ ਰਿੱਝਦੀ ਰਹਿੰਦੀ। ਮੋਦੀ ਪਤਾ ਕਰਨ ਆਉਂਦਾ ਤਾਂ ਮਾਂ ਆਖ ਦਿੰਦੀ, ਆ ਪਿਆ, ਪਾਲਾ ਜੱਫੀ ਇਹਨੂੰ, ਦੇ ਦੇ ਸਲਾਮੀ ਇਹਨੂੰ ਰਾਜੇ ਨੂੰ। ਉੱਥੇ ਪਾਰਕ 'ਚ ਤੁਹਾਡਾ ਨਾਂ ਕੱਢੀ ਜਾਂਦਾ ਸੀ। ਪਿਤਾ ਇਹੋ ਜਿਹੇ ਵੇਲੇ ਸ਼ਰਮ ਨਾਲ ਕੂੰਦਾ ਤੱਕ ਨਹੀਂ ਸੀ। ਮਾਂ ਬੋਲਦੀ ਰਹਿੰਦੀ ਤੇ ਉਹ ਸੁਣਦਾ ਰਹਿੰਦਾ। ਪਿਤਾ ਹੁਣ ਬਹੁਤ ਕਮਜ਼ੋਰ ਹੋ ਚੁੱਕਾ ਸੀ। ਮੱਦੀ ਦੇ ਘਰੋਂ ਮੇਰੇ ਘਰ ਤੱਕ ਪੈਦਲ ਆਉਂਦਿਆਂ ਉਹਦਾ ਸਾਹ ਉਖੜ ਜਾਂਦਾ। ਮੇਰੇ ਘਰ ਆ ਕੇ ਉਹ ਦਮ ਲੈਂਦਾ, ਪਾਣੀ ਧਾਣੀ ਪੀਂਦਾ, ਹੌਲੀ ਹੌਲੀ ਤੁਰਦਾ ਪਾਰਕ ਵਿੱਚ ਚਲਾ ਜਾਂਦਾ। ਮੈਂ ਵਿਹਲਾ ਹੁੰਦਾ ਤਾਂ ਉਹਨੂੰ ਸਕੂਟਰ ਤੇ ਪਾਰਕ 'ਚ ਛੱਡ ਆਉਂਦਾ। ਮੱਦੀ ਤੇ ਉਹਦੀ ਪਤਨੀ ਪਿੰਡਾਂ ਦੇ ਸਰਕਾਰੀ ਸਕੂਲਾਂ 'ਚ ਪੜ੍ਹਾਉਣ ਜਾਂਦੇ। ਵਿਆਹ ਤੋਂ ਬਾਅਦ ਉਹਦੀ ਤੇ ਪਤਨੀ ਦੀ ਬਹੁਤੀ ਜੰਮੀ ਨਹੀਂ ਸੀ। ਗੱਲ ਤੇ ਉਹਨਾਂ ਦਾ ਤਕਰਾਰ ਹੋ ਜਾਂਦਾ, ਕਈ ਵਾਰੀ ਘੁਸੁੰਨ ਮੁੱਕੀ ਵੀ ਹੋ ਜਾਂਦੀ। ਇਹਦਾ ਅਸਰ ਉਹਨਾਂ ਦੇ ਬੱਚਿਆਂ ਤੇ ਵੀ ਪਿਆ। ਦੋਵੇਂ ਮੁੰਡੇ ਵਿਗੜ ਗਏ। ਉਹ ਤਾਂ ਪੜ੍ਹਾਉਣ ਚਲੇ ਜਾਂਦੇ, ਮਗਰੋਂ ਮਨ ਆਈਆਂ ਕਰਦੇ। ਵੱਡਾ ਡਰੱਗ ਲੈਣ ਲੱਗ ਪਿਆ ਸੀ। ਛੋਟਾ ਇੱਕ ਬਾਲਮੀਕ ਵਿਆਹੀ ਵਰੀ ਤੀਵੀਂ ਨਾਲ ਚੱਕਰ 'ਚ ਪੈ ਗਿਆ ਸੀ। ਮੱਦੀ ਉਹਨਾਂ ਨੂੰ ਕੁਝ ਕਹਿੰਦਾ ਤਾਂ ਉਹਨਾਂ ਦੀ ਮਾਂ ਉਹਨਾਂ ਨੂੰ ਸ਼ਹਿ ਦਿੰਦੀ, ਉਹਨਾਂ ਦਾ ਪੱਖ ਪੂਰਦੀ। ਮੱਦੀ ਕਈ ਵਾਰੀ ਟੈਨਸ਼ਨ 'ਚ ਆ ਜਾਂਦਾ। ਮੇਰੇ ਕੋਲ ਆਪਣਾ ਦੁੱਖ ਰੋਂਦਾ ਤਾਂ ਮੈਂ ਉਹਨੂੰ ਹੌਸਲਾ ਦੇਣ ਦਾ ਭਰਪੂਰ ਯਤਨ ਕਰਦਾ, ਪਰ ਉਹਨਾਂ ਦੀ ਖੋਤੀ ਉਵੇਂ ਬੋੜ ਹੇਠਾਂ ਹੀ ਰਹਿੰਦੀ। ਗੱਲ ਕਿਸੇ ਸਿਰੇ ਨਾ ਲੱਗਦੀ। ਪਿਤਾ ਇੱਕ ਵਾਰ ਬਿਮਾਰ ਹੋ ਗਿਆ। ਉਹਨੂੰ ਬੁਰੀ ਤਰ੍ਹਾਂ ਦਸਤ ਲੱਗ ਗਏ ਸੀ। ਮੱਦੀ ਹੋਰੀ ਉਹਨੂੰ ਨੁਹਾ ਧੁਆ ਕੇ, ਕੱਪੜੇ ਬਦਲ ਕੇ, ਦਵਾਈ ਦੇ, ਖਾਣਾ ਉਹਦੀ ਮੰਜੀ ਕੋਲ ਰੱਖ ਕੇ ਆਪੋ ਆਪਣੇ ਸਕੂਲਾਂ ਨੂੰ ਚਲੇ ਜਾਂਦੇ। ਮਗਰੋਂ ਜੇ ਪਿਤਾ ਨੂੰ ਦਸਤ ਆ ਜਾਂਦਾ ਤਾਂ ਉਹ ਸ਼ਾਮ ਤੱਕ ਉਵੇਂ ਮੰਜੀ ਤੇ ਲਿਬੜਿਆ ਤੇ ਬੜਿਆ ਪਿਆ ਰਹਿੰਦਾ। ਉੱਤੇ ਮੱਖੀਆਂ ਭਿਣਕਦੀਆਂ ਰਹਿੰਦੀਆਂ। ਸ਼ਾਮ ਨੂੰ ਮੱਦੀ ਦੀ ਪਤਨੀ ਆ ਕੇ ਕੜਕੜ ਕਰਦੀ। ਉਹਨਾਂ ਦੀ ਗੁਆਂਢਣ ਨੇ ਇੱਕ ਦਿਨ ਮੇਰੀ ਪਤਨੀ ਨੂੰ ਲਾਂਬੇ ਦੀ ਸੁਰ 'ਚ ਆਖਿਆ ਸੀ। ਉਹ ਦੋਵੇਂ ਕਿਤੇ ਅਚਾਨਕ ਹੀ ਮਾਰਕੀਟ 'ਚ ਮਿਲ ਗਈਆਂ। ਭੈਣ ਤੇਰੇ ਸਹੁਰੇ ਦੀ ਹਾਲਤ ਤਾਂ ਕੁਛ ਨਹੀਂ ਵਿਚਾਰੇ ਦੀ, ਸਾਰਾ ਦਿਨ ਗੰਦ 'ਚ ਪਿਆ ਰਹਿੰਦਾ, ਮੱਖੀਆਂ ਭਿਣਕਦੀਆਂ ਰਹਿੰਦੀਆਂ, ਮਾਰ ਬੋ ਮਾਰਦੀ ਹੁੰਦੀ ਹੈ ਉਹਦੇ ਕੋਲ ਖੜ ਕਿਹੜਾ ਹੁੰਦਾ। ਪਤਨੀ ਨੇ ਆ ਕੇ ਮੈਨੂੰ ਦੱਸਿਆ। ਮੈਂ ਉਸੇ ਦਿਨ ਸ਼ਾਮ ਨੂੰ ਮੱਦੀ ਹੋਰਾਂ ਨੂੰ ਮਿਲਣ ਗਿਆ ਸੀ। ਪਿਤਾ ਦੀ ਹਾਲਤ ਠੀਕ ਨਹੀਂ ਲੱਗਦੀ, ਮੈਂ ਲੈ ਜਾਣਾ ਪਿਤਾ ਨੂੰ ਉੱਧਰ, ਮਾਂ ਹੈਗੀ ਦੇਖਭਾਲ ਕਰਨ ਵਾਲੀ। ਤੁਸੀਂ ਨੌਕਰੀ ਤੇ ਜਾਣਾ ਹੁੰਦਾ, ਔਖੇ ਹੁੰਦੇ ਹੋਵੋਗੇ। ਮੈਂ ਆਖਿਆ ਸੀ। ਮੇਰੀ ਗੱਲ ਸੁਣ ਕੇ ਮੱਦੀ ਸ਼ਰਮਿੰਦਾ ਜਿਹਾ ਹੋ ਕੇ ਕਹਿਣ ਲੱਗਾ, ਕੋਈ ਨਹੀਂ, ਮੈਂ ਕੋਈ ਬੰਦਾ ਦੇਖ ਰਿਹਾ, ਪਿਤਾ ਦੀ ਦੇਖਭਾਲ ਕਰਨ ਵਾਲਾ, ਕਰਦੇ ਹਾਂ ਕੋਈ ਇੰਤਜ਼ਾਮ। ਕੋਈ ਨਹੀਂ, ਉੱਧਰ ਮਾਂ ਕਰਕੇ ਸਰ ਜਾਣਾ, ਉਹ ਤਾਂ ਘਰ ਹੁੰਦੀ ਹੈ। ਬੰਦਾ ਕਿਹੜਾ ਹੁਣੇ ਮਿਲਿਆ ਪਿਆ, ਉਹ ਇਹਦੀ ਸਾਂਭ ਸੰਭਾਲ ਦੀ ਤਾਂ ਫੌਰੀ ਲੋੜ ਹੈ। ਆਖ ਮੈਂ ਪਿਤਾ ਨੂੰ ਆਪਣੇ ਘਰ ਚੁੱਕ ਲਿਆਇਆ। ਮੁੜ ਪਿਤਾ ਨੇ ਮੰਜੀ ਮੱਲ ਲਈ। ਉਹ ਤੋਂ ਆਪ ਉੱਠਿਆ ਬੈਠਾ ਵੀ ਨਹੀਂ ਸੀ ਜਾਂਦਾ। ਸਹਾਰੇ ਨਾਲ ਹੀ ਉਹ ਤੋਂ ਕੁਝ ਹੁੰਦਾ ਸੀ। ਮੈਂ ਸਵੇਰੇ ਉੱਠ ਕੇ ਉਹਨੂੰ ਫਲੱਸ਼ ਬਿਠਾਉਂਦਾ, ਉਦੋਂ ਹੀ ਨੁਹਾ ਦਿੰਦਾ, ਫਿਰ ਬਾਅਦ 'ਚ ਆਪ ਤਿਆਰ ਹੋ ਕੇ ਸਕੂਲ ਚਲਾ ਜਾਂਦਾ। ਕਈ ਵਾਰ ਉਹਨੂੰ ਹਾਜਤ ਨਾ ਹੋਣੀ ਤਾਂ ਕਿੱਲ ਚੀਕਦਾ। ਮੈਂ ਉਹਨੂੰ ਹਾਜਤ ਰਫਾ ਕਰਨ ਲਈ ਜ਼ੋਰ ਪਾਉਂਦਾ ਤਾਂ ਉਹ ਰੋਂਦੂ ਜੀ ਆਵਾਜ਼ 'ਚ ਆਖਦਾ, ਓਏ ਪੁੱਤ ਆਉਂਦੀ ਨਹੀਂ, ਮੈਂ ਕੀ ਕਰਾਂ। ਮੈਨੂੰ ਸਕੂਲ ਜਾਣ ਦੀ ਕਾਹਲ ਹੁੰਦੀ ਸੀ। ਮੈਨੂੰ ਪਤਾ ਸੀ ਸਾਡੇ ਜਾਣ ਪਿੱਛੋਂ ਮਾਂ ਲਈ ਇਹ ਕੰਮ ਔਖਾ ਹੋਣਾ ਸੀ। ਮੈਂ ਜਾਣ ਤੋਂ ਪਹਿਲਾਂ ਪਿਤਾ ਵਾਲਾ ਰੋਜ਼ਾਨਾ ਕੰਮ ਨਿਬੇੜ ਕੇ ਜਾਣਾ ਚਾਹੁੰਦਾ। ਕਈ ਵਾਰੀ ਬਹੁਤ ਪਰੇਸ਼ਾਨੀ ਹੋਣੀ। ਕਦੀ ਮੱਦੀ ਵੀ ਆ ਕੇ ਪਿਤਾ ਦਾ ਹਾਲ ਚਾਲ ਪੁੱਛ ਜਾਂਦਾ। ਇੱਕ ਦਿਨ ਮਾਂ ਨੇ ਸਵੇਰੇ ਹੀ ਪਿਤਾ ਵੱਲ ਦੇਖਦਿਆਂ ਮੈਨੂੰ ਆਖਿਆ, ਪੁੱਤ ਅੱਜ ਤੇਰੇ ਬਾਊ ਦੀ ਹਾਲਤ ਬਹੁਤੀ ਮੈਨੂੰ ਠੀਕ ਨਹੀਂ ਦਿਸਦੀ, ਇਹਦਾ ਤਾਂ ਘੋਰੜੂ ਬੋਲੀ ਜਾਂਦਾ। ਮੈਂ ਉੱਲਰ ਕੇ ਪਿਤਾ ਵੱਲ ਦੇਖਿਆ। ਉਹਦੀਆਂ ਅੱਖਾਂ ਬੰਦ ਸੀ, ਬੁੱਲ ਕੰਬ ਰਹੇ ਸੀ। ਮੈਂ ਨਬਜ਼ ਟੋਈ ਤਾਂ ਜਾਪਿਆ ਜਿਵੇਂ ਨਬਜ਼ ਬਹੁਤ ਧੀਮੀ ਚੱਲ ਰਹੀ ਹੋਵੇ।
ਲੱਤਾਂ ਤੇ ਪੈਰ ਉਹਦੇ ਠੰਡੇ ਹੁੰਦੇ ਜਾ ਰਹੇ ਸੀ। ਮੈਂ ਦਬਾ ਸੱਟ ਚੁੱਕ ਕੇ ਹੇਠਾਂ ਭੁੰਜੇ ਲਾਤਾ। ਹੌਲੀ ਹੌਲੀ ਬੁੱਲ ਕੰਬਣੇ ਬੰਦ ਹੋ ਗਏ, ਅੱਖਾਂ ਖੁੱਲ੍ਹ ਗਈਆਂ, ਮੂੰਹ ਟੱਡਿਆ ਗਿਆ। ਪਿਤਾ ਦੀ ਮੌਤ ਹੋ ਗਈ ਸੀ। ਪੁੱਤ, ਇਹਦੀ ਜੇਬ 'ਚ ਕੁਛ ਪੈਸੇ ਪਾ ਦੇ। ਖਾਲੀ ਜੇਬ ਨਹੀਂ ਤੋਰੀਦਾ ਬੰਦੇ ਨੂੰ। ਫਿਰ ਵੀ ਖਾਂਦੇ ਪੀਂਦੇ ਘਰ ਦਾ ਜੀ ਸੀ। ਭਰੀ ਪੂਰੀ ਫਲਵਾੜੀ ਸੀ ਇਹਦੀ। ਮਾਂ ਨੇ ਬੁੱਲ ਟੇਰਦੇ ਹੋਏ ਆਖਤਾ ਸੀ। ਮੈਂ ਸ਼ਤਾਬੀ ਦੇਣੇ 20 ਦਾ ਇੱਕ ਨੋਟ ਪਿਤਾ ਦੀ ਜੇਬ 'ਚ ਪਾ ਕੇ ਲਾਸ਼ ਨੂੰ ਚਾਦਰ ਨਾਲ ਢੱਕਤਾ ਸੀ। ਆਤਮੇ ਤੇ ਮਹਿੰਦਰ ਨੂੰ ਫੋਨ ਕਰਤੇ ਸੀ। ਲੱਗਦਾ ਸੀ ਉਹ ਸ਼ਾਮ ਤੱਕ ਪਹੁੰਚ ਜਾਣਗੇ। ਸੰਸਕਾਰ ਦਾ ਸਮਾਂ ਸ਼ਾਮ 5-6 ਵਜੇ ਦਾ ਰੱਖ ਲਿਆ ਸੀ। ਸਾਡੇ ਸਕੂਲ ਪਿਤਾ ਦੇ ਅਫਸੋਸ ਕਾਰਨ ਛੁੱਟੀ ਕਰਤੀ ਗਈ ਸੀ। ਆਤਮਾ ਤੇ ਉਹਦਾ ਟੱਬਰ ਤਾਂ ਦੁਪਹਿਰ ਤੱਕ ਪਹੁੰਚ ਗਏ। ਮੱਦੀ ਦਾ ਟੱਬਰ ਵੀ ਆ ਗਿਆ ਸੀ। ਸੱਤੀ ਤੇ ਮਹਿੰਦਰ ਹਾਲੇ ਤੱਕ ਨਹੀਂ ਸੀ ਆਪਣੇ। ਸੱਤੀ ਤਾਂ ਮਹੀਨੇ ਕੁ ਤੋਂ ਪਤਾ ਹੀ ਨਹੀਂ ਸੀ ਕਿੱਧਰ ਨੂੰ ਨਿਕਲ ਗਿਆ ਸੀ। ਉਂਝ ਅਸਰ ਰਸੂਖ ਕਾਰਨ ਵਾਹਵਾ ਇਕੱਠ ਹੋ ਗਿਆ ਸੀ। ਸ਼ਾਮ ਨੂੰ ਮਜ਼ਲ ਦੀ ਤਿਆਰੀ ਕਰਨ ਲੱਗ ਪਏ ਸੀ। ਪਤਾ ਨਹੀਂ ਕਿੱਧਰੋਂ ਸੱਤੀ ਵੀ ਆ ਪਹੁੰਚਿਆ। ਆਉਂਦਿਆਂ ਹੀ ਉਸ ਪਿਤਾ ਦੀ ਲਾਸ਼ ਦੇਖ ਕੇ ਕੰਧ ਨਾਲ ਟੱਕਰ ਮਾਰੀ। ਸੱਟ ਤੇ ਦਰਦ ਨਾਲ ਮੱਥਾ ਪਲੋਸਣ ਲੱਗ ਪਿਆ। ਦੁਬਾਰਾ ਫੇਰ ਮੱਥਾ ਕੰਧ ਵੱਲ ਲੈ ਕੇ ਗਿਆ। ਕਿਸੇ ਨੇ ਰੋਕਿਆ ਹੀ ਨਾ, ਪਰ ਸੱਟ ਦਾ ਧਿਆਨ ਆਉਂਦਿਆਂ ਸਿਰ ਪਛਾਂ ਲੈ ਗਿਆ। ਸਿੱਧਰ ਹੈ ਭਾਵੇਂ, ਪਰ ਦੇਖ ਲਓ, ਮਾਪਿਆਂ ਦੇ ਜਾਣ ਦਾ ਦੁੱਖ ਇਹਨੂੰ ਵੀ ਕਿੰਨਾ। ਦੇਖਣ ਵਾਲੇ ਕਹਿ ਰਹੇ ਸੀ ਕੰਧ 'ਚ ਟੱਕਰਾਂ ਮਾਰੀ ਜਾਂਦਾ ਹੈ। ਝਾਟੀ 2-4 ਬੰਦਿਆਂ ਨੇ ਫੜ ਕੇ ਉਹਨੂੰ ਪਰੇ ਕੀਤਾ। ਮਹਿੰਦਰ ਨਹੀਂ ਸੀ ਪਹੁੰਚ ਸਕਿਆ। ਮ੍ਰਿਤਕ ਦੇਹ ਨੂੰ ਸ਼ਮਸ਼ਾਨ ਲੈ ਜਾਣ ਦੀ ਤਿਆਰੀ ਹੋ ਚੁੱਕੀ ਸੀ। ਉਹ ਭਾਈ ਛੋਟੇ ਨੂੰ ਉਡੀਕ ਲੋ, ਆਉਂਦਾ ਹੀ ਹੋਣਾ। ਸੁਣ ਕੇ ਕਿਹੜਾ ਧੀ ਪੁੱਤ ਰਹਿ ਜੂ ਆਉਣੋਂ। ਕੋਈ ਆਵਾਜ਼ ਆ ਰਹੀ ਸੀ। ਜਾਂ ਹਨੇਰਾ ਹੋਈ ਜਾਂਦਾ। ਹਨੇਰਾ ਹੋਏ ਤੋਂ ਤਾਂ ਸੰਸਕਾਰ ਨਹੀਂ ਕਰੀਦਾ। ਕੋਈ ਇਉਂ ਵੀ ਬੋਲੀ ਜਾਂਦਾ ਸੀ। ਚਲੋ ਵੀ ਚਲੋ, ਇਉਂ ਤਾਂ ਕੋਈ ਨਾ ਕੋਈ ਰਹਿ ਹੀ ਜਾਂਦਾ ਹੁੰਦਾ ਹੈ, ਕਹਿ ਅਰਥੀ ਚੁੱਕ ਲਈ ਗਈ। ਸ਼ਮਸ਼ਾਨ ਪਹੁੰਚ ਕੇ ਵੀ ਅਸੀਂ ਕੁਛ ਦੇਰ ਗੇਟ ਵੱਲ ਝਾਕ ਕੇ ਉਡੀਕ ਕਰਦੇ ਰਹੇ। ਮਹਿੰਦਰ ਦੀ ਕਿਤੇ ਵਾਈ ਤਾਈ ਨਹੀਂ ਸੀ। ਮੈਂ ਚਾਹੁੰਦਾ ਸੀ ਕਿ ਚਿਤਾ ਨੂੰ ਲਾਂਬੂ ਵੱਡਾ ਹੋਣ ਕਾਰਨ ਆਤਮਾ ਹੀ ਲਾਵੇ, ਪਰ ਉਸਨੇ ਇਹ ਕਹਿ ਕੇ ਕਿਨਾਰਾ ਕਰ ਲਿਆ ਸੀ, ਕੋਈ ਨਹੀਂ, ਤੂੰ ਕਰਾ ਦੇ ਕਿਰਿਆ ਕਰਮ, ਇੱਕੋ ਗੱਲ ਹੈ। ਫਿਰ ਬਾਕੀ ਦਾ ਸਾਰਾ ਕਾਰ ਵਿਹਾਰ ਵੀ ਮੈਨੂੰ ਹੀ ਕਰਨਾ ਪਿਆ। ਚਿਤਾ ਨੂੰ ਲਾਂਬੂ ਮੈਂ ਹੀ ਲਾਇਆ। ਇੰਨੇ ਨੂੰ ਮਹਿੰਦਰ ਤੇ ਉਹਦੀ ਪਤਨੀ ਵੀ ਕਾਰ ਤੇ ਆ ਗਏ। ਚਿਤਾ ਮੱਚਦੀ ਵੇਖ ਮਹਿੰਦਰ ਦੀ ਪਤਨੀ ਨੇ ਹਰਖ ਨਾਲ ਆਖਿਆ ਸੀ, ਇਹ ਵੀ ਪੁੱਤ ਹੀ ਸੀ, ਉਡੀਕ ਲੈਂਦੇ, ਇਹ ਵੀ ਮੂੰਹ ਦੇਖ ਲੈਂਦਾ। ਜਾਂਦੇ ਪਿਤਾ ਦਾ ਕਾਹਲ ਕਾਹਦੀ ਸੀ। ਮੈਂ ਕਹਿਣਾ ਤਾਂ ਬਹੁਤ ਕੁਛ ਚਾਹੁੰਦਾ ਸੀ, ਪਰ ਮੌਕੇ ਦੀ ਨਜ਼ਾਕਤ ਦੇਖਦਿਆਂ ਚੁੱਪ ਹੀ ਰਿਹਾ। ਬਹੁਤੀਆਂ ਗੱਲਾਂ ਕਰਨ ਦਾ ਵਕਤ ਨਹੀਂ ਸੀ। ਪਿਤਾ ਦੀ ਮੌਤ ਦਾ ਸਾਰਾ ਕੰਮ ਨਿਬੇੜ ਕੇ ਵਿਹਲੇ ਹੋਏ ਤਾਂ ਖਰਚੇ ਦੀ ਗੱਲ ਚੱਲੀ। ਆਤਮੇ ਦਾ ਤਾਂ 2 ਟੁਕ ਜਵਾਬ ਸੀ। ਦੇਖੋ ਬਈ, ਜਿਨ੍ਹਾਂ ਨੇ ਪਿਤਾ ਦੀ ਕਮਾਈ ਸਾਂਭੀ ਹੈ ਉਹ ਕਰਨ ਖਰਚਾ। ਆਪਾਂ ਸਾਰੀ ਉਮਰ ਕਿਸੇ ਤੋਂ ਕੁਛ ਲਿਆ ਨਹੀਂ, ਤੇ ਆਪਾਂ ਇਹ ਗੱਲਾਂ ਉਹ ਬਹੁਤ ਹੀ ਸਹਿਜ ਨਾਲ ਕਹਿ ਗਿਆ ਸੀ। ਪਿਤਾ ਦੀ ਕਮਾਈ ਮੇਰੇ ਮੂੰਹ ਰੋਕਦਿਆਂ ਵੀ ਨਿਕਲ ਗਿਆ ਸੀ। ਗੁੱਸੇ ਦੇ ਨਾਲ ਮੈਨੂੰ ਹਾਸਾ ਵੀ ਆਇਆ ਸੀ। ਮਹਿੰਦਰ ਆਪਣੀ ਪਤਨੀ ਨਾਲ ਜਿਵੇਂ ਆਇਆ ਸੀ, ਹੱਥ ਜੇਬ ਲਪੇਟ ਕੇ ਉਵੇਂ ਹੀ ਤੁਰ ਗਿਆ। ਉਹਦੇ ਦਿੱਲੀ ਮੁੜਨ ਤੋਂ ਹਫ਼ਤਾ ਕੁ ਬਾਅਦ ਡਾਕ 'ਚ ਮੇਰੇ ਨਾਲ ਇੱਕ ਬੰਦ ਲਿਫਾਫਾ ਆਇਆ। ਮੈਂ ਖੋਲ੍ਹਿਆ ਤਾਂ ਮਹਿੰਦਰ ਵੱਲੋਂ 200 ਰੁਪਏ ਦਾ ਚੈੱਕ ਤੇ ਇੱਕ ਹੱਥ ਲਿਖਤ ਚਿੱਠੀ ਵੀ ਉਸ 'ਚ ਸੀ। ਮਹਿੰਦਰ ਨੇ ਲਿਖਿਆ ਸੀ, ਵੀਰ ਜੀ, ਪਿਤਾ ਦੀ ਮੌਤ ਤੇ ਤੁਹਾਡਾ ਬਹੁਤ ਖਰਚ ਹੋ ਗਿਆ ਹੋਣਾ। ਹਰਿਦੁਆਰ ਤੇ ਪਹੋਵੇ ਵੀ ਗਏ ਸੀ, ਭੋਗ ਵੀ ਪਾਇਆ ਸੀ। ਮੈਂ ਆਪਣੇ ਵੱਲੋਂ ਸਹਾਇਤਾ ਵਜੋਂ ਤੁੱਛ ਜੀ ਰਾਸ਼ੀ ਦਾ ਚੈੱਕ ਭੇਜ ਰਿਹਾ, ਥੋੜੇ ਨੂੰ ਬਹੁਤਾ ਸਮਝਣਾ। ਚਿੱਠੀ ਪੜ੍ਹ ਕੇ ਤੇ 200 ਦਾ ਚੈੱਕ ਵੇਖ ਕੇ ਮੈਨੂੰ ਅੰਤਾਂ ਦਾ ਕ੍ਰੋਧ ਆਇਆ ਸੀ। ਸਾਲਾ ਮੈਨੂੰ ਭਿੱਖ ਮੰਗਾ ਸਮਝਦਾ। ਕਿੱਡੀ ਬੇਸ਼ਰਮੀ ਧਾਰੀ ਹੈ ਕੁੱਤੇ ਨੇ। ਸ਼ਰਮ ਹੈ ਤਾਂ ਜਿਵੇਂ ਹੈ ਹੀ ਨਹੀਂ। ਮੈਂ ਚੈੱਕ ਫਾੜ ਕੇ ਟੁਕੜੇ ਕੀਤਾ ਤੇ ਵਾਪਸ ਲਿਫਾਫੇ 'ਚ ਪਾ ਕੇ ਮਹਿੰਦਰ ਨੂੰ ਮੇਲ ਕਰਤਾ ਸੀ। ਹੁਣ ਸਾਲਾ ਮੁੜ ਮੱਥੇ ਤਾਂ ਨਹੀਂ ਲੱਗੂ। ਚਲੋ ਮੁੱਕਿਆ ਸੀ ਆਪਾਂ ਇਸ ਰਿਸ਼ਤੇ ਦਾ ਵੀ, ਮੈਂ ਪਲ ਦੀ ਪਲ ਸੋਚ ਗਿਆ ਸੀ। ਧੰਨਵਾਦ। ਅੰਗ 15ਵਾਂ। ਸੱਤੀ 50 ਨੂੰ ਢੁੱਕਣ ਵਾਲਾ ਹੋ ਗਿਆ ਸੀ। ਉਹਦੀ ਜੀਵਨ ਸ਼ੈਲੀ ਵੱਖਰੀ ਕਿਸਮ ਦੀ ਹੋ ਗਈ ਸੀ। ਗੰਦੇ ਕੱਪੜੇ, ਨੰਗੇ ਪੈਰ, ਅੱਡੀਆਂ ਤੇ ਉਂਗਲ ਜੰਮੀ ਮੈਲ, ਵਧੀ ਹੋਈ ਹਜਾਮਤ ਤੇ ਵਧੀ ਹੋਈ ਦਾੜੀ, ਵਿੱਚ ਚਿੱਟੇ ਵਾਲ। ਉਂਝ ਵੀ ਪਹਿਲੀ ਨਜ਼ਰੇ ਦੇਖਿਆ ਕੋਈ ਮੰਗਤਾ ਹੀ ਤਾਂ ਵਿਖਾਈ ਦਿੰਦਾ ਸੀ। ਉਹਦੀ ਵੱਧਦੀ ਉਮਰ ਵੇਖ ਕੇ ਵਾਜੇ ਵਾਲਿਆਂ ਨੂੰ ਮੂੰਹ ਨਹੀਂ ਸੀ ਲਾਇਆ। ਜਦੋਂ ਬਹੁਤਾ ਹੀ ਔਖਾ ਹੁੰਦਾ ਤਾਂ ਘਰੋਂ ਚਲਿਆ ਜਾਂਦਾ। 1-2 ਮਹੀਨੇ ਮੁੜਦਾ ਹੀ ਨਾ। ਉਂਝ ਉਹਨੂੰ ਸਾਡੇ ਸਾਰੇ ਰਿਸ਼ਤੇਦਾਰਾਂ ਦਾ ਪਤਾ ਸੀ। ਕਿਹਦੀ ਕੁੜੀ ਕਿੱਥੇ ਵਿਆਹੀ ਹੋਈ ਸੀ, ਕਿਹਦੇ ਪੁੱਤ ਦੇ ਸਹੁਰੇ ਕਿੱਥੇ ਸੀ, ਕਿਹਦਾ ਭਤੀਜਾ ਕਿੱਥੇ ਨੌਕਰੀ ਕਰਦਾ ਸੀ। ਉਹ ਗੱਲਾਂ ਬਾਤਾਂ ਵਿੱਚ ਸਭ ਦੇ ਅਤੇ ਪਤੇ ਤੇ ਨਜ਼ਰ ਰੱਖਦਾ ਸੀ। ਤੁਰਦਾ ਫਿਰਦਾ ਕੁੜੀ ਦੇ ਸਹੁਰੇ ਪਹੁੰਚ ਜਾਂਦਾ। ਅਗਲਿਆਂ ਦੀ ਹੱਟੀ ਤੇ ਜਾ ਕੇ ਕਹਿ ਦਿੰਦਾ, ਮੈਂ ਭੈਣ ਨੂੰ ਮਿਲਣ ਆਇਆ ਸੀ। ਅਗਲੇ ਇਹੋ ਜਿਹੇ ਗਲੀਜ਼ ਤੇ ਗੰਦੇ ਰਿਸ਼ਤੇਦਾਰ ਨੂੰ ਦੇਖ ਕੇ ਸ਼ਰਮ ਨਾਲ ਪਾਣੀ ਹੋ ਜਾਂਦੇ।
ਜਾਂ ਤਾਂ ਉਹਨੂੰ ਉੱਥੋਂ ਹੀ ਟਰਕਾ ਦਿੰਦੇ ਜਾਂ ਔਖੇ ਸੌਖੇ ਹੋ ਕੇ ਕੁੜੀ ਕੋਲ ਘਰ ਲੈ ਜਾਂਦੇ। ਕੁੜੀ ਉਹਨੂੰ ਆਇਆ ਵੇਖ ਪਰੇਸ਼ਾਨ ਹੋ ਜਾਂਦੀ, ਸੋਚਣ ਲੱਗਦੀ ਉਹਦੇ ਸਹੁਰੇ ਕੀ ਸਮਝਣਗੇ ਕਿ ਉਹਦੇ ਰਿਸ਼ਤੇਦਾਰ ਇਹੋ ਜਿਹੇ ਭੁੱਖੇ ਨੰਗੇ ਆ। ਉਹਨੂੰ 5-7 ਰੁਪਏ ਦੇ ਕੇ ਟਰਕਾਉਣ 'ਚ ਹੀ ਗਨੀਮਤ ਸਮਝਦੀ। ਮੁੜ ਕੇ ਕਦੀ ਇੱਧਰ ਆਉਣ ਤੇ ਸਾਰੀ ਗੱਲ ਇੰਨ ਬਿੰਨ ਦੱਸ ਕੇ ਜਾਂਦੀ। ਤੇ ਕਈ ਵਾਰੀ ਕੁੜੀ ਦੇ ਪ੍ਰਾਹੁਣੇ ਦੇ ਯਾਰ ਦੋਸਤ ਸੱਤੀ ਨੂੰ ਗਿਆ ਦੇਖ ਕੇ ਮਜ਼ਾਕ ਵੀ ਕਰਨ ਲੱਗਦੇ। ਰਿਸ਼ਤੇਦਾਰ ਆਇਆ ਯਾਰ ਤੇਰਾ, ਕੁਛ ਤਾਂ ਲੈ ਕੇ ਹੀ ਆਇਆ ਹੋਊ, ਪਾਰਟੀ ਵਾਰਟੀ ਕਰ ਯਾਰ, ਰਿਸ਼ਤੇਦਾਰ ਨੇ ਕਿਹੜਾ ਰੋਜ਼-ਰੋਜ਼ ਆਉਣਾ ਹੁੰਦਾ। ਪ੍ਰਾਹੁਣਾ ਪਾਣੀ ਹੋ ਜਾਂਦਾ, ਖਿਸਿਆਨੀ ਜੀ ਹਾਸੀ ਹੱਸਦਾ ਤੇ ਆ ਕੇ ਕੁੜੀ ਦੇ ਗਲ ਪੈ ਜਾਂਦਾ। ਇਹਨੂੰ ਕੋਈ ਰੋਕਦਾ ਨਹੀਂ, ਇਹ ਅਵਾਰਾ ਝੋਟਾ ਛੱਡਿਆ ਘਰਦਿਆਂ ਨੂੰ, ਥਾਂ ਧੱਕੇ ਖਾਣ ਨੂੰ। ਕੁੜੀ ਕੀ ਆਖਦੀ? ਜੇ ਪ੍ਰਾਹੁਣਾ ਬਹੁਤਾ ਹੀ ਸਿਰ ਚੜ੍ਹਦਾ ਤਾਂ ਅੱਕ ਕੇ ਰੋਂਦੂ ਜੀ ਸ਼ਕਲ ਬਣਾ ਕੇ ਕਹਿ ਦਿੰਦੀ, ਮੈਂ ਕਿਹੜਾ ਜੀ ਇਹਨੂੰ ਸੱਦਾ ਦੇ ਕੇ ਬੁਲਾਇਆ, ਇਹਦਾ ਕਿਹੜਾ ਦਿਮਾਗ ਕੰਮ ਕਰਦਾ, ਜਿੱਧਰ ਨੂੰ ਚਿੱਤ ਕਰਦਾ ਤੁਰ ਪੈਂਦਾ। ਵੀਰ ਹੋਰੀ ਤਾਂ ਆਪ ਔਖੇ ਨੇ ਇਹ ਤੋਂ। ਕੁੜੀ ਆ ਕੇ ਮਣ ਰੋਂਦੀ। ਰਿਸ਼ਤੇਦਾਰ ਸਾਨੂੰ ਉਲਾਂਭਾ ਦਿੰਦੇ ਤੇ ਨਿੱਕੀ ਨਿੱਕੀ ਗੱਲ ਦੱਸਦੇ। ਕਈ ਵਾਰ ਉਹ ਸਾਡੀ ਹੇਠੀ ਕਰਨ ਲਈ ਗੱਲਾਂ ਨੂੰ ਲੂਣ ਮਿਰਚ ਲਾ ਕੇ ਵੀ ਬਿਆਨ ਕਰਦੀ। ਮਾਂ ਸੱਤੀ ਦਾ ਪੱਖ ਲੈਂਦੀ ਆਖਦੀ, ਭੈਣ ਇਹਦੇ ਕਰਮ ਮਾੜੇ ਨਿਕਲਣਗੇ, ਉਹ ਮੇਰੀ ਸਾਰੀ ਔਲਾਦ ਦੇਖ ਲੈ ਕਿੰਨੀ ਸੋਹਣੀ ਹੈ, ਰਾਮੇ ਦੀ ਦੇਖ ਲੈ ਸ਼ਹਿਰ 'ਚ ਕਿੰਨੀ ਇੱਜ਼ਤ ਮਾਣ ਹੈ। ਇਹਨੂੰ ਬਥੇਰਾ ਸਮਝਾਈਦਾ ਪਰ ਇਹ ਬਾਜ਼ ਨਹੀਂ ਆਉਂਦਾ। ਐਡੇ ਬੁੱਢ ਵਲੇਟ ਨੂੰ ਰੱਸਾ ਪਾ ਕੇ ਤਾਂ ਰੱਖਿਆ ਨਹੀਂ ਜਾ ਸਕਦਾ। ਜੇ ਕੋਈ ਕੁੜੀ ਗਏ ਦੀ ਇੱਜ਼ਤ ਮਾਣ ਕਰ ਦਿੰਦੀ ਤਾਂ ਚੰਬਲ ਕੇ ਬਾਰ ਉਹਦੇ ਘਰ ਜਾਂਦਾ। ਕਿਸੇ ਭਰਾ ਭਤੀਜੇ ਦੇ ਸਹੁਰੇ ਸਾਡੀ ਸ਼ਰਨ ਨੂੰ ਸੱਤੀ ਦਾ ਮਾਣ ਤਾਣ ਕਰ ਦਿੰਦੇ ਤਾਂ ਘੜੀ ਮੁੜੀ ਉਹਨਾਂ ਦੇ ਘਰ ਪਹੁੰਚ ਜਾਂਦਾ। ਅਗਲੇ ਅੱਕ ਕੇ ਉਹਨੂੰ ਮੂੰਹ ਲਾਉਣੋਂ ਹਟ ਜਾਂਦੇ, ਸਾਨੂੰ ਦੱਸ ਵੀ ਦਿੰਦੇ। ਆਪਣੀ ਤਾਜੀ ਰਿਸ਼ਤੇਦਾਰੀ ਐਸੀ ਆ ਵੀ ਅਸੀਂ ਇਹਨੂੰ ਫਿੱਟੇ ਮੂੰਹ ਕਹਿ ਹੀ ਨਹੀਂ ਸਕਦੇ। ਫਿਰ ਵੀ ਆਉਣ ਵਾਲਾ ਬੰਦਾ ਸਾਫ਼ ਸੁਥਰਾ ਤਾਂ ਹੋਵੇ। ਮੈਂ ਸੱਤੀ ਨਾਲ ਲੜਦਾ ਤਾਂ ਉਹ ਅੱਕ ਕੇ ਕਹਿ ਦਿੰਦਾ, ਮੈਂ ਇਹਨਾਂ ਨੂੰ ਮਿਲਣ ਹੀ ਜਾਂਦਾ, ਕੁਝ ਮੰਗਣ ਤਾਂ ਨਹੀਂ ਜਾਂਦਾ, ਪਰ ਤੂੰ ਇਹਨਾਂ ਤੋਂ ਪੈਸੇ ਵੀ ਲੈ ਕੇ ਆਉਣਾ। ਮੈਂ ਗੁੱਸੇ ਨਾਲ ਆਖਦਾ, ਮੈਂ ਕਦੇ ਮੰਗੇ ਆ ਪੈਸੇ ਇਹਨਾਂ ਤੋਂ, ਆਪੇ ਦੇ ਦਿੰਦੇ ਆ। ਸੱਤੀ ਆਖਦਾ, ਪਰ ਤੂੰ ਕਦੇ ਮੋੜੇ ਵੀ ਨਹੀਂ, ਨਾ ਵੀ ਨਹੀਂ ਕੀਤੀ, ਫੜ ਕੇ ਤੁਰ ਪੈਣਾ ਮੂੰਹ ਚੁੱਕ ਕੇ। ਮੈਂ ਆਖਦਾ, ਸੱਤੀ ਮੂੰਹ ਜਿਹਾ ਬਣਾ ਕੇ ਆਖਦਾ, ਹੁਣ ਕੋਈ ਪਿਆਰ ਨਾਲ ਕੋਈ ਚੀਜ਼ ਦਿੰਦਾ ਹੋਵੇ, ਉਹ ਵੀ ਆਪਣਾ ਰਿਸ਼ਤੇਦਾਰ, ਫਿਰ ਨਾ ਕਿਵੇਂ ਕਰੀਏ? ਉਹ ਤੈਥੋਂ ਖਹਿੜਾ ਛੁਡਾਉਣ ਲਈ ਦਿੰਦੇ ਆ ਪੈਸੇ। ਕਿਹੜਾ ਪਿਆਰ ਤੇ ਕਿਹੜੀ ਮੁਹੱਬਤ? ਮੈਂ ਖਿੱਚ ਕੇ ਆਖਦਾ, ਆਪਾਂ ਨੂੰ ਨਹੀਂ ਵੀਰ ਇਹਨਾਂ ਗੱਲਾਂ ਦੀ ਸਮਝ, ਲੋਕ ਕਰਦੇ ਕੁਛ ਹੈ, ਦੱਸਦੇ ਕੁਛ ਹੈ। ਸੱਤੀ ਹੱਸ ਕੇ ਕਹਿ ਦਿੰਦਾ। ਉਹਦੀ ਹਾਸੀ ਦੇਖ ਕੇ ਮੇਰੇ ਤਨ ਬਦਨ ਨੂੰ ਅੱਗ ਲੱਗ ਜਾਂਦੀ। ਤੈਂ ਤਾਂ ਬੇਸ਼ਰਮੀ ਤੇ ਲੱਕ ਬੰਨਿਆ ਹੋਇਆ, ਤੈਨੂੰ ਕਾਹਦੀ ਸਮਝ ਹੋਣੀ ਹੈ? ਤੇਰੀ ਤਾਂ ਲੁਤਰੋ ਸਾਰਾ ਦਿਨ ਖਾਣ ਨੂੰ ਮੂਤਦੀ ਰਹਿੰਦੀ ਹੈ, ਤੈਨੂੰ ਕਿਸੇ ਧੀ ਦੀ ਨਹੀਂ, ਕਿਸੇ ਭੈਣ ਦੀ ਨਹੀਂ, ਕਿਸੇ ਭਣੋਈਏ ਦੀ ਨਹੀਂ। ਮੈਂ ਹਰ ਕੇ ਆਖ ਦਿੰਦਾ। ਮੇਰਾ ਵੱਧਦਾ ਹੋਇਆ ਤੌਰ ਵੇਖ ਕੇ ਸੱਤੀ ਇੱਧਰ ਉੱਧਰ ਹੋ ਜਾਂਦਾ। ਇੱਕ ਵਾਰ ਉਹ ਮੇਰੀ ਛੋਟੀ ਧੀ ਦੇ ਸਹੁਰੇ ਜਾ ਵੜਿਆ। ਪ੍ਰਾਹੁਣੇ ਦੇ ਸ਼ੋਰੂਮ ਅੱਪੜ ਗਿਆ। ਪ੍ਰਾਹੁਣਾ ਉਹਨੂੰ ਖਲੋਤਾ ਵੇਖ ਕੇ ਹੈਰਾਨ ਪਰੇਸ਼ਾਨ ਹੋ ਗਿਆ। ਉਹਦਾ ਸਾਂਝੀਦਾਰ ਉਹਨੂੰ ਮਖੌਲ ਕਰਨ ਲੱਗ ਪਿਆ, ਭਾਈ ਤੇਰਾ ਸਹੁਰਾ ਆਇਆ, ਸੇਵਾ ਸੁਵਾ ਕਰੋ ਇਹਦੀ, ਕੁੜਮਾਂ ਦਾ ਮਾਲ ਕੱਲਾ ਹੀ ਨਾ ਖਾ ਜਾਈਂ। ਪ੍ਰਾਹੁਣਾ ਪਾਣੀਓ ਪਾਣੀ ਹੋ ਗਿਆ ਸੀ। ਸ਼ਰਮੋ ਸ਼ਰਮੀ ਉਹਨੂੰ ਨੌਕਰ ਭੇਜ ਕੇ ਇਹਦੇ ਲਈ ਠੰਡਾ ਕੋਕ ਮੰਗਵਾਇਆ। ਮੁੜ ਨੌਕਰ ਦੇ ਨਾਲ ਹੀ ਘਰ ਕੁੜੀ ਕੋਲ ਘਾਲਤਾ। ਕੁੜੀ ਦੀ ਸੱਸ ਨੂੰ ਵੇਖ ਕੇ 100 ਨੱਕ ਬੁੱਲ ਕੱਢਣ ਲੱਗੀ। ਕੁੜੀ ਨੇ ਆਪਣੇ ਸੱਸ ਮੂਹਰੇ ਬਹੁਤ ਹੀ ਹੀਣਤਾ ਮਹਿਸੂਸ ਕੀਤੀ। ਉਸ ਦਵਾ ਸੱਟ ਇਹਨੂੰ 50 ਰੁਪਏ ਦੇ ਕੇ ਘਰੋਂ ਤੋਰਿਆ। ਇਸ ਗੱਲ ਦੀ ਸਾਡੇ ਘਰ ਬਹੁਤ ਚਰਚਾ ਹੋਈ ਸੀ। ਪਤਨੀ ਬਾਰ ਆਖੀ ਗਈ ਸੀ, ਤੁਸੀਂ ਜੀ ਇਹ ਤੇ ਸਖਤੀ ਨਹੀਂ ਕਰਦੇ, ਨਹੀਂ ਇਹਦੀ ਕੀ ਮਜਾਲ ਹੈ ਵੀ ਇਹ ਕੁੜੀਆਂ ਕਤਰੀਆਂ ਦੇ ਘਰਾਂ 'ਚ ਖੌਰੂ ਪਾਉਂਦਾ ਫਿਰੇ। ਕੁੜੀ ਦੀ ਕਿੰਨੀ ਬੇਇੱਜ਼ਤੀ ਹੁੰਦੀ ਹੋਊ ਜਦੋਂ ਇਹ ਫਟੇ ਹਲ ਮੰਗਦੇ ਆਂ ਉਹਦੇ ਦਰ ਤੇ ਜਾ ਖੜਦਾ ਹੋਊ। ਇੱਥੇ ਤਾਂ ਸੁਣ ਕੇ ਹੀ ਫਿੱਟ ਲਾਂਤੀ ਮਹਿਸੂਸ ਹੋਈ ਜਾਂਦੀ ਹੈ। ਕੁੜੀ ਦੀ ਕੀ ਹਾਲਤ ਹੁੰਦੀ ਹੋਊ ਇਸ ਮੰਗਤੇ ਚਾਚੇ ਨੂੰ ਵੇਖ ਕੇ। ਪਤਨੀ ਦੀਆਂ ਗੱਲਾਂ, ਇਹਨਾਂ ਗੱਲਾਂ ਦਾ ਸਿਵਾਏ ਕ੍ਰਿਜੀ ਜਾਣਦੇ ਮੇਰੇ ਕੋਲ ਕੋਈ ਉੱਤਰ ਨਹੀਂ ਸੀ। ਉਦੋਂ ਮੇਰਾ ਜੀਅ ਕਰਦਾ ਹੁੰਦਾ ਬਈ ਜਾਂ ਤਾਂ ਆਪ ਮਰ ਜਾਂ ਜਾਂ ਫਿਰ ਇਹਦੀਆਂ ਲੱਤਾਂ ਤੋੜ ਦਿਆਂ। ਇਹੋ ਜਿਹੀਆਂ ਗੱਲਾਂ ਸੁਣ ਮੈਨੂੰ ਤਾਂ ਆਪ ਬਲੱਡ ਪ੍ਰੈਸ਼ਰ ਰਹਿਣ ਲੱਗ ਪਿਆ ਸੀ, ਜਿਹਦਾ ਜ਼ਿਕਰ ਮੈਂ ਬਾਰ ਕਰਨੋਂ ਕਦੀ ਨਾ ਖੁੰਝਦਾ। ਜਦੋਂ ਵੀ ਕਦੀ ਇਹੋ ਜਿਹੀ ਗੱਲ ਹੋ ਜਾਂਦੀ ਤਾਂ ਮੈਂ ਝੱਟ ਕਹਿ ਦਿੰਦਾ, ਮੈਨੂੰ ਤਾਂ ਆਪ ਰੋਗ ਲੱਗ ਗਿਆ ਇਹਦੀਆਂ ਖੁਨਾਮੀਆਂ ਕਰਕੇ। ਮੇਰੀ ਤਾਂ ਆਪਣੀ ਦੇਹ ਰੋਗੀ ਹੋ ਗਈ ਹੈ। ਇਹ ਪਤਾ ਨਹੀਂ ਸਾਲਾ ਕਿੱਥੋਂ ਪਾਪ ਬਣ ਕੇ ਚਿੰਬੜਿਆ ਹੋਇਆ ਮੈਨੂੰ। ਪਤਾ ਨਹੀਂ ਕਦੋਂ ਮਰੂ, ਕਦੋਂ ਖਹਿੜਾ ਛੁੱਟੂ। ਮਰਨ ਦਾ ਕਿਸੇ ਦਾ ਕੀ ਪਤਾ ਹੈ, ਪਤਾ ਨਹੀਂ ਕਿਹਦੀ ਗੱਡੀ ਪਹਿਲਾਂ ਆ ਜੇ। ਲਹੂ ਬਥੇਰਾ ਪੀਤਾ ਹੋਇਆ ਇਹਨੇ, ਪਤਨੀ ਆਖਦੀ ਤੇ ਮੈਂ ਝੱਟ ਹੀ ਕਹਿ ਦਿੰਦਾ, ਮੈਂ ਤਾਂ ਇਹਦੇ ਜੰਮਣ ਤੋਂ ਹੀ ਲੈ ਕੇ ਹੁਣ ਤੱਕ ਔਖਾ ਰਿਹਾ, ਤੂੰ ਤਾਂ ਹਾਲੇ ਕੱਲ ਆਈ ਹੈ, ਮੇਰੇ ਤਾਂ ਪਿੰਡੇ 'ਚ ਤਿੱਪ ਨਹੀਂ ਰਹੀ ਲਹੂ ਦੀ। ਇਸ ਤਰ੍ਹਾਂ ਅਸੀਂ ਤਾਂ ਦੁਖੀ ਹੋਏ ਰਹਿੰਦੇ, ਪਰ ਸੱਤੀ ਦਾ
ਇੰਨਾ ਢੀਠ ਹੋ ਚੁੱਕਾ ਹੈ, ਉਹਦਾ ਕੰਮ ਇੰਨਾ ਸਖਤ ਹੋ ਚੁੱਕਿਆ ਹੈ ਕਿ ਸ਼ਰਮ ਨਾਂ ਦੀ ਕੋਈ ਚੀਜ਼ ਉਹਦੇ ਨੇੜੇ ਤੇੜੇ ਨਹੀਂ ਸੀ ਢੁਕਦੀ। ਉਹਨੂੰ ਤਾਂ ਨਾ ਚੜੀ ਦੀ ਸੀ, ਨਾ ਹੀ ਲੱਥੀ ਦੀ ਸੀ। ਜਦੋਂ ਬਹੁਤਾ ਹੀ ਔਖਾ ਹੁੰਦਾ ਤਾਂ ਸਾਡੀ ਜਾਣ ਪਛਾਣ ਵਾਲਿਆਂ ਤੋਂ ਘੇਰ ਘੇਰ ਪੈਸੇ ਮੰਗਣ ਲੱਗਦਾ। ਮੇਰੇ ਕਿਸੇ ਕੁਲੀਗ ਨੂੰ ਰਾਹ ਜਾਂਦਿਆਂ ਮਿਲ ਪੈਂਦਾ ਤਾਂ ਉਹਦੀ ਬਾਂਹ ਫੜ ਕੇ ਰੋਕ ਲੈਂਦਾ। ਵੀਰ 2 ਰੁਪਈਏ ਦੇ ਦੇ, ਬਸ 2 ਰੁਪਈਏ, ਹਾੜੇ ਹਾੜੇ ਦੇ ਦੋ, ਦੇ 2 ਰੁਪਈਏ। ਜੇ ਅਗਲਾ ਦੇ ਦਿੰਦਾ ਤਾਂ ਵਾਹ ਭਲੀ, ਤੇ ਜੇ ਦੇਣ ਵੇਲੇ ਕੋਈ ਆਨਾਕਾਨੀ ਕਰਦਾ ਤਾਂ ਝੱਟ ਉਹਦਾ ਹੱਥ ਮਰੋੜਨ ਲੱਗ ਪੈਂਦਾ। ਅੱਖਾਂ ਜੀਆਂ ਕੱਢ ਕੇ ਆਖਦਾ, ਦਿਨਾ ਕਿ ਦੇਵਾਂ ਤੈਨੂੰ ਧਨੇਸੜੀ, 2 ਰੁਪਈਏ ਵੀ ਨਹੀਂ ਤੇਰੇ ਕੋਲ। ਜੇ ਅਗਲਾ ਕਹਿ ਦਿੰਦਾ, ਰਾਮ ਨੂੰ ਦੱਸੂ ਬਈ ਤੂੰ ਪੈਸੇ ਮੰਗਦਾ ਫਿਰਦਾ, ਤਾਂ ਝੱਟ ਮਿੰਨਤਾਂ ਤੇ ਆ ਜਾਂਦਾ, ਹਾੜੇ ਹਾੜੇ ਉਹਨੂੰ ਨਾ ਦੱਸੀ, ਕੁੱਟੂਗਾ ਮੈਨੂੰ, ਨਾ ਨਾ ਉਹਨੂੰ ਨਾ ਦੱਸੀ। ਕੁਲੀਗ 4 ਬੰਦੇ ਬੈਠਿਆਂ ਤੇ ਸਾਰੀ ਕਹਾਣੀ ਮਸਾਲੇ ਲਾ ਲਾ ਸੁਣਾਉਂਦਾ। ਮੈਂ ਸੁਣ ਕੇ ਹੱਤਕ ਮਹਿਸੂਸ ਕਰਦਾ। ਕਹਿਣ ਨੂੰ ਮੇਰੇ ਕੋਲ ਕੁਛ ਨਹੀਂ ਸੀ ਹੁੰਦਾ। ਕਦੀ ਸਾਡੀ ਮਾਸੀ ਦੇ ਘਰ ਜਾ ਕੇ ਪੈਸਿਆਂ ਦੀ ਮੰਗ ਕਰਦਾ। ਜੇ ਰੁਪਈਆ ਧੇਲੀ ਦੇ ਦਿੰਦੀ ਤਾਂ ਮਾਂ ਨੂੰ ਸ਼ਰੀਕਾਂ ਵਾਂਗ ਚੋਭਾ ਲਾ ਦੱਸਦੀ, ਭੈਣ ਆਪਣਾ ਸੱਤੀ ਆਇਆ ਸੀ, ਅੱਜ ਪੈਸੇ ਮੰਗਦਾ ਸੀ। ਮੈਂ ਤਰਸ ਖਾ ਕੇ ਧੇਲੀ ਦਿੱਤੀ। ਮੰਗ ਖਾਣ ਦੀ ਆਦਤ ਕੀ ਚੰਗੀ ਲੱਗਦੀ ਹੈ ਮਾਣ ਇੱਜ਼ਤ ਵਾਲੇ ਘਰਾਂ ਦੇ ਧੀਆਂ ਪੁੱਤਾਂ ਨੂੰ। ਮੇਰੀ ਗੁਆਂਢਣ ਵੀ ਕੋਲ ਹੀ ਬੈਠੀ ਸੀ ਪੀੜੀ ਤੇ, ਪੁੱਛਦੀ ਸੀ ਵੀ ਕੌਣ ਆ ਇਹ, ਹੁਣ ਤੂੰ ਹੀ ਦੱਸ ਕੀ ਕਹਿੰਦੀ ਮੈਂ ਉਹਨੂੰ। ਲੋਕ ਸੱਤੀ ਨੂੰ ਰੁਪਈਆ ਧੇਲੀ ਦੇ ਕੇ 20 ਵਾਰ ਜਤਾਉਂਦੇ। ਆਖਰ ਥੱਕ ਹਾਰ ਕੇ ਅਸੀਂ ਵੀ ਕਹਿਣਾ ਸ਼ੁਰੂ ਕਰਤਾ ਸੀ, ਭਾਈ ਜਦੋਂ ਤੁਹਾਡੇ ਕੋਲ ਪੈਸਾ ਮੰਗਿਆ ਕਰੇ 20 ਮਾਰਿਆ ਕਰੋ ਛਿੱਤਰ ਉਹਦੇ, ਅਵਲ ਤਾਂ ਦਿਆ ਨਾ ਕਰੋ, ਦੇ ਦਿੰਦੇ ਹੋ ਤਾਂ ਆ ਸਾਨੂੰ ਸੁਣਾਇਆ ਨਾ ਕਰੋ, ਅਸੀਂ ਤਾਂ ਤੁਹਾਨੂੰ ਕਹਿਣ ਨਹੀਂ ਆਉਂਦੇ ਵੀ ਉਹਨੂੰ ਪੈਸੇ ਦੇ ਦਿਆ ਕਰੋ। ਅਗਲਾ ਝੱਟ ਸਾਡੇ ਮੂੰਹ ਤੇ ਮਾਰਦਾ, ਯਾਰ ਅਸੀਂ ਤਾਂ ਐਵੇਂ ਤੁਹਾਨੂੰ ਦੱਸਿਆ ਹੀ ਹੈ, ਪੈਸੇ ਤੁਹਾਡਾ ਭਾਈ ਮੰਗਦਾ ਫਿਰਦਾ ਹੈ, ਸ਼ਰਮ ਸਾਨੂੰ ਆਉਣ ਲੱਗਦੀ ਹੈ, ਨਾ ਦੇਈਏ ਤਾਂ ਹੇਠੀ ਜੀ ਮਹਿਸੂਸ ਹੋਣ ਲੱਗਦੀ ਹੈ। ਇਹ ਗੱਲਾਂ ਤਾਂ ਹੁਣ ਆਮ ਹੀ ਹੋ ਗਈਆਂ ਸੀ। ਸੁਣ ਸੁਣ ਸਾਡੇ ਤਾਂ ਕੰਨ ਹੀ ਪੱਕ ਗਏ ਸੀ। ਹੌਲੀ ਹੌਲੀ ਸੱਤੀ ਨੇ ਮੰਗਣ ਦਾ ਦਾਇਰਾ ਹੋਰ ਚੌੜਾ ਕਰ ਲਿਆ ਸੀ। ਉਹ ਮੰਗਣ ਲਈ ਸਟੇਸ਼ਨ ਤੇ ਬੱਸ ਸਟੈਂਡ ਦੇ ਵੀ ਚੱਕਰ ਲਾਉਣ ਲੱਗ ਪਿਆ ਸੀ। ਇੱਕ ਦਿਨ ਮੈਂ ਉਹਦਾ ਪਿੱਛਾ ਕੀਤਾ। ਉਹ ਘਰੋਂ ਨਾਸ਼ਤਾ ਕਰਕੇ ਨਿਕਲਿਆ ਤਾਂ ਮੈਂ ਉਹਦੇ ਪਿੱਛੇ ਪਿੱਛੇ ਹੋ ਲਿਆ। ਉਹ ਕਾਹਲੀ ਕਾਹਲੀ ਤੁਰਦਾ ਬੱਸ ਸਟੈਂਡ ਤੇ ਪਹੁੰਚਿਆ। ਉਦੋਂ ਬੱਸ ਸਟੈਂਡ ਸ਼ਹਿਰ ਦੇ ਵਿੱਚ ਹੀ ਮੇਨ ਫਾਟਕਾਂ ਕੋਲ ਹੁੰਦਾ ਸੀ। ਸੱਤੀ ਝੱਟ ਦੇਣੇ ਇੱਕ ਖਲੋਤੀ ਬੱਸ 'ਚ ਵੜ ਗਿਆ। ਅੱਖਾਂ ਬੰਦ ਕਰਕੇ ਹੱਥ ਅੱਡ ਕੇ ਉੱਚੀ ਆਵਾਜ਼ 'ਚ ਕਹਿਣ ਲੱਗਾ, ਦਾਤਿਓ ਦਿਓ ਬਈ ਰੱਬ ਦੇ ਨਾਂ ਤੇ ਅੰਨੇ ਫਕੀਰ ਨੂੰ, ਤੁਸੀਂ ਅੰਨੇ ਫਕੀਰ ਨੂੰ ਦਿਓਗੇ, ਰੱਬ ਤੁਹਾਡੀਆਂ ਤੇ ਤੁਹਾਡੇ ਬੱਚਿਆਂ ਦੀਆਂ ਝੋਲੀਆਂ ਭਰ ਦੂ। ਦਿਓ ਬਈ ਦਾਤਿਓ ਅੰਨੇ ਫਕੀਰ ਨੂੰ, ਅੰਨੇ ਲਾਚਾਰ ਨੂੰ, ਤੁਸੀਂ ਅੰਨੇ ਫਕੀਰ ਦੇ ਬੱਚਿਆਂ ਦੇ ਢਿੱਡ 'ਚ ਪਾਓਗੇ, ਰੱਬ ਤੁਹਾਡੇ ਭੰਡਾਰੇ ਭਰੂਗਾ। ਦਿਓ ਬਈ ਦਾਤਿਓ ਅੰਨੇ ਫਕੀਰ ਨੂੰ। ਤੇ ਮੈਂ ਵੀ ਉਹਦੇ ਪਿੱਛੇ ਪਿੱਛੇ ਹੀ ਸੀ। ਇੱਕ ਗੱਲੋਂ ਮੈਂ ਹੈਰਾਨ ਹੋ ਰਿਹਾ ਸੀ ਕਿ ਸੱਤੀ ਨੂੰ ਮੰਗਤਿਆਂ ਵਾਲੀ ਇਹ ਨੱਪੀ ਤੁਲੀ ਭਾਸ਼ਾ ਕਿਵੇਂ ਸਿੱਖ ਲਈ ਸੀ। ਦੂਜਾ, ਮੈਨੂੰ ਕ੍ਰੋਧ ਤੇ ਕ੍ਰੋਧ ਚੜ੍ਹਦਾ ਜਾ ਰਿਹਾ ਸੀ। ਜਦੋਂ ਮੇਰੇ ਕੋਲੋਂ ਨਾ ਰਿਹਾ ਗਿਆ ਤਾਂ ਮੈਂ ਅਗਾਂਹ ਵੱਧ ਕੇ ਉਹਦੀ ਇੱਕ ਜ਼ੋਰ ਦੀ ਲੱਤ ਮਾਰੀ। ਸਾਲਾ ਖੇਖਣ ਦੇਖੋ ਕੀ ਕਰਦਾ ਫਿਰਦਾ ਹੈ, ਚੰਗਾ ਭਲਾ 2 ਦੀਦਿਆਂ ਵਾਲਾ ਅੰਨਾ ਫਕੀਰ ਬਣਿਆ ਫਿਰਦਾ, ਬੇਸ਼ਰਮ ਕੁੱਤਾ ਕਿਸੇ ਥਾਂ ਦਾ। ਅਚਾਨਕ ਪੈ ਗਈ ਬਿੱਜ ਤੋਂ ਸੱਤੀ ਨੇ ਤਾਂ ਪਰੇਸ਼ਾਨ ਹੋਣਾ ਹੀ ਸੀ। ਬੱਸ ਵਿੱਚ ਬੈਠੀਆਂ ਸਵਾਰੀਆਂ ਵੀ ਹੈਰਾਨ ਹੋ ਗਈਆਂ। ਇਹ ਕੀ ਕੌਤਕ ਹੋ ਗਿਆ ਸੀ। ਸੱਤੀ ਨੇ ਪਿੱਛੇ ਪਲੋਸਦਿਆਂ ਪਛਾਂ ਮੁੜ ਕੇ ਦੇਖਿਆ। ਮੈਨੂੰ ਵੇਖਦਿਆਂ ਹੀ ਉਹ ਬਿਜਲੀ ਦੀ ਤੇਜ਼ੀ ਨਾਲ ਬੱਸ ਤੋਂ ਹੇਠਾਂ ਉਤਰ ਸ਼ੂਟ ਵੱਟ ਗਿਆ ਸੀ। ਬੱਸ ਦੀਆਂ ਸਵਾਰੀਆਂ ਨੂੰ ਪੁੱਛਦੀਆਂ ਹੀ ਰਹਿ ਗਈਆਂ, ਕੌਣ ਸੀ ਇਹ ਬਾਈ ਜੀ, ਤੁਹਾਡਾ ਕੁਛ ਲੱਗਦਾ ਸੀ, ਕਾਹਨੂੰ ਮਾਰਨਾ ਸੀ ਵਿਚਾਰੇ ਗਰੀਬ ਨੂੰ। ਪਰ ਮੈਂ ਵੀ ਉਸੇ ਤੇਜ਼ੀ ਨਾਲ ਬੱਸੋਂ ਹੇਠਾਂ ਲੱਥ ਆਇਆ ਸੀ। ਸੱਤੀ ਪਤਾ ਨਹੀਂ ਕਿੱਧਰ ਨੂੰ ਛੂ ਛੱਪਣ ਹੋ ਗਿਆ ਸੀ। ਮੁੜ ਕਈ ਦਿਨ ਉਹ ਘਰ ਨਹੀਂ ਸੀ ਆਇਆ। ਕਈ ਦਿਨਾਂ ਬਾਅਦ ਅੱਧੀ ਰਾਤੀਂ ਸਾਡਾ ਬਾਹਰਲਾ ਬੂਹਾ ਖੜਕਿਆ। ਇਸ ਵੇਲੇ ਕੌਣ ਹੋ ਸਕਦਾ ਸੀ। ਅਸੀਂ ਥੋੜਾ ਸੋਚ ਹੀ ਰਹੇ ਸੀ ਕਿ ਬੂਹਾ ਫੇਰ ਖੜਕਿਆ। ਮੈਂ ਕੌਣ ਹੈ ਆਖ ਬੂਹਾ ਖੋਲਿਆ ਤਾਂ ਸੱਤੀ ਖੜੋਤਾ ਸੀ। ਲੱਗਦਾ ਸੀ ਜਿਵੇਂ ਉਹਦੀ ਰੱਜ ਕੇ ਪੀਤੀ ਹੋਵੇ। ਉਹਦੀ ਜ਼ਬਾਨ ਥਥਲਾ ਰਹੀ ਸੀ ਤੇ ਮੈਂ ਵੇਖਿਆ ਉਹਦੇ ਮੂੰਹੋਂ ਆਵਾਜ਼ ਵੀ ਨਹੀਂ ਸੀ ਨਿਕਲ ਰਹੀ। ਲੈ ਆ ਗਿਆ ਮਾਂ ਤੇਰਾ ਪੁੱਤ ਕਮਾਈਆਂ ਕਰਕੇ। ਮੈਂ ਮਾਂ ਦੇ ਕੋਲ ਆਇਆ ਇਸ ਵੇਲੇ ਕੌਣ ਆਇਆ ਇਸ ਵੇਲੇ ਪੁੱਛਣ ਤੇ ਉਹਨੂੰ ਆਖ ਦਿੱਤਾ ਸੀ। ਸੱਤੀ ਅੰਦਰ ਵੜਦੇ ਡਿੱਗ ਪਿਆ ਸੀ। ਮੈਂ ਡਿੱਗੇ ਪਏ ਦੀ ਪਿੱਠ 'ਚ 2 ਠੁੱਡੇ ਮਾਰੇ। ਕੰਜਰਾ ਤੂੰ ਮਰਦਾ ਕਿਉਂ ਨਹੀਂ, ਕਿਉਂ ਟੱਬਰ ਦਾ ਲਹੂ ਪੀਣਾ ਲਿਆ। ਸੱਤੀ ਠੁੱਡੇ ਖਾ ਕੇ ਵੀ ਕੂਇਆ ਤੱਕ ਨਹੀਂ, ਮੂੰਹ 'ਚ ਹੀ
ਬੂੰ ਬੂੰ ਕਰਦਾ ਰਿਹਾ। ਉਸ ਰਾਤ ਕਿਸੇ ਨੇ ਉਹਦੀ ਬਾਤ ਨਹੀਂ ਸੀ ਪੁੱਛੀ। ਉਹ ਫਰਸ਼ ਤੇ ਭੁੰਜੇ ਹੀ ਪਿਆ ਰਿਹਾ। ਸਵੇਰੇ ਉਹ ਖੇਸ ਲਈ ਉਸੇ ਤਰ੍ਹਾਂ ਭੁੰਜੇ ਹੀ ਸੁੱਤਾ ਪਿਆ ਸੀ। ਸ਼ਾਇਦ ਮਾਂ ਨੇ ਰਾਤੀ ਉੱਠ ਕੇ ਉਹਦੇ ਤੇ ਪੁਰਾਣਾ ਖੇਸ ਜਿਹਾ ਦੇ ਦਿੱਤਾ ਸੀ। ਸਵੇਰੇ ਮਾਂ ਨੇ ਉਹਨੂੰ ਨਹਾਉਣ ਲਈ ਆਖਿਆ। ਉਸ ਧੋਣ ਲਈ ਕੱਪੜੇ ਲਾ ਕੇ ਦਿੱਤੇ ਤਾਂ ਉਹਦੀਆਂ ਜੇਬਾਂ 'ਚ ਬੀੜੀਆਂ ਦੇ ਬੰਡਲ ਨਿਕਲੇ। ਮਾਂ ਬੀੜੀਆਂ ਦੇ ਬੰਡਲ ਵੇਖ ਕੇ ਰੋਸ ਜਿਹੇ ਨਾਲ ਕਹਿਣ ਲੱਗੀ, ਬਸ ਇਸੇ ਦੀ ਕਸਰ ਰਹਿੰਦੀ ਸੀ। ਸਾਰਾ ਦਿਨ ਅਵਾਰਾ ਫਿਰਦਿਆਂ, ਮੰਗਦਿਆਂ, ਖਾਂਦਿਆਂ ਇਹੀ ਵਿਆਪਤਾਂ ਸਿੱਖਦਾ। ਚੰਗੇ ਘਰ ਦਾ ਧੀ ਪੁੱਤ ਹੈ, ਕੋਈ ਚੱਜ ਦੇ ਲੱਛਣ ਫੜ। ਸੱਤੀ ਕੋਲ ਸਵਾਈ ਬੇਸ਼ਰਮੀ ਦੇ ਕੁਝ ਨਹੀਂ ਸੀ। ਉਹਦਾ ਅਗਲਾ ਕਦਮ ਹੁਣ ਇਹ ਸੀ ਕਿ ਉਹ ਲਗਾਤਾਰ ਮੰਗਦਾ ਫਿਰਦਾ ਰਹਿੰਦਾ। ਜਦੋਂ ਉਹਦੇ ਕੋਲ ਪਊਏ ਜੋਗੇ ਪੈਸੇ ਹੋ ਜਾਂਦੇ, ਉਹ ਇੱਕ ਪਊਆ ਖਰੀਦ ਲੈਂਦਾ। ਝੱਟ ਹੀ ਉਸ 'ਚੋਂ ਕੁਝ ਕੁ ਨੀਟ ਹੀ ਪੀ ਜਾਂਦਾ। ਬਾਕੀ 'ਚ ਪਾਣੀ ਪਾ ਪੀ ਵੀ ਜਾਂਦਾ। ਪਊਆ ਨੇਫੇ 'ਚ ਦੇ ਕੇ ਰੱਖਦਾ। ਵਾਧੂ ਬਚਦੇ ਪੈਸੇ ਵੀ ਪਜਾਮੇ ਜਾਂ ਕੱਛੇ ਦੇ ਨੇਫੇ 'ਚ ਘਸੋੜੀ ਰੱਖਦਾ। ਬਹੁਤੇ ਪੈਸੇ ਆ ਜਾਂਦੇ ਤਾਂ ਅਧੀਆ ਲੈ ਲੈਂਦਾ ਤੇ ਹੌਲੀ ਹੌਲੀ ਸਾਰਾ ਦਿਨ ਕੁੱਟ-ਕੁੱਟ ਕਰਕੇ ਪੀਂਦਾ ਰਹਿੰਦਾ। ਜ਼ਰੂਰੀ ਨਹੀਂ ਕਿ ਉਹ ਸਾਡੇ ਸ਼ਹਿਰ ਹੀ ਮੰਗੇ, ਬਸ ਫੜ ਕੇ ਨਾਲ ਦੇ ਪਿੰਡਾਂ ਕਸਬਿਆਂ 'ਚ ਵੀ ਚਲਾ ਜਾਂਦਾ। ਕਦੀ ਕਦਾਈ ਗਸ਼ਤੀ ਪੁਲਿਸ ਦੇ ਧੱਕੇ ਵੀ ਚੜ੍ਹ ਜਾਂਦਾ। ਉਹਦੀ ਚੰਗੀ ਕੁੱਟ-ਕੁਟਾਈ ਛਿੱਤਰ ਪੌਲਾ ਹੁੰਦਾ। ਕਈ ਵਾਰੀ ਬਹੁਤੀ ਕੁੱਟ ਪੈਣ ਨਾਲ ਉਹਦੇ ਪਿੰਡੇ ਤੇ ਜ਼ਖਮ ਵੀ ਹੋ ਜਾਂਦੇ। ਪੁੱਛਣ ਤੇ ਉਹ ਦੱਸ ਵੀ ਦਿੰਦਾ। ਪੁਲਿਸ ਨੇ ਫੜ ਲਿਆ ਸੀ, ਉਹਨਾਂ ਨੇ ਡੰਡੇ ਮਾਰੇ। ਇੱਕ ਆਹ ਸਿਰ 'ਚ ਵੱਜਿਆ ਸੀ, ਇੱਕ ਆਹ ਅੱਖ ਤੇ। ਉਹਦੇ ਸਿਰ 'ਚੋਂ ਲਹੂ ਸਿੰਮਿਆਂ ਤੇ ਸੁੱਜੀ ਅੱਖ ਆਮ ਹੀ ਦਿਸਦੀ ਹੁੰਦੀ ਸੀ। ਇਸ ਉਮਰ 'ਚ ਅਜਿਹੀ ਹਾਲਤ ਵਿੱਚ ਇਹਦਾ ਕੀ ਕੀਤਾ ਜਾਏ, ਸਾਨੂੰ ਸਮਝ ਨਹੀਂ ਸੀ ਆਉਂਦੀ। ਮੈਂ ਕਲਪਦਾ ਰਹਿੰਦਾ। ਬਾਕੀ ਵੀ ਤਾਂ ਇਹਦੇ ਭਰਾ ਹੀ ਨੇ, ਸਕੇ ਭਰਾ ਨੇ। ਕਦੇ ਕਿਸੇ ਨੇ ਬਾਤ ਨਹੀਂ ਪੁੱਛੀ। ਇਹ ਸਾਲਾ ਯਮ ਮੈਨੂੰ ਹੀ ਚਿੰਬੜਿਆ ਰਿਹਾ ਸਾਰੀ ਉਮਰ। ਸਾਹ ਨਹੀਂ ਲੈਣ ਦਿੱਤਾ ਕੰਜਰ ਨੇ। ਮੈਂ ਮਨ ਹੀ ਮਨ ਬਹੁਤ ਦੁਖੀ ਹੁੰਦਾ। ਇਹੋ ਜਿਹੇ ਲਾਹਣਤੀ ਦਾ ਕੀ ਕਰੀਏ। ਮੈਂ ਉਹਨਾਂ ਦਿਨਾਂ 'ਚ ਇਹੋ ਸੋਚਦਾ ਰਹਿੰਦਾ ਸੀ। ਸੱਤੀ ਦੀਆਂ ਆਦਤਾਂ ਦਿਨ ਪਰ ਦਿਨ ਵਿਗੜਦੀਆਂ ਹੀ ਜਾ ਰਹੀਆਂ ਸੀ। ਮੈਨੂੰ ਤਾਂ ਪਿੱਛੇ ਵੀ ਹਨੇਰਾ ਹੀ ਦਿਖਾਈ ਦਿੰਦਾ ਸੀ ਤੇ ਹੁਣ ਅਗਾਂਹ ਵੀ ਹਨੇਰਾ ਹੀ ਦਿਸ ਰਿਹਾ ਸੀ। ਧੰਨਵਾਦ।